ਵਰਿਆਮ ਸਿੰਘ ਸੰਧੂ ਦੀ ਪੁਸਤਕ ਭੱਜੀਆਂ ਬਾਹੀਂ ਦੀ ਕਹਾਣੀ ਹੈ ਵਾਪਸੀ। ਕਰਮ ਕੌਰ ਨੇ ਕੀ ਕੀਤਾ? ਉਸ ਦੇ ਸ਼ਾਂਤ ਮਨ 'ਚ ਪੱਥਰ ਸੁੱਟ ਕੇ ਤੁਰ ਗਈ ਸੀ ਤੇ ਮਨ ਦਾ ਪਾਣੀ ਹੁਣ ਟਿਕਣ 'ਚ ਹੀ ਨਹੀਂ ਸੀ ਆਉਂਦਾ। ਲਹਿਰਾਂ ਉੱਠਦੀਆਂ ਸਨ ਤੇ ਉਹਦੇ ਕੱਚੇ ਕੰਢੇ ਖੋਰ ਸੁੱਟੀ ਜਾਂਦੀਆਂ ਸਨ। ਲਹਿਰਾਂ ਦੇ ਤਲ ਤੇ ਕਰਮ ਕੌਰ ਦੇ ਸੌਲੇ ਤੇ ਜਵਾਨ ਪੀਡੇ ਚਿਹਰੇ ਦੇ ਨਕਸ਼ ਡਿੱਕੋ ਡੋਲੇ ਖਾਂਦੇ ਇੱਕ ਦੂਜੇ 'ਚ ਉਲਝਦੇ ਮਿਟਦੇ ਉੱਭਰਦੇ ਲਿਸ਼ਕ ਰਹੇ ਸਨ। ਸਤਨਾਮ ਕਹਿੰਦਿਆਂ ਬਾਬਾ ਸੰਤਾ ਸਿੰਘ ਪਿੰਡੋਂ ਦੂਰ ਬਾਰ-ਬਾਰ ਖੇਤਾਂ 'ਚ ਬਣੇ ਇਸ ਸ਼ਹੀਦਾਂ ਦੇ ਗੁਰਦੁਆਰੇ ਦੇ ਪ੍ਰਕਾਸ਼ ਸਥਾਨ ਵਾਲੀ ਕੋਠੜੀ 'ਚੋਂ ਬਾਹਰ ਆਇਆ ਤੇ ਕੋਠੜੀ ਦੁਆਲੇ ਪਰਿਕਰਮਾ ਵਾਲੇ ਵਰਾਂਡੇ 'ਚ ਖਲੋ ਕੇ ਮੀਂਹ ਨਾ ਪੈਣ ਤੇ ਬਿਜਲੀ ਨਾ ਆਉਣ ਕਰਕੇ ਸੁੱਕਦੀਆਂ ਫਸਲਾਂ ਤੇ ਸੜੀ ਧਰਤੀ ਨੂੰ ਵੇਖਦਿਆਂ ਉਹਦੀ ਨਜ਼ਰ ਸੁਭਾਵਕ ਹੀ ਤਿਲਕ ਕੇ ਪਿੰਡ ਵੜਦੀ ਕਰਮ ਕੌਰ ਦੀ ਪਿੱਠ ਤੇ ਜਾ ਟਿਕੀ। ਪਾਪੀਆ, ਤੂੰ ਉਹਨੂੰ ਵੇਖਣ ਬਾਹਰ ਆਇਆ? ਉਹ ਬੁੱਲਾਂ 'ਚ ਬੁੜਬੁੜਾਇਆ ਤੇ ਪਿੰਡ ਵੱਲੋਂ ਇੱਕਦਮ ਨਜ਼ਰ ਫੇਰ ਕੇ ਗੁਰਦੁਆਰੇ ਦੇ ਪੈਰਾਂ 'ਚ ਬਣੇ ਤਲਾਅ ਦੀਆਂ ਤਪਦੀਆਂ ਪੌੜੀਆਂ ਤੇ ਤੁਰਨ ਲੱਗਾ। ਪ੍ਰਭੂ ਜੀ ਡੋਰੀ ਹਾਥ ਤੋਂ ਮਾਰੇ, ਸੇਵਕ ਕੀ ਕਰੋ ਹਾਥ ਦੇ ਰੱਛਾ, ਮੈਂ ਪਾਪੀ ਵੱਡ ਗੁਨਾਹਗਾਰ। ਮੂੰਹ ਵਿੱਚ ਹੌਲੀ-ਹੌਲੀ ਗੁਣ ਕਰਦਾ ਉਹ ਪੋਲੇ ਕਦਮੀ ਪੈਰ ਸਾੜਦਾ ਹੋਇਆ ਇਕਾਗਰ ਹੋਣ ਦੇ ਯਤਨ 'ਚ ਤਲਾਅ ਦੀ ਪਰਿਕਰਮਾ ਕਰਨ ਲੱਗਾ। ਪੈਰਾਂ ਨਾਲੋਂ ਕਿਤੇ ਤੇਜ਼ ਤੁਰਦਾ ਮਨ ਅੱਗੇ ਨਿਕਲ ਗਿਆ। ਹਰ ਵੀਰਵਾਰ ਦਿਨ ਢਲੇ ਪਟਵਾਰੀ ਗੁਰਮੀਤ ਸਿੰਘ ਦੀ 35 ਕੁ ਸਾਲਾਂ ਦੀ ਵਹੁਟੀ ਕਰਮ ਕੌਰ ਗੁਰਦੁਆਰਾ ਸ਼ਹੀਦਾਂ ਤੋਂ ਅਗਲੀ ਨਹਿਰ ਤੋਂ 2 ਕਿੱਲੇ ਅਗਾਂਹ ਸਾਈਂ ਸੁਲੇਮਾਨ ਦੀ ਕਬਰ ਤੇ ਦੀਵਾ ਜਗਾਉਣ ਆਉਂਦੀ ਤੇ ਮੁੜਦੀ ਹੋਈ ਜ਼ਰੂਰ ਗੁਰਦੁਆਰੇ ਮੱਥਾ ਟੇਕਦੀ। ਗੋਡਿਆਂ ਪਰਨੇ ਹੋ ਕੇ ਕਿੰਨਾ ਚਿਰ ਮੱਥਾ ਫਰਸ਼ ਨਾਲ ਛੁਹਾਈ ਰੱਖਦੀ ਤੇ ਅੱਖਾਂ ਮੀਟੀ ਪਰਮਾਤਮਾ ਦੇ ਨਾਲ ਲਿਵ ਜੋੜਨ ਦਾ ਯਤਨ ਕਰਦੀ ਹੋਈ ਆਪਣੇ ਖਾਲੀ ਗੋਦ ਨੂੰ ਭਰ ਦੇਣ ਲਈ ਅਰਜ਼ੋਈਆਂ ਕਰਦੀ ਰਹਿੰਦੀ। ਸੰਤਾ ਸਿੰਘ ਨੂੰ ਦੋਵੇਂ ਹੱਥ ਜੋੜ ਕੇ ਅੱਧਾ ਕੁ ਸਿਰ ਨਿਵਾ ਕੇ ਬੜੀ ਆਜ਼ਜ਼ੀ ਨਾਲ ਸਤਿ ਸ੍ਰੀ ਅਕਾਲ ਆਖਦੀ ਤੇ ਹੌਲੀ-ਹੌਲੀ ਪਿੰਡ ਨੂੰ ਤੁਰ ਜਾਂਦੀ। ਪਿਛਲੇ ਕੁਝ ਦਿਨ ਤੋਂ ਗੁਰਦੁਆਰੇ ਦਾ ਅਹਾਤਾ ਛੱਡਣ ਤੋਂ ਪਹਿਲਾਂ ਉਹ ਥੋੜਾ ਜਿਹਾ ਮੁੜ ਕੇ ਪਿੱਛੇ ਵੇਖਦੀ। ਸੰਤਾ ਸਿੰਘ ਉਹਦੀ ਪਿੱਠ ਤੇ ਨਜ਼ਰਾਂ ਗੱਡੀ ਖਲੋਤਾ ਹੁੰਦਾ। ਉਹਨੂੰ ਕਰਮ ਕੌਰ ਤੇ ਤਰਸ ਆਉਂਦਾ। ਵਿਚਾਰੀ ਬੇਔਲਾਦ ਮੜੀ ਮਸਾਣੀ ਦੀਵੇ ਜਗਾਉਂਦੀ ਫਿਰਦੀ ਸੀ। ਉਹਦਾ ਦਿਲ ਕਰਦਾ ਉਹਨੂੰ ਆਖੇ, ਬੀਬੀ ਵਾਹਿਗੁਰੂ 'ਚ ਭਰੋਸਾ ਰੱਖੋ, ਗੁਰੂ ਮਿਹਰ ਕਰੇਗਾ। ਪਰ ਉਹ ਆਪਣੇ ਸੰਕੋਚਵੇਂ ਸੁਭਾਅ ਕਾਰਨ ਚੁੱਪ ਹੀ ਰਹਿੰਦਾ ਤੇ ਫਿਰ ਛੇਤੀ ਉਹਨੂੰ ਸਭ ਕੁਝ ਭੁਲਾ ਜਾਂਦਾ। ਕਰਮ ਕੌਰ ਉਸ ਲਈ ਰੋਜ਼ ਜਾਂ ਕਦੀ ਗੁਰਦੁਆਰੇ ਆਉਣ ਜਾਣ ਵਾਲੇ ਆਮ ਲੋਕਾਂ ਵਿੱਚੋਂ ਹੀ ਤਾਂ ਇੱਕ ਔਰਤ ਸੀ। ਉਸ ਜਿਹੇ ਤਾਂ ਕਈ ਹਰ ਰੋਜ਼ ਉਸ ਕੋਲ ਚੜਾਵੇ ਲੈ ਕੇ ਆਉਂਦੇ ਸਨ। ਆਪਣੇ ਕੋਲੋਂ ਕੁਝ ਥੋੜਾ ਜਿਹਾ ਦੇ ਕੇ ਰੱਬ ਕੋਲੋਂ ਬਹੁਤ ਜ਼ਿਆਦਾ ਕੁਝ ਮੰਗਦੇ। ਉਹ ਅਰਦਾਸ ਵਿੱਚ ਮਹਾਰਾਜ ਕੋਲ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਬੇਨਤੀ ਕਰਦਾ। ਬੜੇ ਸਾਲ ਉਹਨੂੰ ਪਰਮਾਤਮਾ ਕੋਲ ਕੀਤੀਆਂ ਆਪਣੀਆਂ ਬੇਨਤੀਆਂ ਤੇ ਬੜਾ ਵਿਸ਼ਵਾਸ ਰਿਹਾ ਸੀ। ਪਰ ਹੁਣ ਜਦੋਂ ਕਦੀ ਅਰਦਾਸ ਕਰਕੇ ਹਟਦਾ ਤਾਂ ਉਹਦਾ ਮਨ ਬੋਲ ਉੱਠਦਾ, ਰੱਬ ਇਹ ਘਾਟੇ ਦਾ ਸੌਦਾ ਕਿਉਂ ਕਰਦਾ ਸੀ? ਥੋੜਾ ਜਿਹਾ ਲੈ ਕੇ ਬਹੁਤਾ ਦੇਣਾ ਤੇ ਫਿਰ ਰੱਬ ਨੂੰ ਲੈਣ ਦੀ ਕੀ ਲੋੜ ਸੀ? ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਉਹ ਸਭ ਨੂੰ ਖਾਣ ਲਈ ਦਿੰਦਾ ਸੀ ਤੇ ਲੋਕ ਉਹਨੂੰ ਦੁੱਧ, ਖੀਰਾਂ, ਕੜਾਹ ਤੇ ਮਾਇਆ ਦੇ ਚੜਾਵੇ ਕਿਉਂ ਚੜਾਉਂਦੇ ਸਨ? ਰੱਬ ਨੂੰ ਇਸ ਸਭ ਕੁਝ ਦੀ ਤਾਂ ਲੋੜ ਹੀ ਨਹੀਂ ਸੀ। ਇਹ ਤਾਂ ਲੋਕ ਸਨ ਜੋ ਮਨੁੱਖੀ ਸੁਭਾਅ ਮੁਤਾਬਕ ਰੱਬ ਦੀ ਚਾਪਲੂਸੀ ਕਰਕੇ ਉਸ ਤੋਂ ਕੁਝ ਹਥਿਆਉਣਾ ਚਾਹੁੰਦੇ ਸਨ। ਨਾਲੇ ਉਹ ਤਾਂ ਆਪ ਜਾਣੀ ਜਾਣ ਸੀ। ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੇ ਜੇ ਉਹ ਸਭ ਦੇ ਮਨ ਦੀਆਂ ਆਪ ਹੀ ਜਾਣਦਾ ਸੀ ਤਾਂ ਉਸ ਅੱਗੇ ਅਰਦਾਸਾਂ ਤੇ ਬੇਨਤੀਆਂ ਦੀ ਕੀ ਲੋੜ ਸੀ? ਤੇ ਜੇ ਅਰਦਾਸਾਂ ਤੇ ਬੇਨਤੀਆਂ ਦੀ ਲੋੜ ਨਹੀਂ ਸੀ ਤੇ ਉਸ ਜਿਹੇ ਅਰਦਾਸਾਂ ਕਰਨ ਵਾਲੇ ਬਾਬਿਆਂ ਦੀ ਕੀ ਲੋੜ ਸੀ? ਚਾਚਾ, ਤੇਰੇ ਗੁਰਦੁਆਰੇ ਨੂੰ ਲੋੜ ਨਹੀਂ, ਤੇਰੀ ਲੋੜ ਤੇਰੇ ਘਰ ਨੂੰ ਹੈ ਤੇ ਉੱਥੇ ਵਾਪਸ ਜਾ। ਇਹ ਉਹਦਾ ਭਤੀਜਾ ਕੁਲਦੀਪ ਸੀ ਜੋ ਉਹਦੇ ਅੰਦਰ ਬੋਲਦਾ ਰਹਿੰਦਾ ਸੀ। ਉਹ ਆਪ ਤਾਂ ਬੜੇ ਸਾਲਾਂ ਤੋਂ ਘਰ-ਬਾਰ ਦੀ ਯਾਦ ਨੂੰ ਕੌੜਿਆਂ ਪਰਛਾਵਿਆਂ ਦੀ ਓਟ ਵਿੱਚ ਲੁਕਾਈ ਬੈਠਾ ਰਿਹਾ ਸੀ ਤੇ ਰੱਬ ਨੂੰ ਪਾਉਣ ਲਈ ਸੱਚੇ ਦਿਲੋਂ ਘਾਲਦਾ ਆਇਆ ਸੀ। ਪਰ ਇਹ ਕੁਲਦੀਪ ਸੀ, ਜਦੋਂ ਵੀ 2-4 ਮਹੀਨੇ ਪਿੱਛੋਂ ਸਾਥੀਆਂ ਸਮੇਤ ਉਸ ਕੋਲ ਆਉਂਦਾ, ਰਾਤ ਠਹਿਰਦਾ, ਆਪਣੀ ਕ੍ਰਾਂਤੀਕਾਰੀ ਪਾਰਟੀ ਦੇ ਪ੍ਰੋਗਰਾਮ ਬਾਰੇ ਦੱਸਦਾ ਤੇ ਫਿਰ ਰੱਬ ਦੀ ਹੋਂਦ, ਧਰਮ ਦੇ ਰੋਲ, ਇਨਕਲਾਬ ਦੀਆਂ ਗੱਲਾਂ ਕਰਦਾ ਉਸ ਨੂੰ ਇਹ ਅਹਿਸਾਸ ਦਿਵਾਉਣ ਦਾ ਯਤਨ ਕਰਦਾ ਕਿ ਉਹਦੀ ਅਸਲ ਥਾਂ ਘਰ 'ਚ ਸੀ। ਗੁਰਬਾਣੀ ਤੇ ਸਿੱਖ ਗੁਰੂਆਂ ਦੀਆਂ ਉਦਾਹਰਨਾਂ ਦੇ ਕੇ ਸਿੱਧ ਕਰਨ ਦਾ ਯਤਨ ਕਰਦਾ ਕਿ ਘਰ ਛੱਡ ਕੇ, ਜ਼ਿੰਮੇਵਾਰੀਆਂ ਤੋਂ ਭੱਜ ਕੇ ਰੱਬ ਦੀ ਭਾਲ 'ਚ ਫਜ਼ੂਲ ਭੱਜੇ ਫਿਰਨ ਤੋਂ ਤਾਂ
ਗੁਰੂਆਂ ਨੇ ਸਾਨੂੰ ਇੰਨਾ ਸਮਾਂ ਪਹਿਲਾਂ ਹੀ ਰੋਕ ਦਿੱਤਾ ਸੀ ਤੇ ਹੁਣ ਵੀ। ਚਾਚਾ, ਪਰਿਵਾਰ ਨੂੰ ਛੱਡ ਕੇ ਬਾਹਰ ਉਮਰ ਗਵਾ ਦੇਣਾ ਤੇ ਪਰਿਵਾਰ ਨੂੰ ਦੁੱਖ ਦੇ ਪਹਾੜ ਹੇਠਾਂ ਦੱਬ ਛੱਡਣਾ ਗੁਰਬਾਣੀ ਦੇ ਅਨੁਸਾਰ ਨਹੀਂ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਾਰੀ ਉਮਰ ਪਰਿਵਾਰ ਨੂੰ ਛੱਡ ਕੇ ਕੁਲਦੀਪ ਉਹਦੀ ਗੱਲ ਵਿੱਚੋਂ ਹੀ ਟੋਕ ਦਿੰਦਾ। ਉਹਨਾਂ ਪਰਿਵਾਰ ਨੂੰ ਨਹੀਂ ਸੀ ਛੱਡਿਆ, ਨਹੀਂ ਤਾਂ ਪਿਛਲੀ ਉਮਰੇ ਕਰਤਾਰਪੁਰ 'ਚ ਹਲ ਨਾ ਵਾਹੁੰਦੇ। ਉਹਨਾਂ ਆਪਣੇ ਰੱਬ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਉਦਾਸੀਆਂ ਕੀਤੀਆਂ ਤੇ ਤੇਰੀ ਪਹਿਲ ਰੱਬ ਨੂੰ ਪਾਉਣਾ ਨਹੀਂ, ਘਰ ਨੂੰ ਛੱਡਣਾ ਸੀ। ਉਹਦੀਆਂ ਖਰੀਆਂ ਖਰੀਆਂ ਸੁਣ ਕੇ ਸੰਤਾ ਸਿੰਘ ਦਾ ਗਿਆਨ ਗੂੰਗਾ ਹੋ ਜਾਂਦਾ। ਉਹ ਤਾਂ ਨਾਸਤਿਕ ਸੀ, ਪਰ ਉਹ ਜਦੋਂ ਸੰਤਾ ਸਿੰਘ ਦੇ ਅੰਦਰਲੇ ਨਾਸਤਿਕ ਨੂੰ ਵੀ ਜਗਾ ਦਿੰਦਾ ਤਾਂ ਸੰਤਾ ਸਿੰਘ ਨੂੰ ਕੁਲਦੀਪ ਤੇ ਗੁੱਸਾ ਆਉਂਦਾ। ਉਹਦਾ ਦਿਲ ਕਰਦਾ ਉਸ ਕੋਲ ਹੀ ਨਾ ਹੀ ਆਇਆ ਕਰੇ। ਜਦੋਂ ਦਾ ਆਉਣ ਲੱਗਿਆ ਸੀ, ਉਹਨੇ ਸੰਤਾ ਸਿੰਘ ਦੀ ਇੰਨੇ ਸਾਲਾਂ ਦੀ ਕਮਾਈ ਤੇ ਪਾਣੀ ਫੇਰ ਦਿੱਤਾ ਸੀ। ਪਰ ਕੁਲਦੀਪ ਦੇ ਤੁਰ ਜਾਣ ਤੋਂ ਪਿੱਛੇ ਹੀ ਉਹ ਉਹਨੂੰ ਬੜੇ ਮੋਹ ਨਾਲ ਉਡੀਕਣਾ ਸ਼ੁਰੂ ਕਰ ਦਿੰਦਾ। 3 ਸਾਲਾਂ ਤੋਂ ਅੰਡਰਗਰਾਊਂਡ ਕੁਲਦੀਪ ਚੰਗੀ ਤੇ ਸੋਹਣੀ ਜ਼ਿੰਦਗੀ ਲਈ ਜਦੋਂ ਜੱਦੋ-ਜਹਿਦ ਕਰ ਰਿਹਾ ਸੀ। ਹਰ ਵੇਲੇ ਮੌਤ ਦਾ ਪਰਛਾਵਾਂ ਸਿਰ ਤੇ ਮੰਡਰਾਉਂਦਾ ਰਹਿੰਦਾ, ਪਰ ਉਹ ਹਰ ਵੇਲੇ ਹਸੂੰ ਕਰਦਾ ਰਹਿੰਦਾ। ਕੁਲਦੀਪ ਤੇ ਉਹਦੇ ਸਾਥੀਆਂ ਦੇ ਆਉਣ ਤੇ ਉਹਦੇ ਮਨ ਅੰਦਰ ਸਵਾਲਾਂ ਦਾ ਯੁੱਧ ਛਿੜ ਜਾਂਦਾ, ਪਰ ਉਹ ਹਰ ਸਵਾਲ ਦੀ ਗਿੱਚੀ ਮਰੋੜ ਸੁੱਟੀ ਜਾਂਦਾ ਤੇ ਹੌਲੀ ਫਿਰ ਉਹਦੇ ਅੰਦਰਲਾ ਆਸਤਿਕ ਭਾਰੂ ਹੋ ਜਾਂਦਾ। ਰੱਬ ਨਾਲ ਆਪਣਾ ਸੰਬੰਧ ਉਹ ਫਿਰ ਤੋਂ ਜੋੜ ਲੈਂਦਾ ਤੇ ਰੱਬ ਨਾਲ ਆਪਣੀ ਇਸ ਵਿਚੋਲਗਿਰੀ ਦੇ ਮਾਣ ਵਿੱਚ ਇੱਕ ਦਿਨ ਨਵੀਂ ਸੂਈ ਮੱਝ ਦਾ ਦੁੱਧ ਚੜਾਉਣ ਆਈ ਕਰਮ ਕੌਰ ਲਈ ਅਰਦਾਸ ਕਰਦਿਆਂ ਉਹ ਵਾਹਿਗੁਰੂ ਅੱਗੇ ਸਿਫਾਰਿਸ਼ ਕਰਨ ਰਤਾ ਹੋਰ ਅਗਾਂਹ ਨਿਕਲ ਗਿਆ। ਗਲ 'ਚ ਪਰਨਾ ਲਮਕਾਈ, ਅੱਖਾਂ ਮੁੰਦੀ, ਉਹਦੇ ਮੂੰਹ ਆਪ ਮੁਹਾਰੇ ਬੋਲ ਕਿਰ ਪਏ, ਸੱਚਿਓ ਪਾਤਸ਼ਾਹੋ, ਤੁਹਾਡੇ ਘਰ ਕਿਸੇ ਚੀਜ਼ ਦੀ ਤੋਟ ਨਹੀਂ, ਸਭ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੇ ਹੋ। ਜਿਸ ਤਰ੍ਹਾਂ ਬੀਬੀ ਕਰਮ ਕੌਰ ਨੂੰ ਦੁੱਧ ਦੀ ਦਾਤ ਬਖਸ਼ੀ ਹੈ, ਉਂਝ ਹੀ ਪੁੱਤਰ ਦੀ ਦਾਤ ਬਖਸ਼ ਕੇ ਉਹਦੇ ਸਿਰ ਤੇ ਮਿਹਰ ਦਾ ਹੱਥ ਧਰੋ, ਮੇਰਿਓ ਸਤਿਗੁਰੂ। ਉਹ ਅਰਦਾਸ ਕਰ ਰਿਹਾ ਸੀ ਤੇ ਕਰਮ ਕੌਰ ਬਰਫ਼ ਦੀ ਸਿਲ ਬਣੀ ਖਲੋਤੀ ਸੀ। ਸੰਤਾ ਸਿੰਘ ਦੇ ਧੁਰ ਅੰਦਰੋਂ ਨਿਕਲਦੇ ਬੋਲ ਸੁਣੇ ਤਾਂ ਉਹਨੂੰ ਆਪਣੇ ਅੰਦਰ ਕੁਝ ਕੋਸਾ ਛੂੰਹਦਾ ਮਹਿਸੂਸ ਹੋਇਆ। ਉਹ ਖੁਰ ਰਹੀ ਸੀ, ਬਰਫ਼ ਢਲ ਰਹੀ ਸੀ, ਪਾਣੀ ਵਹਿ ਰਿਹਾ ਸੀ, ਤ੍ਰਿਪ 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 ਤ੍ਰਿਪ। ਅਰਦਾਸ ਖਤਮ ਕਰਕੇ ਮੁਗਧ ਹੋਏ ਸੰਤਾ ਸਿੰਘ ਨੇ ਮੱਥਾ ਟੇਕ ਕੇ ਜਿਉਂ ਹੀ ਮੁੜ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ। ਕਰਮ ਕੌਰ ਦੋਹਾਂ ਹੱਥਾਂ 'ਚ ਮੂੰਹ ਛੁਪਾਈ ਰੋ ਰਹੀ ਸੀ। ਉਹ ਇੱਕ ਪਲ ਠੰਬਰ ਕੇ ਖੜੋਤਾ ਰਿਹਾ। ਉਹਨੂੰ ਇਸ ਗੱਲ ਦੀ ਆਸ ਨਹੀਂ ਸੀ। ਉਹ ਰੋਣੋਂ ਚੁੱਪ ਹੀ ਨਹੀਂ ਸੀ ਕਰ ਰਹੀ ਤੇ ਸੰਤਾ ਸਿੰਘ ਨੂੰ ਸੁੱਝ ਨਹੀਂ ਸੀ ਰਹੀ ਕਿ ਕੀ ਕਰੇ। ਚੁੱਪ ਕਰੋ ਬੀਬੀ, ਸਤਿਗੁਰੂ ਭਲੀ ਕਰੇਗਾ, ਕਹਿ ਕੇ ਉਹਨੇ ਡੋਲ ਵਾਲਾ ਦੁੱਧ ਹੌਲੀ ਜਿਹੀ ਇੱਕ ਲੋਹ ਬਾਟੇ 'ਚ ਪਾ ਕੇ ਉਹਨੂੰ ਪੀੜਾ ਸਾਹਿਬ ਹੇਠਾਂ ਰੱਖ ਦਿੱਤਾ। ਥੋੜਾ ਜਿਹਾ ਦੁੱਧ ਪ੍ਰਸ਼ਾਦ ਵਜੋਂ ਡੋਲ 'ਚ ਛੱਡਦਿਆਂ ਉਹ ਡੋਲ ਫੜਾਉਣ ਕਰਮ ਕੌਰ ਵੱਲ ਵਧਿਆ। ਬਾਬਾ ਜੀ, ਕਰਮ ਕੌਰ ਉਹਨੂੰ ਕੋਲ ਆਇਆ ਵੇਖ ਕੇ ਫਿਰ ਫੁੱਟ ਪਈ ਤੇ ਉਹਦੇ ਮੋਢੇ ਤੇ ਉਲਰ ਗਈ। ਅਚੇਤ ਹੀ ਸੰਤਾ ਸਿੰਘ ਦਾ ਹੱਥ ਉੱਠਿਆ ਤੇ ਕਰਮ ਕੌਰ ਦੇ ਸਿਰ ਤੇ ਚਲਾ ਗਿਆ। ਗੁਰੂ ਦਏਗਾ ਬੀਬੀ, ਗੁਰੂ, ਉਹਦੇ ਘਰ ਸਭ ਕੁਝ ਹੈ। ਅਜੇ ਬੋਲ ਉਹਦੇ ਮੂੰਹ ਵਿੱਚ ਹੀ ਸਨ ਕਿ ਕਰਮ ਕੌਰ ਸਿਰ ਹਿਲਾਉਂਦੀ ਚੀਕ ਉੱਠੀ, ਨਹੀਂ, ਮੈਨੂੰ ਕਿਸੇ ਗੁਰੂ ਨੇ ਕੁਝ ਨਹੀਂ ਦੇਣਾ, ਕਿਸੇ ਗੁਰੂ ਨੇ, ਮੇਰੇ ਕਰਮਾਂ 'ਚ ਹੀ ਕੁਝ ਨਹੀਂ। ਸੰਤਾ ਸਿੰਘ ਅਜੀਬ ਉਲਝਣ 'ਚ ਫਸ ਗਿਆ ਸੀ। ਉਹਨੂੰ ਚੁੱਪ ਕਰਾਉਣਾ ਚਾਹੁੰਦਾ ਸੀ। ਉਹਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਨੇ ਡੋਲ ਰੱਖ ਕੇ ਕਰਮ ਕੌਰ ਦੇ ਦੋਵੇਂ ਡੋਲੇ ਘੁੱਟ ਲਏ ਸਨ। ਪੋਲੇ ਮਾਸ ਵਿੱਚ ਉਹਦੀਆਂ ਉਂਗਲਾਂ ਖੁੱਭ ਗਈਆਂ। ਮਾਦਕਤਾ ਦੀ ਇੱਕ ਝਰਨਾਟ ਉਹਦੇ ਜਿਸਮ ਅੰਦਰ ਬਿਜਲੀ ਦੇ ਕਰੰਟ ਵਾਂਗ ਦੌੜ ਗਈ। ਉਹਦਾ ਦਿਲ ਕੀਤਾ ਇੱਕ ਵਾਰ ਹੱਥ ਢਿੱਲੇ ਛੱਡ ਕੇ ਫਿਰ ਉਹਦੇ ਡੋਲਿਆਂ ਨੂੰ ਘੁੱਟੇ, ਫਿਰ ਛੱਡੇ, ਫਿਰ ਘੁੱਟੇ, ਫਿਰ ਤੇ ਇੰਜ ਉਂਗਲਾਂ ਰਾਹੀਂ ਆਪਣੇ ਜਿਸਮ ਅੰਦਰ ਹੌਲੀ ਰਚਦੇ ਸ਼ਹਿਦ ਦੇ ਸਵਾਦ ਦਾ ਆਨੰਦ ਮਾਣੇ। ਪਰ ਉਹ ਤਾਂ ਉਹਨੂੰ ਦਿਲਾਸਾ ਦੇ ਰਿਹਾ ਸੀ, ਇੱਕ ਪਰਾਈ, ਦੁਖੀ ਤੇ ਨਿਰਾਸ਼ ਔਰਤ ਨੂੰ। ਉਹਦੇ ਹੱਥ ਉਹਦੇ ਡੋਲਿਆਂ 'ਚ ਇੰਨੇ ਖੁੱਭ ਗਏ ਸਨ ਕਿ ਨਿਕਲਣਾ ਨਹੀਂ ਸਨ ਚਾਹੁੰਦੇ, ਜਿਵੇਂ ਉਹਨਾਂ ਨੂੰ ਕਿਸੇ ਤਾਕਤ ਨੇ ਮਾਸ 'ਚ ਜਕੜ ਲਿਆ ਸੀ। ਬੜੇ ਯਤਨ ਨਾਲ ਉਹਨੇ ਆਪਣੇ ਹੱਥਾਂ ਨੂੰ ਸਤਨਾਮ ਵਾਹਿਗੁਰੂ ਕਹਿੰਦਿਆਂ ਤੋੜ ਕੇ ਉਸਦੇ ਮਾਸ ਨਾਲੋਂ ਇੰਜ ਲਾਇਆ ਜਿਵੇਂ ਜਿਸਮ ਨਾਲੋਂ ਜੋਕ ਲਾਈਦੀ ਹੈ। ਹੌਲੀ ਕਰਮ ਕੌਰ ਵੀ ਥੰਮ ਗਈ। ਚੁੰਨੀ ਨਾਲ ਅੱਥਰੂ ਪੂੰਝੇ, ਕੱਪੜੇ ਦੀ ਰਗੜ ਨਾਲ ਰੋ ਕੇ ਪਹਿਲਾਂ ਹੀ ਲਾਲ ਹੋਇਆ ਚਿਹਰਾ ਸੂਰਜ ਵਾਂਗ ਮੱਗ ਰਿਹਾ ਸੀ। ਸੰਤਾ ਸਿੰਘ ਦਾ ਅੰਦਰ ਬੋਲ ਰਿਹਾ ਸੀ, ਮੈਨੂੰ ਬੜੇ ਚਿਰ ਤੋਂ ਬੰਦ ਦਾਣੇ ਵਾਂਗ ਪਏ ਨੂੰ ਆਪਣੀ ਸੇਕ 'ਚ ਪਾ ਕੇ ਭੁੰਨ ਲੈ, ਭੱਠੀ 'ਚ ਤਪਦੀ ਰੇਤ 'ਚ ਭੁੱਜਦੀ ਮੱਕੀ ਦੇ ਜਿਵੇਂ ਫੁੱਲੇ ਖਿੜਦੇ ਹਨ, ਮੈਨੂੰ ਖਿੜ ਲੈਣ ਦੇ। ਪਰ ਉਹਦੇ ਬੁੱਲ ਕਹਿ ਰਹੇ ਸਨ, ਬੀਬੀ ਵਾਹਿਗੁਰੂ 'ਚ ਭਰੋਸਾ ਰੱਖੋ। ਉਹ ਨੀਲੀ ਛੱਤ ਵਾਲਾ ਬੇਅੰਤਾ, ਉਹਦੀਆਂ ਕੁਦਰਤਾਂ ਤੋਂ ਬਲਿਹਾਰੇ, ਉਹ ਸੁੱਕੇ ਬਾਗ ਹਰੇ ਕਰਨ ਵਾਲਾ,
ਉਹ ਇਹਨਾਂ ਸਾਹ ਸਤਹੀਣ ਵਾਕਾਂ ਦੀ ਪੂਛ ਫੜ ਕੇ ਭਵਸਾਗਰ ਉਲੰਘਣ ਦੇ ਯਤਨ 'ਚ ਸੀ ਕਿ ਕਰਮ ਕੌਰ ਦੇ ਬੋਲ ਉਹਦੇ ਕੰਨਾਂ 'ਚ ਕੁੰਡੀਆਂ ਵਾਂਗ ਖੁੱਭ ਗਏ। ਬਾਬਾ ਜੀ, ਪਾਣੀਆਂ ਬਿਨਾਂ ਸੁੱਕੇ ਬਾਗ ਕਿੱਥੇ ਹਰੇ ਹੋਏ। ਉਹ ਇੰਨਾ ਕਹਿ ਕੇ ਚੁੱਪ ਹੋ ਗਈ। ਸੰਤਾ ਸਿੰਘ ਇਸ ਇਕੱਲੇ ਨਿੱਕੇ ਵਾਕ ਦੇ ਜੰਗਲ 'ਚ ਗੁਆਚਾ ਇੱਧਰ ਉੱਧਰ ਦੌੜਦਾ ਹੱਫ ਰਿਹਾ ਸੀ ਕਿ ਦੰਦਾਂ ਨਾਲ ਉਂਗਲਾਂ 'ਚ ਚਿੱਥਦੀ ਕਰਮ ਕੌਰ ਪਤਾ ਨਹੀਂ ਕਿਹੜੇ ਰੌਣ 'ਚ ਉਹਨੂੰ ਕਹਿ ਗਈ, ਜੀ ਅਸੀਂ ਡਾਕਟਰਾਂ ਨੂੰ ਵਿਖਾਇਆ ਸੀ ਦੋਹਾਂ ਜੀਆਂ ਨੇ, ਮੈਨੂੰ ਤਾਂ ਕੋਈ ਨੁਕਸ ਨਹੀਂ ਨਿਕਲਿਆ, ਪਰ ਉਹਨਾਂ ਪਤਾ ਨਹੀਂ ਕਿੰਨੇ ਜ਼ੋਰ ਨਾਲ ਥਿੜਕਵੇਂ ਟੁੱਟਵੇਂ ਬੋਲਾਂ ਦਾ ਪਹਾੜ ਉਹਨੇ ਆਪਣੇ ਹੋਠਾਂ ਤੋਂ ਥੱਲੇ ਰੇੜ ਦਿੱਤਾ ਤੇ ਫਿਰ ਇਹਨਾਂ ਬੋਲਾਂ ਦਾ ਖੜਾਕ ਉਹਨਾਂ ਦੋਹਾਂ ਦੇ ਕੰਨਾਂ 'ਚ ਦੇਰ ਤੱਕ ਗੜਗੜਾਹਟ ਪਾਉਂਦਾ ਗੂੰਜਦਾ ਰਿਹਾ। ਇਸ ਚੁੱਪ ਕੀਤੇ ਸ਼ੋਰ 'ਚ ਚਿਹਰੇ ਤੇ ਉਦਾਸੀ ਚਿਪਕਾਈ ਕਰਮ ਕੌਰ ਹੌਲੀ ਜੀ ਉੱਠੀ ਤੇ ਦੁੱਧ ਵਾਲਾ ਡੋਲ ਫੜ ਕੇ ਪੋਲੇ ਕਦਮੀ ਪਿੰਡ ਨੂੰ ਤੁਰ ਪਈ। ਉਹਨੂੰ ਪਤਾ ਹੀ ਨਾ ਲੱਗਾ ਕਦੋਂ ਉਹ ਕਰਮ ਕੌਰ ਦੀਆਂ ਪੈੜਾਂ ਤੇ ਪੈਰ ਟਿਕਾਉਂਦਾ ਹੋਇਆ ਗੁਰਦੁਆਰੇ ਦੇ ਅਹਾਤੇ ਤੋਂ ਬਾਹਰ ਝੋਨੇ ਦੇ ਖੇਤ ਦੀ ਵੱਟ ਤੇ ਆਣ ਖੜੋਤਾ ਸੀ। ਮੀਂਹ ਨਾ ਪੈਣ ਕਰਕੇ ਝੋਨੇ ਦੀ ਪੈਲੀ 'ਚ ਤਰੀੜਾਂ ਪੈ ਕੇ ਧਰਤੀ ਪਾਟ ਗਈ ਸੀ ਤੇ ਮਿੱਟੀ ਤੇ ਖਲੇਪੜ ਉਛੜੇ ਪਏ ਸਨ। ਧਰਤੀ ਦੀ ਸਾਰੀ ਪਿਆਸ ਸਿਰ ਸੁੱਟੀ ਖੜੋਤੇ ਕੁਮਲਾਈ ਬੂਟਿਆਂ ਦੇ ਬੁੱਲਾਂ ਤੇ ਆ ਟਿਕੀ ਸੀ। ਉਹਨੂੰ ਲੱਗਾ ਉਹ ਬਾਹਰਲੇ ਸੇਕ ਤੇ ਅੰਦਰਲੇ ਹੁਮਸ ਨਾਲ ਜ਼ਮੀਨ ਵਾਂਗ ਪਾਟ ਜਾਏਗਾ, ਫੁੱਟ ਕੇ ਖਖੜੀਆਂ ਹੋ ਜਾਏਗਾ। ਉਸ ਤੇ ਕਿਧਰੋਂ ਦੋ ਬੂੰਦਾਂ ਪਾਣੀ ਦੀਆਂ ਡਿੱਗਦੀਆਂ। ਉਹ ਇਹ ਕਿਹੜੀਆਂ ਬੂੰਦਾਂ ਮੰਗ ਰਿਹਾ ਸੀ। ਝੋਨੇ 'ਚ ਥਾਂ ਥਾਂ ਤੇ ਘਾਹ ਤੇ ਨਦੀਨ ਦੇ ਬੂਟੇ ਉੱਗੇ ਸਨ, ਜਿਨ੍ਹਾਂ ਨੇ ਉਂਝ ਵੀ ਝੋਨੇ ਨੂੰ ਨੱਪ ਲੈਣਾ ਸੀ। ਅਸਲ 'ਚ ਨਦੀਨ ਤਾਂ ਉਹਦੇ ਅੰਦਰ ਸੀ, ਵੱਧਦਾ ਆ ਰਿਹਾ, ਪਸਰਦਾ ਜਾ ਰਿਹਾ। ਧੁਰ ਅੰਦਰ ਡੂੰਘੀਆਂ ਜੜ੍ਹਾਂ ਜਮਾਈ ਬੈਠਾ। ਇੱਕ ਬੂਟਾ ਫੁੱਟਦਾ ਸੀ ਤਾਂ ਜੜ੍ਹ ਹੇਠੋਂ ਫਿਰ ਕਈ ਗੰਢਾਂ ਫੁੱਟ ਪੈਂਦੀਆਂ ਸਨ। ਉਹਦੇ ਅੰਦਰਲੀ ਸ਼ਾਂਤੀ ਰੱਬ ਦੇ ਪਿਆਰ ਤੇ ਪ੍ਰਾਪਤੀ ਦੀ ਫਸਲ ਮੰਨਦੀ ਪੈਂਦੀ ਜਾ ਰਹੀ ਸੀ। ਉਸ ਕਲਪਨਾ ਕੀਤੀ ਝੋਨੇ ਵਿੱਚੋਂ ਸਾਰਾ ਨਦੀਨ ਪੁੱਟਿਆ ਜਾਵੇ ਰੰਬੇ ਨਾਲ ਖੋਦ ਕੇ, ਤੇ ਫਿਰ ਰੱਜਵਾਂ ਮੀਂਹ ਪਏ, ਸੂਏ ਜਾਂ ਬੰਬੀ ਦਾ ਡੋਬਵਾਂ ਪਾਣੀ ਲੱਗ ਜਾਏ ਤਾਂ ਕੈਸਾ ਰਹੇ। ਚਾਹਨਾ ਨੇ ਕਾਮਨਾ ਦਾ ਨਦੀਨ ਮਨ ਵਿੱਚੋਂ ਪੁੱਟ ਕੇ ਉਸ ਸੋਚਿਆ, ਮੇਰੇ ਤੇ ਕਾਹਦਾ ਮੀਂਹ ਪਵੇ, ਮੈਨੂੰ ਕਾਹਦਾ ਡੋਬਾ ਆਵੇ। ਸੱਚੇ ਪਾਤਸ਼ਾਹ ਦੇ ਮਿਲਣ ਦਾ ਉਹ ਕੰਬ ਗਿਆ। ਨਾ ਉਹਦੀਆਂ ਅੱਖਾਂ ਅੱਗੇ ਬਾਬਾ ਨਾਨਕ ਆਉਂਦਾ ਸੀ ਤੇ ਨਾ ਹੀ ਕਲਗੀਆਂ ਵਾਲਾ ਪਾਤਸ਼ਾਹ। ਉਹ ਘੁੱਟ ਕੇ ਅੱਖਾਂ ਮੀਟਦਾ, ਇਹਨਾਂ ਤਸਵੀਰਾਂ ਨੂੰ ਅੱਖਾਂ ਵਿੱਚ ਖਲਿਆਰੀ ਰੱਖਣ ਦਾ ਯਤਨ ਕਰਦਾ, ਪਰ ਤਸਵੀਰਾਂ ਸਨ ਕਿ ਪਲ ਵਿੱਚ ਉਹਦੀਆਂ ਅੱਖਾਂ ਅੱਗੋਂ ਤਿਲਕ ਜਾਂਦੀਆਂ ਸਨ ਤੇ ਸਾਹਮਣੇ ਕਰਮ ਕੌਰ ਦਾ ਮਗਦਾ ਚਿਹਰਾ ਖਲੋਂਦਾ। ਸੱਚਿਆ ਪਾਤਸ਼ਾਹ, ਤੂੰ ਹੀ ਹੱਥ ਦੇ ਕੇ ਰੱਖਿਆ ਕਰੀ। ਉਹ ਡਰ ਕੇ ਕੰਬ ਗਿਆ। ਉਹ ਕਿਹੜੇ ਵਹਿਣ 'ਚ ਪੈ ਗਿਆ ਸੀ, ਰੁੜਦਾ ਜਾ ਰਿਹਾ ਸੀ। ਹਨੇਰੀ ਰਾਤ 'ਚ ਜਿਵੇਂ ਬਿਜਲੀ ਲਿਸ਼ਕੀ। ਕੰਢੇ ਤੇ ਕਰਮ ਕੌਰ ਖਲੋਤੀ ਸੀ, ਹੱਸਦੀ ਹੋਈ, ਇਸ਼ਾਰੇ ਕਰਦੀ ਹੋਈ ਕਿ ਹੌਸਲਾ ਰੱਖ, ਮੈਂ ਆਈ। ਦੂਜੇ ਪਲ ਉਹ ਭਿੱਜੇ ਹੋਏ ਦੂਜੇ ਕੰਢੇ ਤੇ ਖੜੇ ਸਨ, ਹੱਸ ਰਹੇ ਸਨ ਖਿੜਖਿੜਾ ਕੇ। ਉਹ ਹੈਰਾਨ ਹੋ ਕੇ ਵੇਖਿਆ, ਇਹ ਹਾਸਾ ਕਿਸੇ ਔਰਤ ਦਾ ਤਾਂ ਨਹੀਂ ਸੀ, ਇਹ ਤਾਂ ਕਿਸੇ ਕੰਜ ਕੁਆਰੀ ਦਾ ਟੁਣਕਦਾ ਹਾਸਾ ਸੀ, ਜਿਹੜਾ ਉਹਦੇ ਮਨ ਦੇ ਪਿਛਲੇ ਅੰਦਰ ਇੱਕ ਉਮਰ ਤੋਂ ਖਣਕਦਾ ਆ ਰਿਹਾ ਸੀ। ਇਹ ਤਾਂ ਬਚਨੀ ਸੀ। ਕੱਚੇ ਘਰਾਂ ਨੂੰ ਲਿਪਣ ਲਈ ਉਹਦੀ ਮਾਂ ਨੇ ਗੁਆਂਢੋਂ ਉਹਦੀ ਹਾਨਣ ਬਚਨੀ ਨੂੰ ਆਪਣੇ ਨਾਲ ਲਾਇਆ ਸੀ। ਉਹ ਦੋਹਾਂ ਨੂੰ ਪਿਛਵਾੜੇ ਬਣਾਈ ਕਹਾਣੀ ਬਾਲਟਿਆਂ 'ਚ ਪਾ ਕੇ ਕੋਠੇ ਤੇ ਪਹੁੰਚਾਉਂਦਾ ਸੀ। ਅਚਾਨਕ ਨੈਣ ਕਿਸੇ ਘਰੋਂ ਭਾਜੀ ਲੈ ਕੇ ਆ ਗਈ। ਮਾਂ ਭਾਜੀ ਲੈਣ ਤੇ ਨੈਣ ਨੂੰ ਦਾਣੇ ਪਾਉਣ ਹੇਠਾਂ ਉਤਰ ਗਈ। ਉਹ ਸੋਚਿਆ, ਮਾਂ ਦੇ ਆਉਂਦਿਆਂ ਤੱਕ ਰਹਿੰਦੀ ਕਹਾਣੀ ਨੂੰ ਲੱਤ ਮਾਰ ਕੇ ਸਵਾਰਿਆ ਕਰ ਲਏ। ਬਚਨੀ ਨੇ 2 ਵਾਰ ਬਨੇਰੇ ਤੋਂ ਸਿਰ ਨਵਾ ਕੇ ਵੇਖਿਆ। ਉਹ ਆਪਣੇ ਧਿਆਨ ਕਹਾਣੀ ਨੂੰ ਗੋਡੀ ਕਰਨ ਰੁੱਝਾ ਹੋਇਆ ਸੀ। ਪਸੀਨੇ 'ਚ ਗੁੜਚ ਬਚਨੀ ਨੇ ਪਹਿਲਾਂ ਵਿਹੜੇ 'ਚ ਵੇਖਿਆ, ਮਾਂ ਨੈਣ ਨਾਲ ਗੱਲਾਂ ਰੁੱਝੀ ਸੀ। ਬਚਨੀ ਨੇ ਇੱਕ ਵਾਰ ਫੇਰ ਆਸੇ-ਪਾਸੇ ਵੇਖਿਆ ਤੇ ਲੱਕੜ ਦੀ ਪੌੜੀ ਰਾਹੀਂ ਪੋਲੇ ਕਦਮੀ ਉਤਰਦੀ ਉਹਦੀ ਪਿੱਠ ਪਿੱਛੇ ਆ ਖੜੋਤੀ। ਸੰਤੇ ਨੂੰ ਕੋਈ ਖਬਰ ਨਹੀਂ ਸੀ। ਬਚਨੀ ਨੇ ਚੁਪਕੇ ਜਿਹੇ ਗਿੱਲੀ ਮਿੱਟੀ ਦਾ ਰੁੱਗ ਫੜਿਆ ਤੇ ਪਿੱਛੋਂ ਬਾਂਹ ਵਧਾ ਕੇ ਉਹਦੀ ਸੱਜੀ ਗੱਲ੍ਹ ਤੇ ਮਲ ਦਿੱਤਾ। ਉਹਨੇ ਭਵੱਤਰ ਕੇ ਮੂੰਹ ਪਿਛਾਂਹ ਕੀਤਾ ਤਾਂ ਬਚਨੀ ਹੱਥ ਤੇ ਹੱਥ ਮਾਰ ਕੇ ਹੱਸ ਰਹੀ ਸੀ ਤੇ ਉਹਦੀਆਂ ਹਰੇ ਰੰਗ ਦੀਆਂ ਮਿੱਟੀ ਲਿਬੜੀਆਂ ਕੱਚ ਦੀਆਂ ਚੂੜੀਆਂ ਇੱਕ ਲੈ 'ਚ ਟੁਣਕ ਰਹੀਆਂ ਸਨ। ਉਹ ਹੱਸੀ ਜਾ ਰਹੀ ਸੀ ਤੇ ਉਹ ਮਹਿਸੂਸ ਕਰ ਰਿਹਾ ਸੀ ਕਿ ਉਹਦੀਆਂ ਨਾੜਾਂ ਵਿੱਚ ਕਿਸੇ ਨੇ ਲਹੂ ਨੂੰ ਉਬਾਲ ਕੇ ਪਲਟ ਦਿੱਤਾ ਹੋਵੇ। ਉਹਦੇ ਜਿਸਮ ਦੇ ਲੂੰ ਵਿਸਮਾਦੀ ਅਵਸਥਾ 'ਚ ਖੜੇ ਹੋ ਗਏ। ਪੁੱਛ ਰੋ ਨਾ ਪਵੀਂ, ਹੱਸਦੀ ਹੋਈ ਬਚਨੀ ਨੇ ਉਹਨੂੰ ਡੌਰ ਭੌਰ ਵੇਖ ਕੇ ਕਿਹਾ, ਲਿਆ ਮੈਂ ਪੂੰਝ ਦਿਆਂ, ਲਿਆ ਬੜਾ ਬੀਬਾ। ਉਹਨੇ ਅੱਗੇ ਵੱਧ ਕੇ ਮਿੱਟੀ ਨਾਲ ਲਿਬੜੇ ਦੋਵਾਂ ਹੱਥਾਂ ਨਾਲ ਉਹਦੀਆਂ ਦੋਵੇਂ ਗੱਲਾਂ ਘੁੱਟ ਲਈਆਂ। ਉਸ ਅੰਦਰ ਹਜ਼ਾਰਾਂ ਬਿਜਲੀਆਂ ਚਕਾਚੌਂਧ ਫੈਲਾਉਂਦੀਆਂ ਉਹਦੀਆਂ ਚਰਨਾਟਾਂ ਛੇੜ ਗਈਆਂ। ਇਹ ਚਾਹੁੰਦੇ ਹੋਏ ਵੀ ਕਿ ਇਹ ਹੱਥ ਉਸ ਤਰ੍ਹਾਂ ਹੀ ਉਹਦੀਆਂ ਗੱਲਾਂ ਤੇ ਟਿਕੇ ਰਹਿਣ, ਉਹਨੇ ਉਹਦੇ ਹੱਥ ਲਾਉਣ ਲਈ ਹੱਥ ਉਤਾਂਹ ਕੀਤਾ ਸੀ ਕਿ ਬਚਨੀ ਉਈ ਨਾ ਭਾਊ ਵਾਰਿਆ
ਮੈਨੂੰ ਹੱਥ ਨਾ ਲਾਈ, ਮੈਲੀ ਕਰ ਦੇਂਗਾ, ਕਰਦੀ ਹੱਸਦੀ ਹੋਈ ਬੁੜਕ ਕੇ ਪਿੱਛੇ ਹਟ ਗਈ। ਮਸਤੀ 'ਚ ਆਏ ਨੇ ਕਹਾਣੀ 'ਚ ਪਾਉਣ ਲਈ ਭਰ ਕੇ ਰੱਖੀ ਬਾਲਟੀ 'ਚੋਂ ਗਲਾਸ ਭਰ ਕੇ ਉਹਦੇ ਚਿਹਰੇ 'ਤੇ ਛਿੱਟੇ ਮਾਰਨੇ ਸ਼ੁਰੂ ਕਰਤੇ। ਲੈ ਮੈਲੀਆਂ ਤਾਂ ਧੋ ਦਈਏ। ਉਹਦੇ ਮੂੰਹ 'ਤੇ ਛਿੱਟੇ ਮਾਰ ਰਿਹਾ ਸੀ ਤੇ ਵਾਰੀ-ਵਾਰੀ ਦੋਹਾਂ ਮੋਢਿਆਂ ਨਾਲ ਆਪਣੀਆਂ ਗੱਲਾਂ 'ਤੇ ਲੱਗੀ ਮਿੱਟੀ ਵੀ ਪੂੰਝ ਰਿਹਾ ਸੀ। ਬਚਨੀ ਦੇ ਕੱਕੇ ਵਾਲਾਂ 'ਚ ਪਾਣੀ ਦੀਆਂ 2 ਬੂੰਦਾਂ ਟੱਕੇ ਲਿਸ਼ਕ ਰਹੀਆਂ ਸਨ ਤੇ ਚਿਹਰੇ ਤੋਂ ਹੁੰਦੀ ਪਾਣੀ ਦੀ ਧਾਰ ਉੱਥੇ ਉਹਦੇ ਸਰੀਰ 'ਤੇ ਤਿਲਕ ਆਈ ਸੀ। ਨੀ ਬਚਨੋ, ਕਿੱਧਰ ਉੱਡ ਗਈ ਏ ਨੇਰੀਏ? ਕੋਠੇ 'ਤੇ ਆਉਂਦਿਆਂ ਮਾਂ ਨੇ ਆਵਾਜ਼ ਦਿੱਤੀ। ਕੁਝ ਨਹੀਂ ਚਾਚੀ, ਅੱਖਾਂ 'ਚ ਮਿੱਟੀ ਜੀ ਪੈ ਗਈ ਸੀ, ਪਾਣੀ ਦਾ ਛਿੱਟਾ ਮਾਰਨ ਉਤਰੀ ਸੀ। ਬਚਨੀ ਨੇ ਹੇਠੋਂ ਆਵਾਜ਼ ਦਿੱਤੀ ਤੇ ਛੇਤੀ ਨਾਲ ਚੁੰਨੀ ਨਾਲ ਮੂੰਹ ਪੂੰਝ ਕੇ ਆਪਣੇ ਖੱਬੇ ਹੱਥ 'ਤੇ ਪੋਲਾ ਜਿਹਾ ਸੱਜਾ ਹੱਥ ਮਾਰ ਕੇ ਸੱਜੇ ਅੰਗੂਠੇ ਨੂੰ ਖੜਾ ਕਰਕੇ ਇੱਡੂ ਵਿਖਾਉਂਦੀ ਤੇ ਆਈ ਦੰਦੀਆਂ ਖਰਾਉਂਦੀ ਪੌੜੀ ਚੜ੍ਹ ਗਈ। ਉਹ ਕੋਠੇ 'ਤੇ ਮਿੱਟੀ ਦਾ ਬਾਲਣਾ ਸੁੱਟਣ ਗਿਆ ਤਾਂ ਪੌੜੀ ਦੇ ਡੰਡਿਆਂ ਤੋਂ ਉਹਦਾ ਪੈਰ ਚੁੱਕਣ ਨੂੰ ਦਿਲ ਨਹੀਂ ਸੀ ਕਰਦਾ। ਇਹਨਾਂ ਡੰਡਿਆਂ ਤੋਂ ਹੁਣੇ ਬਚਨੀ ਲੰਘ ਕੇ ਗਈ ਸੀ ਤੇ ਅਜੇ ਵੀ ਜਿਵੇਂ ਉੱਥੇ ਉਸਦੇ ਪੈਰਾਂ ਦੀ ਛੋਹ ਤਾਜ਼ਾ ਸੀ। ਉਹਨੇ ਮਿੱਟੀ ਭਰਿਆ ਬਾਲਟਾ ਉਲੱਦਿਆ ਤਾਂ ਬਚਨੀ ਚੋਹ ਰੱਖੀ ਉਸ ਵੱਲ ਵੇਖ ਰਹੀ ਸੀ। ਚਾਚੀ ਇੰਜ ਦੀ ਮਲਾਈ ਵਰਗੀ ਕਹਾਣੀ ਹੋਵੇ। ਉਹਨੇ ਹੱਥ ਨਾਲ ਮਿੱਟੀ ਨੂੰ ਤਲੀ ਦੇ ਕੇ ਬਾਂਹ ਚੁੱਕ ਕੇ ਹਰੀਆਂ ਚੂੜੀਆਂ ਛਣਕਾਈਆਂ ਤੇ ਤਲੀ ਨਾਲ ਇੰਜ ਘੁੱਟ ਕੇ ਹਰ ਸਾਲ ਲੈ ਦਿੱਤਾ ਜਾਵੇ ਤਾਂ ਕੱਚੇ ਕੋਠੇ 100 ਸਾਲ ਨਹੀਂ ਢਹਿੰਦੇ। ਸਰਦਾਰਾਂ ਦੀ ਢਾਰੀ ਢਹਿ ਜੂ, ਇਹ ਨਹੀਂ ਲਈਦੇ, ਬਸ ਇੰਜ ਦਾ ਲੈ ਆਉਂਦਾ ਰਹੇ। ਨਹੀਂ ਗੱਲਾਂ ਨਾ ਬਣਾ ਜਿਉਣ ਜੋਗੀਏ, ਮਾਂ ਕਹਿ ਰਹੀ ਸੀ ਤੇ ਉਹ ਖਲੋਤਾ ਨਿੱਕੀ ਨਿੱਕੀ ਬਰੀਕ ਲੂਈ ਵਾਲੀ ਜਾਨਦਾਰ ਬਾਂਹ 'ਤੇ ਛਣਕਦੀਆਂ ਚੂੜੀਆਂ ਵੇਖਦਾ ਮਿੱਟੀ ਨੂੰ ਦਿੱਤੀ ਜਾ ਰਹੀ ਤਲੀ ਨੂੰ ਨਿਹਾਰ ਰਿਹਾ ਸੀ। ਇਹ ਤਲੀ ਉਹਦੀ ਸੱਜੀ ਗੱਲ 'ਤੇ ਫਿਰ ਰਹੀ ਸੀ, ਘੁੱਟਦੀ ਹੋਈ, ਪਲੋਸਦੀ ਹੋਈ, ਠੰਡ ਪਾਉਂਦੀ ਹੋਈ। ਉਹ ਸਿਰ ਝਟਕਾ ਕੇ ਬਾਲਟਾ ਫੜੀ ਪੌੜੀਆਂ ਉਤਰ ਗਿਆ, ਇਸ ਧੁੰਦਲੀ ਜਿਹੀ ਆਸ ਨਾਲ ਕਿ ਹੁਣ ਪੌੜੀਆਂ ਉਤਰ ਕੇ ਉਹ ਉਸ ਕੋਲ ਫੇਰ ਆਏਗੀ ਤੇ ਫੇਰ। ਪਰ ਉਹ ਇੱਕ ਵਾਰ ਪੌੜੀਆਂ ਚੜ੍ਹ ਕੇ ਫੇਰ ਨਾ ਉਤਰੀ। ਕੁਝ ਦਿਨਾਂ ਪਿੱਛੋਂ ਜਦੋਂ ਉਹ ਆਪਣੀਆਂ ਭੈਣਾਂ ਨਾਲ ਆਪਣੇ ਕੋਠੇ ਲਿਪ ਰਹੀ ਸੀ, ਪੋਚੇ ਫੇਰ ਰਹੀ ਸੀ ਤਾਂ ਮਾਂ ਨੇ ਦੱਸਿਆ ਬਚਨੀ ਦਾ ਅਗਲੇ ਮਹੀਨੇ ਵਿਆਹ ਹੈ। ਸੁਣਿਆ ਬੜਾ ਸੌਖਾ ਘਰ ਆ, ਤਗੜੇ ਬੰਦੇ ਦੱਸੀਂਦੇ ਨੇ। ਬਚਨੀ ਦੇ ਬਾਪੂ ਦਾ ਵੀ ਨਖਾਫਣਿਆਂ ਨਾਲ ਬੜੇ ਚਿਰ ਤੋਂ ਪਹਿਲੀ ਦਾ ਝਗੜਾ ਹੈ। ਕਈ ਵਾਰ ਲੜਾਈਆਂ ਹੋਈਆਂ, ਫੇਰ ਵੀ ਇਕੱਲਾ ਬੰਦਾ ਵਾਰਾ ਸਾਰਾ ਲਈ ਜਾਂਦਾ ਹੈ। ਮੁੰਡੇ ਤਾਂ ਅਜੇ ਊਂ ਛੋਟੇ ਆ, ਤਗੜੇ ਰਿਸ਼ਤੇਦਾਰ ਬਾਹਵਾਂ ਹੁੰਦੇ ਨੇ ਵੀਰਾ। ਬਚਨੀ ਮਾਕੋਵਾਲ ਦੇ ਚਿੱਟੇ ਪੋਚੇ ਚੋਂ ਤਲੀਆਂ ਭਿਉਂ ਕੇ ਆਪਣੀ ਗੋਹਾ ਰੋਲੀ ਫਿਰੀ ਕੱਚੀ ਕੰਧ 'ਤੇ ਇੱਕ ਸੇਧ ਵਿੱਚ ਪੰਜੇ ਲਾਈ ਜਾ ਰਹੀ ਸੀ। ਅੜੀਏ ਬਹੁਤਾ ਇਹਨਾਂ ਕੰਧਾਂ ਨੂੰ ਸਜਾਈ ਜਾ। ਚਾਚੀ, ਲੋਕੀ ਗੂਠਾ ਲਾ ਕੇ ਕਰਾਰਨਾਮਾ ਕਰਦੇ ਆ, ਮੈਂ ਪੰਜਾ ਲਾ ਕੇ ਕਰਾਰਨਾਮਾ ਲਿਖਤਾ। ਉਹ ਸ਼ਰਮਾ ਕੇ ਚੁੱਪ ਕਰ ਗਈ ਤੇ ਅਰਕ ਨਾਲ ਚੁੱਕ ਕੇ ਚੁੰਨੀ ਮੂੰਹ 'ਚ ਪਾ ਲਈ। ਨੀ ਕਾਹਦਾ ਕਰਾਰਨਾਮਾ? ਤੁਹਾਡਾ ਪਿੰਡ ਛੱਡਣ ਦਾ ਚਾਚੀ। ਤੇ ਉਹ ਪਰੋਲੇ ਵਾਲਾ ਮੱਘਾ ਚੁੱਕੀ ਦੌੜ ਕੇ ਕੰਧ ਓਹਲੇ ਲੁੱਕ ਗਈ। ਅੱਛਾ, ਜਿਉਂਦੀ ਰਹੋ ਜਿਉਣ ਜੋਗੀਏ, ਮਾਂ ਨੇ ਸਦਾ ਵਾਂਗ ਅਸੀਸ ਦਿੱਤੀ ਤੇ ਫਿਰ ਹੌਕਾ ਲਿਆ। ਮਾਂ ਦੇ ਹੌਕੇ ਪਿੱਛੇ ਜੋ ਸੀ ਉਹ ਨਾ ਉਹਨੂੰ ਪਤਾ ਸੀ ਤੇ ਨਾ ਹੀ ਬਚਨੀ ਨੂੰ। ਬਚਨੀ ਦੀ ਉਮਰ ਤੋਂ ਦੂਣੇ 3 ਬੱਚਿਆਂ ਦੇ ਬਾਪ ਦੁਹਾਜੂ ਨਾਲ ਉਹਦੇ ਪਿਓ ਨੇ ਇਸ ਕਰਕੇ ਵਿਆਹ ਦਿੱਤਾ ਸੀ ਕਿ ਸ਼ਰੀਕਾਂ ਨਾਲ ਲੜਨ ਝਗੜਨ ਲਈ ਤਗੜੇ ਰਿਸ਼ਤੇਦਾਰ ਉਹਦੀ ਮਦਦ 'ਤੇ ਰਹਿਣਗੇ। ਕੁੜੀ ਦਾ ਕੀ ਸੀ, ਆਪੇ ਹੌਲੀ ਹੌਲੀ ਵਿਰਚ ਜਾਏਗੀ। ਤੇ ਕੁੜੀ ਦੇ ਸਿਰ 'ਤੇ ਵਲੀ ਕੰਧਾਰੀ ਦਾ ਪਹਾੜ ਉੱਲਰ ਆਇਆ ਸੀ। ਉਹਦੇ ਕਮਜ਼ੋਰ ਕੂਲੇ ਪੰਜੇ 'ਚ ਇੰਨੀ ਤਾਕਤ ਕਿੱਥੇ ਸੀ ਕਿ ਉਹ ਪਹਾੜ ਨੂੰ ਰੋਕ ਸਕਦੀ। ਉਸ ਪਹਾੜ ਹੇਠਾਂ ਕੁਚਲੀ ਗਈ। ਮੁਕਲਾਵੇ ਤੋਂ ਮੁੜਦਿਆਂ ਹੀ ਉਹਨੇ ਘਰ ਆਉਂਦਿਆਂ ਫਾਹਾ ਲੈ ਲਿਆ। ਬਚਨੀ ਦੇ ਤੁਰ ਜਾਣ ਪਿੱਛੋਂ ਉਹ ਇਕੱਲਿਆਂ ਬੈਠ ਕੇ ਬੁੱਕਾਂ ਭਰ ਭਰ ਰੋਇਆ ਸੀ। ਉਹਦੀ ਮੌਤ 'ਤੇ ਤਾਂ ਸਾਰਾ ਪਿੰਡ ਰੋਇਆ ਸੀ ਤੇ ਉਹਦੇ ਅੰਦਰ ਦਾ ਬਚਨੀ ਦਾ ਹਾਸਾ ਟੁਣਕਦਾ ਸੀ। ਉਹਦੀਆਂ ਹਰੇ ਕੱਚ ਦੀਆਂ ਵੰਗਾਂ ਖਣਕ ਰਹੀਆਂ ਸਨ। ਉਹ ਰਾਤ ਦੇ ਹਨੇਰੇ 'ਚ ਛੁਪਲੇ ਉੱਠਦਾ ਤੇ ਬਚਨ ਦੇ ਘਰ ਦੀ ਬਾਹਰਲੀ ਕੰਧ 'ਤੇ ਲੱਗੀਆਂ ਉਹਦੀਆਂ ਪਰੋਲੇ ਭਿੱਜੀਆਂ ਤਲੀਆਂ ਨਾਲ ਆਪਣੀਆਂ ਗੱਲਾਂ ਲਾਉਂਦਾ ਅਥਰੂ ਘੇਰਦਾ ਰਹਿੰਦਾ। ਇਹ ਤਲੀਆਂ ਉਹਦੀਆਂ ਗੱਲਾਂ ਨੂੰ ਹੁਣ ਘੁੱਟਦੀਆਂ ਨਹੀਂ ਸਨ, ਠੰਡ ਨਹੀਂ ਸਨ ਪਾਉਂਦੀਆਂ, ਇਹ ਤਾਂ ਉਹਦੇ ਚਿਹਰੇ ਨੂੰ ਸਾੜ ਰਹੀਆਂ ਸਨ। ਉਹਨੇ ਆਪਣੀਆਂ ਅੱਖਾਂ 'ਚ ਦੂਰ ਤੱਕ ਖੁੱਭੀਆਂ ਹਰੇ ਕੱਚ ਦੀਆਂ ਚੂੜੀਆਂ ਨੂੰ ਖਿੱਚ ਕੇ ਬਾਹਰ ਸੁੱਟਣਾ ਚਾਹਿਆ ਤਾਂ ਅੱਖਾਂ ਵਿੱਚੋਂ ਖੂਨ ਦੀਆਂ ਤਤੀਰੀਆਂ ਸਾੜ ਪਾਉਂਦੀਆਂ ਨਿਕਲ ਤੁਰੀਆਂ। ਚਿਹਰਾ ਭੱਠ ਵਿੱਚ ਤਪ ਰਿਹਾ ਸੀ। ਗਰਮ ਗਰਮ ਖੂਨ ਮੁੱਛਾਂ ਦੇ ਭਾਰੇ ਵਾਲਾਂ ਵਿੱਚੋਂ ਕਿਰਦਾ ਜਦ ਬੁੱਲ੍ਹਾਂ ਨੂੰ ਛੋਹਿਆ ਤਾਂ ਉਹਨੇ ਸਿਰ ਝਟਕਿਆ। ਉਹਦੇ ਸਿਰ ਤੋਂ ਕਿੱਕਰ ਦਾ ਪਰਛਾਵਾਂ ਢਲ ਗਿਆ ਸੀ ਤੇ ਲਹਿੰਦੇ ਵੱਲ ਨੀਵਾਂ ਹੋ ਰਿਹਾ ਸੂਰਜ ਚਿਹਰੇ ਨੂੰ ਭੁੰਨ ਰਿਹਾ ਸੀ।
ਉਹਨੇ ਚੇਤਨ ਹੋ ਕੇ ਇੱਕਦਮ ਉੱਠ ਕੇ ਅੱਖਾਂ ਦੇ ਅੱਥਰੂ ਪੂੰਝੇ ਤੇ ਆਸੇ-ਪਾਸੇ ਝਾਕਿਆ। ਕੋਈ ਵੀ ਨਹੀਂ ਸੀ। ਸਿਰਫ ਨਵੀਂ ਸੂਈ ਚਿੱਟੀ ਕੁੱਤੀ ਗੁਰਦੁਆਰੇ ਵਿੱਚ ਵੜਨ ਤੋਂ ਪਹਿਲਾਂ ਪੈਰ ਧੋਣ ਵਾਲੇ ਬੱਚੇ ਕੋਲ ਖੀਰ ਨਾਲ ਲਿਬੜੇ ਗੁਲਾਬਾਸੀ ਦੇ ਪੱਤੇ ਨੂੰ ਸੁੰਘ ਰਹੀ ਸੀ। ਪਰ ਇਹ ਥੋੜ੍ਹੀ ਦੂਰ ਬਾਲਣ ਲਈ ਛਾਂਗੇ ਕਿੱਕਰ ਤੇ ਛਾਪਿਆਂ ਵਿੱਚ ਉਸ ਦੇ 2 ਦਿਨਾਂ ਦੇ ਕਤੂਰੇ ਮਾਂ ਦੇ ਕੋਲ ਨਾ ਹੋਣ ਕਰਕੇ ਚੌਂ ਚੌਂ ਕਰ ਰਹੇ ਸਨ। ਉਹਨੂੰ ਆਪਣੇ ਆਪ ਤੇ ਹੈਰਾਨੀ ਹੋਈ। ਉਹ ਰੋ ਰਿਹਾ ਸੀ। ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣ ਵਾਲੇ ਨੂੰ ਇਹ ਕੀ ਹੋ ਗਿਆ ਸੀ? ਉਹਨੂੰ ਲੱਗਦਾ ਸੀ ਉਹ ਤਾਂ ਕੱਚਾ ਕੋਠਾ ਸੀ, ਜਿਹਨੂੰ ਕਈ ਸਾਲਾਂ ਤੋਂ ਕਿਸੇ ਨੇ ਤਲੀ ਨਹੀਂ ਸੀ ਦਿੱਤੀ ਤੇ ਝੱਖੜਾਂ, ਹਨੇਰੀਆਂ ਤੇ ਬਰਸਾਤਾਂ 'ਚ ਖੁਰਦਾ ਰਿਹਾ ਸੀ। ਉਹਦਾ ਪਰਨਾਲਾ ਉਖੜ ਕੇ ਪਾਣੀ ਉਹਦੇ ਅੰਦਰ ਹੀ ਅੰਦਰ ਪੈਂਦਾ ਰਿਹਾ ਸੀ ਤੇ ਨੀਹਾਂ ਦੇ ਧੁਰ ਹੇਠਾਂ ਤੱਕ ਸਿੱਲ ਜਾ ਵੜੀ ਸੀ। ਉਹ ਢੱਠ ਕੇ ਇੱਕ ਖੋਲਾ ਰਹਿ ਗਿਆ ਸੀ ਤੇ ਉਸ ਖੋਲੇ ਦੇ ਇੱਕ ਨੁੱਕਰੇ ਕੁੱਤੀ ਨੇ ਕਤੂਰੇ ਦਿੱਤੇ ਸਨ। ਚਿੱਟੀ ਕੁੱਤੀ ਪੂਛ ਹਿਲਾਉਂਦੀ ਉਸਦੇ ਪੈਰਾਂ 'ਚ ਆ ਬੈਠੀ। ਉਹਨੇ ਕੁੱਤੀ ਨੂੰ ਲਾਡ ਨਾਲ ਪੁਚਕਾਰਿਆ, ਫਿਰ ਤਲਾਅ ਦੇ ਨਾਲ ਪਰਲੇ ਪਾਸੇ ਬਣੇ ਆਪਣੇ ਰਿਹਾਇਸ਼ੀ ਮਕਾਨ ਵੱਲ ਹੋ ਤੁਰਿਆ। ਕੁੱਤੀ ਪੂਛ ਹਿਲਾਉਂਦੀ ਉਹਦੇ ਪਿੱਛੇ ਪਿੱਛੇ ਸੀ। ਉਹਨੇ ਅੰਦਰੋਂ ਰੋਟੀਆਂ ਵਾਲੇ ਛਾਬੇ 'ਚੋਂ 2 ਰੋਟੀਆਂ ਕੱਢ ਕੇ ਕੁੱਤੀ ਨੂੰ ਸੁੱਟੀਆਂ ਤੇ ਛਾਬਾ ਰੱਖ ਕੇ ਬੂਹਾ ਢੋ ਦਿੱਤਾ। ਕੁੱਤੀ ਨੇ ਰੋਟੀਆਂ ਚੁੱਕੀਆਂ ਤੇ ਕਾਹਲੀ ਨਾਲ ਛਾਪਿਆਂ ਵਿੱਚ ਆਪਣੇ ਕਤੂਰਿਆਂ ਵੱਲ ਭੱਜ ਤੁਰੀ। ਸੰਤਾ ਸਿੰਘ ਐਵੇਂ ਕੁੱਤੀ ਮਗਰ ਤੁਰ ਪਿਆ। ਛਾਪਿਆਂ ਦੀ ਛਾਵੇਂ ਕੁੱਤੀ ਨੇ ਪੌਂਚਿਆਂ ਨਾਲ ਡੂੰਘਾ ਟੋਇਆ ਪੁੱਟਿਆ ਹੋਇਆ ਸੀ। ਕੁੱਤੀ ਟੋਏ ਦੇ ਕੰਢੇ ਤੇ ਬੈਠ ਕੇ ਪੂਛ ਹਿਲਾਉਂਦੀ ਰੋਟੀਆਂ ਪਾੜਨ ਲੱਗੀ ਹੋਈ ਸੀ ਤੇ ਬੰਦ ਅੱਖਾਂ ਵਾਲੇ ਡੱਬ ਖੜੱਬੇ 3 ਨਿੱਕੇ ਨਿੱਕੇ ਕਤੂਰੇ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ ਤੁਰਦੇ ਹੋਏ ਟੋਏ 'ਚੋਂ ਬਾਹਰ ਨਿਕਲਣ ਦਾ ਸਫਲ ਯਤਨ ਕਰਦੇ ਹੋਏ ਬਾਰ-ਬਾਰ ਟੋਏ 'ਚ ਡਿੱਗ ਰਹੇ ਸਨ। ਉਹਨਾਂ ਦੇ ਮਖਮਲੀ ਪਿੰਡੇ ਤੇ ਸਿੱਲੀਆਂ ਥੂਥਣੀਆਂ ਮਿੱਟੀ ਨਾਲ ਭਰੀਆਂ ਹੋਈਆਂ ਸਨ। ਉਹ ਕਿੰਨਾ ਚਿਰ ਉਹਨਾਂ ਨੂੰ ਯਤਨ ਕਰਦਿਆਂ ਤੇ ਬਾਰ-ਬਾਰ ਡਿੱਗਦਿਆਂ ਬੜੇ ਮੋਹ ਨਾਲ ਵੇਖਦਾ ਰਿਹਾ। ਛਾਪਿਆਂ ਵਿੱਚੋਂ ਥੋੜ੍ਹੀ ਧੁੱਪ ਛਣ ਕੇ ਟੋਏ ਉੱਪਰ ਪੈ ਰਹੀ ਸੀ। ਸੰਤਾ ਸਿੰਘ ਪਰਾਲੀ ਦੇ ਕੱਖ ਫੜ ਕੇ ਛਾਂ ਕਰਨ ਲਈ ਛਾਪਿਆਂ ਤੇ ਖਿਲਾਰਨ ਲੱਗਾ ਤਾਂ ਕੁੱਤੀ ਨੇ ਘੁਰ-ਘੁਰ ਕਰਦਿਆਂ ਉਸ ਵੱਲ ਵੇਖਿਆ, ਪਰ ਦੂਜੇ ਪਲ ਆਪਣੇ ਬੱਚਿਆਂ ਨੂੰ ਸੁਰੱਖਿਅਤ ਵੇਖ ਫੇਰ ਪੂਛ ਹਿਲਾਉਣ ਲੱਗੀ। ਪਤਾ ਨਹੀਂ ਉਹਨੂੰ ਕਿਉਂ ਆਪਣਾ ਰਤਨਾ ਯਾਦ ਆ ਗਿਆ। ਕਤੂਰਿਆਂ ਦਾ ਬਾਪ ਕਿੱਥੇ ਸੀ ਤੇ ਰਤਨੇ ਦਾ ਬਾਪ ਕਿੱਥੇ ਸੀ, ਉਹ ਸੋਚਿਆ। ਫਜ਼ੂਲ ਖਿਆਲਾਂ ਤੋਂ ਛੁਟਕਾਰਾ ਪਾਉਣ ਲਈ ਉਹ ਫੇਰ ਤੁਰਦਾ ਤੁਰਦਾ ਤਲਾਅ ਦੀਆਂ ਪੌੜੀਆਂ ਤੇ ਆ ਗਿਆ ਤੇ ਪੈਰ ਸਾੜਦਾ ਆਪਣੇ ਆਪ ਨੂੰ ਅੰਦਰ ਲੁਕਾਉਣ ਦਾ ਯਤਨ ਕਰਨ ਲੱਗਾ। ਉਹ ਤਾਂ ਕਈ ਚਿਰ ਤੋਂ ਡੂੰਘੇ ਪਾਣੀਆਂ 'ਚ ਲੁਕਿਆ ਹੋਇਆ ਸੀ, ਪਰ ਇੱਕ ਕੁੰਡੀ ਕਿਹੋ ਜਿਹੀ ਸੀ ਜਿਹਨੂੰ ਉਹ ਅਦਿੱਖ ਲਾਲਚ ਦੇ ਮੋਹ ਵਸ ਮੂੰਹ 'ਚ ਪਾ ਬੈਠਾ ਸੀ ਤੇ ਹੁਣ ਕੋਈ ਤੁਣਕੇ ਮਾਰ-ਮਾਰ ਉਹਨੂੰ ਪਾਣੀ ਤੋਂ ਬਾਹਰ ਕੰਢੇ ਵੱਲ ਖੁਸ਼ਕ ਧਰਤੀ ਤੇ ਧੂ ਰਿਹਾ ਸੀ। ਸਤਿਗੁਰੂ ਭਲੀ ਕਰੀ, ਇੰਨੇ ਸਾਲ ਲਾਜ ਰੱਖੀ, ਹੁਣ ਵੀ ਬੋੜੀ ਕਲਗੀ ਵਾਲਿਆ। ਜੋਗਾ ਸਿੰਘ ਵਾਂਗ ਤੇਰਾ ਸਿੱਖ ਡੋਲ ਚੱਲਿਆ ਈ। ਡੋਲ ਚੱਲਿਆ? ਨਹੀਂ, ਇਹ ਤਾਂ ਮੇਰਾ ਕਮਜ਼ੋਰ ਪਾਸਾ ਬੋਲ ਪਿਆ ਸੀ। ਜਿੱਥੇ ਮੈਂ ਸਾਧਪੁਣੇ ਦੇ ਇੰਨੇ ਸਾਲ ਗੁਜ਼ਾਰ ਆਇਆ ਚਿੱਟੀ ਚਾਦਰ ਲੈ ਕੇ, ਉੱਥੇ ਇਹ ਨਿੱਕੀ ਜਿਹੀ ਛਿੱਟ ਮੈਨੂੰ ਮੈਲਿਆ ਨਹੀਂ ਕਰ ਸਕਦੀ। ਮੈਂ ਅੰਮ੍ਰਿਤ ਨਾਲ ਧੋ ਸੁੱਟਾਂਗਾ ਇਹਨੂੰ। ਉਹ ਤਲਾਅ ਦੇ ਤਲ ਤੇ ਹੇਠਾਂ ਜਾ ਲੱਗੇ ਪਾਣੀ ਤੱਕ ਪਹੁੰਚਣ ਲਈ ਪੌੜੀਆਂ ਉਤਰਿਆ ਤੇ ਝੁੱਕ ਕੇ ਤਲਾਅ ਵਿੱਚੋਂ ਗਰਮ ਬਕਬਕੇ ਪਾਣੀ ਦਾ ਘੁੱਟ ਭਰਿਆ ਤੇ ਉਹਨੂੰ ਨਿਗਲ ਗਿਆ। ਉਸ ਵੇਖਿਆ ਤਲਾਅ ਦਾ ਪਾਣੀ ਬਹੁਤ ਨੀਵਾਂ ਚਲਾ ਗਿਆ ਸੀ। ਅਸਲ 'ਚ ਪੁਰਾਣੇ ਤਲਾਅ ਦੇ ਕੰਢਿਆਂ 'ਚ ਤੇੜਾਂ ਆ ਗਈਆਂ ਸਨ ਤੇ ਤਲਾਅ ਦਾ ਪਾਣੀ ਉਹਨਾਂ ਤੇੜਾਂ ਰਾਹੀਂ ਧਰਤੀ ਵਿੱਚ ਤੇ ਆਪਣੇ ਸਿਰ ਤੇ ਹੀ ਖਲੋਤੀ ਗੁਰਦੁਆਰੇ ਦੀ ਇਮਾਰਤ ਦੀਆਂ ਨੀਹਾਂ 'ਚ ਵੜਦਾ ਜਾਂਦਾ ਸੀ, ਜਿਸ ਨਾਲ ਗੁਰਦੁਆਰੇ ਦੇ ਪਰਿਕਰਮਾ ਵਾਲੇ ਵਰਾਂਡੇ ਦੇ ਫਰਸ਼ ਵਿੱਚ ਤੇ ਵਰਾਂਡੇ ਦੇ ਮੱਥੇ ਵਿੱਚ ਤੇੜਾਂ ਆ ਗਈਆਂ ਸਨ। ਜੇ ਤਲਾਅ ਦੀ ਛੇਤੀ ਮੁਰੰਮਤ ਨਾ ਕਰਾਈ ਗਈ ਤੇ ਵਰਾਂਡੇ ਦੇ ਵੀ ਡਿੱਗ ਪੈਣ ਦਾ ਖਤਰਾ ਸੀ ਤੇ ਗੁਰਦੁਆਰੇ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਣ ਦਾ ਡਰ ਸੀ। ਉਹ ਸੋਚਿਆ ਅਗਲੀ ਸਵੇਰ ਉਹ ਗੁਰਦੁਆਰੇ ਦੇ ਤਲਾਅ ਦੀ ਮੁਰੰਮਤ ਕਰਨ ਲਈ ਪਿੰਡ ਦੀ ਸੰਗਤ ਨੂੰ ਬੇਨਤੀ ਕਰੇਗਾ, ਆਪਣੇ ਆਪ ਨੂੰ ਕੰਮ ਵਿੱਚ ਖੱਚਤ ਕਰ ਲਏਗਾ ਤੇ ਆਪਣੇ ਮਨ 'ਚ ਆਉਂਦੇ ਵਿਚਾਰਾਂ ਨੂੰ ਦਬਾ ਲਏਗਾ। ਲੋਕ ਫੇਰ ਸਦਾ ਵਾਂਗ ਉਹਦੀ ਨੇਕਨਾਮੀ, ਸੇਵਾ ਤੇ ਭਗਤੀ ਭਾਵ ਦੀਆਂ ਤਾਰੀਫਾਂ ਕਰਨਗੇ, ਜਿਸ ਨੇ ਇਸ ਗੁਰਦੁਆਰੇ ਦੀ ਸ਼ਾਨ ਨੂੰ 4 ਚੰਨ ਲਾਏ ਸਨ। ਗੁਰਦੁਆਰੇ ਦੇ 4 ਚੁਫੇਰੇ ਫਲਦਾਰ ਤੇ ਛਾਂਦਾਰ ਦਰਖਤ ਲਾ ਕੇ ਇੱਕ ਸੋਹਣਾ ਬਗੀਚਾ ਸਜਾਇਆ ਸੀ। ਇਸ ਦੇ ਨਾਲ ਹੀ ਪਿੰਡ ਦੇ ਗੁਰਦੁਆਰੇ ਵਿੱਚ ਵੀ ਅੰਮ੍ਰਿਤ ਬਾਣੀ ਦੀ ਲਹਿਰ ਚਲਾਈ ਸੀ। ਉਹ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਪਿੰਡ ਦੇ ਗੁਰਦੁਆਰੇ ਪਹੁੰਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ, ਸੰਗਤਾਂ ਜੁੜਦੀਆਂ, ਸ਼ਬਦ ਕੀਰਤਨ ਹੁੰਦਾ, ਭੋਗ ਪੈਂਦਾ, ਪ੍ਰਸ਼ਾਦ ਵਰਤਦਾ। ਫਿਰ ਦੁੱਧ ਪ੍ਰਸ਼ਾਦੇ ਇਕੱਠੇ ਕਰਕੇ ਉਹ ਗੁਰਦੁਆਰਾ ਸ਼ਹੀਦਾਂ ਨੂੰ ਬਾਹਰ ਤੁਰ ਪੈਂਦਾ। ਸਾਰਾ ਦਿਨ ਉੱਥੇ ਰਹਿੰਦਾ, ਸੇਵਾ ਕਰਦਾ, ਆਏ ਗਏ ਨੂੰ ਲੰਗਰ ਛਕਾਉਂਦਾ, ਬੂਟਿਆਂ ਨੂੰ ਗੋਡੀ ਕਰਦਾ, ਪਾਣੀ ਲਾਉਂਦਾ, ਮੱਥਾ ਟੇਕਣ ਤੇ ਚੜਾਵਾ ਚੜਾਉਣ ਆਏ ਲੋਕਾਂ ਲਈ ਅਰਦਾਸਾਂ ਕਰਦਾ। ਸ਼ਾਮ ਨੂੰ ਚੜਾਵਾ ਸਾਹਿਬ ਕਦੀ ਪਿੰਡ ਤੇ ਕਦੀ ਬਾਹਰ
ਹੀ ਰਹਿਰਾਸ ਦਾ ਪਾਠ ਕਰਕੇ ਟਿਕ ਜਾਂਦਾ। ਇੰਜ ਲਗਭਗ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਸੀ। ਇਹਨਾਂ ਸਾਲਾਂ ਵਿੱਚ ਉਸਨੇ ਬੇਅੰਤ ਨਾਮਣਾ ਕੱਟਿਆ ਸੀ। ਉਹਨੂੰ ਖੁਸ਼ੀ ਸੀ ਕਿ ਉਹਨੇ ਜੋ ਲਕੀਰ ਆਪਣੇ ਦੁਆਲੇ ਵਲੀ ਸੀ, ਉਹ ਉਸ ਲਕੀਰ ਤੋਂ ਬਾਹਰ ਨਹੀਂ ਸੀ ਆਇਆ। ਲੋਕਾਂ ਨੂੰ ਉਸ ਤੋਂ ਜੋ ਆਸਾਂ ਉਮੀਦਾਂ ਸਨ, ਉਹ ਉਹਨਾਂ 'ਤੇ ਉਸ ਤੋਂ ਵੀ ਕਈ ਗੁਣਾ ਵੱਧ ਪੂਰਾ ਉਤਰਿਆ ਸੀ। ਉਹਨੇ ਆਪਣੀ ਤੇ ਵੱਡੇ ਬਾਬਿਆਂ ਦੇ ਨਾਮ ਦੀ ਲਾਜ ਰੱਖੀ ਸੀ। ਉਸਨੂੰ ਉਹ ਦਿਨ ਯਾਦ ਸੀ ਜਦ ਇਸ ਪੱਤੀ ਵਾਲੇ ਆਪਣੇ ਗੁਰਦੁਆਰੇ ਲਈ ਬਾਬਿਆਂ ਕੋਲ ਉਹਨਾਂ ਦੇ ਦਲ ਵਿੱਚੋਂ ਕਿਸੇ ਨੇਕ ਗ੍ਰੰਥੀ ਦੀ ਮੰਗ ਕਰਨ ਗਏ ਸਨ। ਉਹ ਬਾਬਿਆਂ ਦੇ ਸਿਰਹਾਣੇ ਖੜਾ ਉਹਨਾਂ ਨੂੰ ਪੱਖਾ ਚੱਲ ਰਿਹਾ ਸੀ। ਪੱਤੀ ਦਾ ਇੱਕ ਬਜ਼ੁਰਗ ਉਹਨਾਂ ਕੋਲ ਪਹਿਲੇ ਭਾਈਆਂ ਦੀ ਗਾਥਾ ਸੁਣਾ ਰਿਹਾ ਸੀ। ਪਹਿਲਾ ਭਾਈ ਪਿੰਡ ਦੇ ਗੁਰਦੁਆਰੇ ਦੀ ਉਥਲੀ ਮੰਜ਼ਿਲ ਤੇ ਚੜ੍ਹ ਕੇ ਰੋਜ਼ ਅੱਧੀ ਰਾਤ ਨੂੰ ਨਰ ਸੁੱਤਾ ਨਾ ਜਾਗੇ ਜੀ ਭਜਨ ਦਾ ਵੇਲਾ ਬੀਤਦਾ ਜਾਂਦਾ ਗਾਉਂਦਾ ਹੁੰਦਾ ਸੀ। ਤੇ ਇੱਕ ਦਿਨ ਨਰ ਦੀ ਥਾਂ ਘੁੱਲੇ ਫੌਜੀ ਦੀ ਸੁੱਤੀ ਨਰ ਨੂੰ ਜਗਾ ਕੇ ਭਜਨ ਦੇ ਵੇਲੇ ਨੂੰ ਭੱਜਣ ਦਾ ਠੀਕ ਵੇਲਾ ਸਮਝ ਕੇ ਆਪਣੇ ਨਾਲ ਭਜਾ ਕੇ ਲੈ ਗਿਆ ਸੀ। ਇਸ ਤੋਂ ਪਿੱਛੋਂ ਪੱਤੀ ਵਾਲਿਆਂ ਨੇ ਬੜੀ ਭਾਲ ਕਰਕੇ ਵਿਆਹਿਆ ਹੋਇਆ ਗ੍ਰੰਥੀ ਲਿਆਂਦਾ ਸੀ। ਸਿਆਣੇ ਲੋਕ ਵਿਆਹੇ ਗ੍ਰੰਥੀ ਨੂੰ ਲਿਆ ਕੇ ਪਹਿਲਾਂ ਵਾਲੀ ਮੰਦੀ ਘਟਨਾ ਫੇਰ ਨਾ ਵਾਪਰਨ ਦੀ ਤਸੱਲੀ ਵਿੱਚ ਹੀ ਸਨ ਕਿ ਪਿੰਡ ਦੇ ਦਿਲ ਫੈਂਕ ਮੁੰਡੇ ਸੋਹਣੀ ਗ੍ਰੰਥਣ ਕਰਕੇ ਰੋਜ਼ ਦੁਪਹਿਰ ਸ਼ਾਮੀ ਗੁਰਦੁਆਰੇ ਜੁੜਨੇ ਸ਼ੁਰੂ ਹੋ ਗਏ। ਉਹਨਾਂ ਵਿੱਚ ਭਗਤੀ ਭਾਵਨਾ ਦਾ ਕੁਝ ਵਧੇਰੀ ਪ੍ਰਵੇਸ਼ ਹੋਇਆ ਵੇਖ ਗ੍ਰੰਥੀ ਵਿਚਾਰਾ ਖੁਦ ਬੌੜੀ ਕਰ ਉੱਠਿਆ। ਛੜਾ ਗ੍ਰੰਥੀ ਜਿੱਥੇ ਪਿੰਡ ਲਈ ਆਫਤ ਵਾਂਗ ਸੀ, ਉੱਥੇ ਵਿਆਹੇ ਗ੍ਰੰਥੀ ਲਈ ਪਿੰਡ ਆਫਤ ਵਾਂਗ ਸੀ। ਤੇ ਜਦੋਂ ਗੁਰਦੁਆਰੇ ਦੇ ਪ੍ਰਧਾਨ ਮੇਜਾ ਸਿੰਘ ਦੀ ਟੀਰੀ ਅੱਖ ਗ੍ਰੰਥਣ ਤੇ ਕੁਝ ਜ਼ਿਆਦਾ ਹੀ ਮਿਹਰਬਾਨ ਹੋ ਗਈ ਤਾਂ ਗ੍ਰੰਥੀ ਖੁਦ ਗੁਰਦੁਆਰਾ ਛੱਡ ਕੇ ਤੁਰ ਗਿਆ ਸੀ। ਆਪਣੀ ਗੱਲ ਲੁਕਾ ਕੇ ਆਏ ਲੋਕਾਂ 'ਚ ਬੈਠਾ ਮੇਜਾ ਸਿੰਘ ਆਪਣੀ ਟੀਰੀ ਅੱਖ ਦਾ ਟੇਢ ਮਾਰਦਾ ਕਹਿ ਰਿਹਾ ਸੀ, ਬਾਬਾ ਜੀ, ਨਾ ਵਿਆਹਿਆ ਤੇ ਨਾ ਕੁਵਾਰਾ, ਸਾਨੂੰ ਤੇ ਕੋਈ ਜੱਤ ਸੱਤ ਵਾਲਾ ਗੁਰਮੁਖ ਬੰਦਾ ਦਿਓ। ਬਾਬੇ ਮੁਸਕਰਾਏ, ਸੰਗਤੇ, ਸਾਡੇ ਕੰਮ ਦੇ ਹਿਸਾਬ ਨਾਲ ਤਾਂ ਸਾਡੇ ਕੋਲ ਸਿੰਘਾਂ ਦੀ ਗਿਣਤੀ ਅੱਗੇ ਹੀ ਸੁਆਈ ਹੈ, ਪਰ ਜੇ ਤੁਸੀਂ ਆਏ ਹੋ ਤਾਂ ਬਾਬਿਆਂ ਨੇ ਚਿੱਟੇ ਦਾੜੇ ਤੇ ਹੱਥ ਫੇਰਿਆ। ਕੁਝ ਪਲ ਰੁਕ ਕੇ ਫੇਰ ਸਿਰ ਟੇਢਾ ਕਰਕੇ ਪੱਖਾ ਝੱਲਦੇ ਸੰਤਾ ਸਿੰਘ ਵੱਲ ਵੇਖਿਆ। ਬਈ ਸਾਡਾ ਤਾਂ ਆਹ ਸਿੰਘ ਵੀ ਬੜਾ ਗੁਰਮੁਖ ਬੰਦਾ, ਉਂਝ ਵੀ ਵਿਆਹ ਕਰਵਾ ਕੇ ਦੁਨੀਆਦਾਰੀ ਵੇਖ ਕੇ ਹੀ ਤਿਆਗੀ ਹੋਇਆ। ਨਾਮ ਬਾਣੀ ਦਾ ਰਸੀਆ ਵੀ ਆ, ਕਥਾ ਕੀਰਤਨ ਵੀ ਕਰ ਲੈਂਦਾ। ਕਿਉਂ ਭਾਈ ਸਿੱਖਾ, ਤੂੰ ਤਿਆਰ ਹੈ ਜਾਣ ਲਈ? ਸੰਤਾ ਸਿੰਘ ਨੇ ਇਤਿਹਾਸ ਵਿੱਚੋਂ ਸੁਣਿਆ ਹੋਇਆ ਸੀ ਕਿ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸਦਾ ਸਤ ਬਚਨ ਕਹਿ ਕੇ ਮੰਨਣਾ ਚਾਹੀਦਾ ਹੈ। ਬਾਬਾ ਜੀ, ਜਿਵੇਂ ਤੁਹਾਡਾ ਹੁਕਮ ਜੀ। ਜਿਉਂ-ਜਿਉਂ ਹੁਕਮ ਤਿਵੇਂ ਤਿਵਕਾਰ, ਉਹ ਹੱਥ ਜੋੜ ਕੇ ਖੜੋਤਾ। ਚੰਗਾ ਸਿੱਖਾ, ਫਿਰ ਸਾਡੀ ਲਾਜ ਰੱਖੀ ਤੇ ਗੁਰੂ ਦੀ ਵੀ। ਉਸ ਦਿਨ ਤੋਂ ਹੀ ਆਪਣੀ ਤੇ ਆਪਣੇ ਗੁਰੂ ਦੀ ਲਾਜ ਰੱਖਦਾ ਆਇਆ ਸੀ। ਪਰ ਜਦੋਂ ਦਾ ਕੁਲਦੀਪ ਉਸ ਕੋਲ ਆਉਣਾ ਸ਼ੁਰੂ ਹੋਇਆ ਸੀ, ਉਸ ਦਿਨ ਤੋਂ ਉਹਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਨ ਸਿਰ ਚੁੱਕਣ ਲੱਗ ਪਏ ਸਨ। ਕੁਝ ਸਵਾਲ ਕੁਲਦੀਪ ਦੇ ਤੇ ਕੁਝ ਉਸ 'ਤੇ ਪ੍ਰੇਰਿਤ ਹੋ ਕੇ ਉਸ 'ਤੇ ਆਪਣੇ ਮਨ ਦੇ ਸਵਾਲ ਹੁੰਦੇ। ਕਈ ਵਾਰ ਤਾਂ ਉਹ ਇਹਨਾਂ ਸਵਾਲਾਂ ਦੇ ਚੱਕਰ ਵੀ ਉਹ 'ਚ ਅਜਿਹਾ ਘਿਰਦਾ ਕਿ ਉਸ ਲਈ ਬਚ ਕੇ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ। ਮੋਹ ਮਾਇਆ ਦੇ ਸੰਸਾਰਕ ਜੰਜਾਲ 'ਚੋਂ ਬਚਣ ਲਈ ਉਹ ਗ੍ਰਸਥ ਨੂੰ ਤਿਆਗ ਕੇ ਆਇਆ ਸੀ। ਉਸੇ ਜੰਜਾਲ ਦੀਆਂ ਖਿੱਚਾਂ ਉਸਨੂੰ ਹੁਣ ਫੇਰ ਆਪਣੇ ਵੱਲ ਤੁਣਕੇ ਮਾਰ ਕੇ ਖਿੱਚ ਰਹੀਆਂ ਸਨ। ਕੁਲਦੀਪ ਨੇ ਬਾਰ-ਬਾਰ ਫੜ ਕੇ ਉਹਦਾ ਮੂੰਹ ਇੱਧਰ ਪੁਆਇਆ ਸੀ। ਉਸ ਵੇਖਿਆ ਉਹਦਾ ਆਪਣਾ ਨਿੱਕਾ ਜਿਹਾ ਰਤਨਾ ਗਲੀ 'ਚ ਖੇਡ ਰਿਹਾ ਸੀ, ਜਿਸ ਨੂੰ ਉਹਨੇ ਗਲੀ 'ਚ ਖਲੋਤਿਆਂ ਆਖਰੀ ਵਾਰ ਘੁੱਟ ਕੇ ਗਲ ਨਾਲ ਲਾਇਆ ਸੀ ਤੇ ਮਹਾਤਮਾ ਬੁੱਧ ਵਾਂਗ ਰਾਤ ਦੀ ਥਾਂ ਦਿਨ ਦੇ ਚਿੱਟੇ ਚਾਨਣ 'ਚ ਦੁਨਿਆਵੀ ਦੁੱਖਾਂ ਤੋਂ ਮੁਕਤ ਹੋਣ ਲਈ ਗਲੀ 'ਚੋਂ ਬਾਹਰ ਨੂੰ ਤੁਰ ਪਿਆ ਸੀ। ਰੋਂਦਾ ਹੋਇਆ 3-4 ਸਾਲ ਦਾ ਰਤਨਾ ਦੂਰ ਤੱਕ ਉਸ ਪਿੱਛੇ, ਭਾਊ ਮੈਂ ਵੀ ਤੇਰੇ ਨਾਲ ਖੇਤਾਂ ਨੂੰ ਜਾਣਾ, ਮੈਂ ਵੀ ਤੇਰੇ ਨਾਲ ਜਾਣਾ ਕਹਿੰਦਾ ਨਿੱਕੇ-ਨਿੱਕੇ ਕਦਮਾਂ ਨਾਲ ਦੌੜ ਰਿਹਾ ਸੀ। ਉਸਦੇ ਬੋਲਾਂ ਨੇ ਤੁਰੇ ਜਾਂਦੇ ਸੰਤਾ ਸਿੰਘ ਦੇ ਦਿਲ ਨੂੰ ਰੁੱਗ ਭਰ ਕੇ ਘੁੱਟ ਲਿਆ ਸੀ। ਉਹਦਾ ਜੀਅ ਕੀਤਾ ਪਿੱਛੇ ਮੁੜੇ ਤੇ ਦੌੜੇ ਆਉਂਦੇ ਰਤਨੇ ਨੂੰ ਉੱਡ ਕੇ ਆਪਣੀਆਂ ਬਾਹਾਂ 'ਚ ਜਾ ਚੁੱਕੇ ਤੇ ਘਰ ਨੂੰ ਤੁਰ ਪਏ। ਪਰ ਘਰ ਕਿੱਥੇ ਸੀ? ਪਿੱਛੇ ਤਾਂ ਨਿਰਾਸ਼ਾ, ਉਦਾਸੀ, ਘੁੱਟਣ ਤੇ ਪੀੜ ਦਾ ਸੰਘਣਾ ਜੰਗਲ ਸੀ। ਤੇ ਉਹ ਪਿੱਛੇ ਮੁੜ ਕੇ ਦੌੜੇ ਆਉਂਦੇ ਰਤਨੇ ਨੂੰ ਸਿਰਫ ਇੱਕ ਵਾਰ ਅੱਖਾਂ ਭਰ ਕੇ ਵੇਖ ਲੈਣ ਦੀ, ਮਨ ਵਿੱਚ ਕੜਵੱਲਾਂ ਲੈਂਦੀ ਪੀੜ ਨੂੰ ਮਨ ਵਿੱਚ ਹੀ ਦਬਾਈ, ਅੱਖਾਂ ਦੇ ਕੋਇਆਂ 'ਚ ਆਏ ਅੱਥਰੂਆਂ ਨੂੰ ਸਾਫੇ ਨਾਲ ਪੂੰਝਦਾ ਕਾਹਲੀ ਨਾਲ ਗਲੀ ਦਾ ਮੋੜ ਆਇਆ ਸੀ। ਉਸਨੂੰ ਉਹ ਮੁੜ ਕੇ ਤੁਰ ਆਏ ਨੂੰ ਕਿੰਨੇ ਸਾਲ ਬੀਤ ਗਏ ਸਨ। ਉਹ ਰਤਨੇ ਨੂੰ ਛੱਡ ਆਇਆ ਸੀ, ਪਰ ਰਤਨਾ ਤਾਂ ਅਜੇ ਵੀ ਉਹਦੀਆਂ ਲੱਤਾਂ ਨੂੰ ਜੱਫੀ ਪਾਈ ਖੜੋਤਾ ਸੀ। ਉਹ ਕਿੰਨੇ ਸਾਲ ਮੋਹ ਮਾਇਆ ਦੇ ਜਾਲ ਨੂੰ ਤੋੜ ਕੇ ਨਿਕਲਣ ਦੇ ਰੱਬ ਨੂੰ ਪਾਉਣ ਦਾ ਯਤਨ ਕਰਦਾ ਆਇਆ ਸੀ। ਜਿਹੜੀ ਸ਼ਾਂਤੀ ਉਹਨੂੰ ਸਮਾਜ ਵਿੱਚੋਂ ਨਹੀਂ ਸੀ ਮਿਲੀ, ਗ੍ਰਸਥ ਵਿੱਚੋਂ ਨਹੀਂ ਸੀ ਮਿਲੀ, ਉਸ ਸ਼ਾਂਤੀ ਦੀ ਭਾਲ 'ਚ ਉਹਨੇ ਬਾਬਿਆਂ ਦੇ ਦਲ 'ਚ ਸ਼ਾਮਲ ਹੋਣ ਦਾ ਨਿਰਣਾ ਲਿਆ।
ਜਿਹੜੀਆਂ 8-9 ਜਮਾਤਾਂ ਉਸ ਪੜ੍ਹੀਆਂ ਸਨ ਤੇ ਮੇਲਿਆਂ ਤੇ ਜਿਹੜੇ ਰਾਗੀਆਂ ਢਾਡੀਆਂ ਦੇ ਦੀਵਾਨ ਸੁਣੇ ਸਨ, ਉਸ ਮੁਤਾਬਕ ਉਹਨੂੰ ਇਹ ਪੰਥ ਆਪਣੇ ਨਹੀਂ ਸਭ ਤੋਂ ਠੀਕ ਲੱਗਾ ਸੀ, ਜਿੱਥੇ ਉਹਨੂੰ ਹੋਰ ਫਕੀਰਾਂ ਵਾਂਗ ਘਰ ਘਰ ਰੋਟੀ ਮੰਗਣ ਨਹੀਂ ਸੀ ਜਾਣਾ ਪੈਣਾ। ਉਂਝ ਵੀ ਦੂਜੇ ਸਾਧਾਂ ਵਾਂਗ ਇਕੱਲਾ ਕਾਰਾ ਸੁਰੱਖਿਅਤ ਜੀਵਨ ਬਤੀਤ ਕਰਨ ਨਾਲੋਂ ਇੱਕ ਨਿੱਕੇ ਜਿਹੇ ਸਮਾਜ 'ਚ ਸੁਰੱਖਿਅਤ ਜੀਵਨ ਜੀਣ ਦੀ ਚਾਹ ਅਚੇਤ ਹੀ ਉਹਦੇ ਮਨ 'ਚ ਸੀ। ਪਰ ਇੱਥੇ ਰਹਿੰਦਿਆਂ ਵੀ ਜਦੋਂ ਉਹਨੂੰ ਆਮ ਸੰਸਾਰਕ ਵਤੀਰੇ ਦੀ ਝਲਕ ਕਿਤੇ ਪੈਂਦੀ ਤਾਂ ਉਹਦੇ ਮਨ ਵਿੱਚ ਉਸ ਜੀਵਨ ਪ੍ਰਤੀ, ਰੱਬ ਪ੍ਰਤੀ ਤੇ ਆਮ ਸੰਸਾਰਕ ਜੀਵਨ ਸੰਬੰਧੀ ਪ੍ਰਸ਼ਨਾਂ ਦਾ ਇੱਕ ਝੁਰਮਟ ਖੜਾ ਹੋ ਜਾਂਦਾ। ਅਜਿਹੇ ਸਮੇਂ ਉਹਦੇ ਕੰਨਾਂ 'ਚ ਸ਼ਹਿਦ ਦੀਆਂ ਮੱਖੀਆਂ ਦੀ ਭਿੰਨ ਭਿੰਨ ਵਾਂਗ ਰਤਨੇ ਤੇ ਰੋਂਦੇ ਤੋਤਲੇ ਬੋਲ ਗੂੰਜਣ ਲੱਗ ਪੈਂਦੇ ਤੇ ਉਹਨੂੰ ਲੱਗਦਾ ਉਹ ਉਸੇ ਗਲੀ ਵਿੱਚ ਹੀ ਤੁਰਦਾ ਆ ਰਿਹਾ ਸੀ ਤੇ ਗਲੀ ਇੰਨੀ ਲੰਮੀ, ਡੂੰਘੀ ਤੇ ਹਨੇਰੀ ਸੀ ਕਿ ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ। ਪਰ ਉਹ ਅਕਸਰ ਕੰਨਾਂ 'ਚ ਬੁੱਝੇ ਦੇ ਲੈਂਦਾ ਤੇ ਇਸ ਆਵਾਜ਼ ਨੂੰ ਕੰਨਾਂ ਵਿੱਚ ਵੜਨੋਂ ਰੋਕਦਾ, ਆਪਣੇ ਆਪ ਨੂੰ ਸਮਝਾਉਂਦਾ ਕਿ ਇਹ ਤਾਂ ਉਹਦੇ ਵਿਸ਼ਵਾਸ ਵਿੱਚ ਹੀ ਕੋਈ ਘਾਟ ਸੀ, ਜਿਹੜਾ ਉਹਨੂੰ ਦੁਨਿਆਵੀ ਮੋਹ ਮਾਇਆ ਆਪਣੇ ਵੱਲ ਖਿੱਚਦੀ ਸੀ। ਆਪਣੇ ਅੰਦਰ ਬੈਠੇ ਦੁਨੀਆਦਾਰ ਬੰਦੇ ਨੂੰ ਉਹ ਮਾਰ ਨਹੀਂ ਸੀ ਸਕਿਆ। ਇਹ ਦੁਨੀਆਦਾਰ ਅਕਸਰ ਸਵਾਲਾਂ ਦੀਆਂ ਸੂਲਾਂ ਲੈ ਕੇ ਉੱਠ ਖੜੋਂਦਾ। ਇਹ ਸਵਾਲ ਜਦੋਂ ਉਸ ਕੋਲੋਂ ਆਪ ਹੱਲ ਨਾ ਹੁੰਦੇ ਤੇ ਬਾਬਿਆਂ ਕੋਲ ਵੀ ਪਹੁੰਚ ਜਾਂਦਾ। ਪਹਿਲੇ ਦਿਨਾਂ ਵਿੱਚ ਹੀ ਉਹ ਬਾਬਿਆਂ ਦੇ ਚੱਲਦੇ ਵਹੀਰ ਨਾਲ ਸ਼ਾਮਲ ਹੋ ਕੇ ਗੁਰਧਾਮਾਂ ਦੀ ਯਾਤਰਾ ਤੇ ਗਿਆ ਤੇ ਰਾਹ ਵਿੱਚ ਹੀ ਬਾਬਿਆਂ ਦੀ ਹਜ਼ੂਰੀ 'ਚ ਆ ਖੜਾ ਹੋਇਆ। ਉਹ ਦਲ ਦੇ ਘੋੜਿਆਂ ਲਈ ਦੂਜੇ ਸਿੰਘਾਂ ਨਾਲ ਪੱਠੇ ਲੈਣ ਗਿਆ ਸੀ। ਸਿੰਘ ਇੱਕ ਜੱਟ ਦੇ ਚਟਾਲੇ ਦੇ ਖੇਤ ਵਿੱਚ ਛਟਾਲਾ ਵੱਢਣ ਬੈਠ ਗਏ। 3-4 ਪੰਡਾਂ ਵੱਢੀਆਂ ਗਈਆਂ ਤਾਂ ਜੱਟ ਨੇ ਹੱਥ ਜੋੜ ਕੇ ਉਹਨਾਂ ਨੂੰ ਰੋਕਣਾ ਚਾਹਿਆ। ਉਸ ਦਾ ਇਹੋ ਹੀ ਚਟਾਲਾ ਸੀ, ਬਾਕੀ ਪੱਠੇ ਉਹ ਕਿਸੇ ਹੋਰ ਖੇਤ ਦੇ ਵਿੱਚੋਂ ਲੈ ਜਾਣ। ਸਿੰਘਾ ਸੇਵਾ ਹੀ ਆ, ਸੇਵਾ ਲੇਖੇ ਲੱਗ ਜੂ ਤੇਰੀ, ਭਰਮ ਨਾ ਕਰ, ਗੁਰੂ ਖੁਸ਼ੇ ਬਖਸ਼ੂਗਾ। ਉਹ ਖੇਤ ਖੇਤ ਤੁਰੇ ਰਹਿਣ ਦੀ ਖੇਚਲ ਦੇ ਹੱਕ 'ਚ ਨਹੀਂ ਸਨ। ਉਹਨਾਂ ਜੱਟ ਤੇ ਚੀਕਦਿਆਂ ਰੋਕਦਿਆਂ ਅੱਧਾ ਖੇਤ ਸਾਫ਼ ਕਰ ਦਿੱਤਾ। ਉਹਨੂੰ ਲੱਗਾ ਜੱਟ ਦੀ ਥਾਂ ਜਿਵੇਂ ਉਹ ਆਪ ਖਲੋਤਾ ਹੋਵੇ ਤੇ ਖਾਲੀ ਖੁਰਲੀਆਂ ਉੱਤੇ ਅੰਦਰ ਧਸੀਆਂ ਵੱਖੀਆਂ ਤੇ ਉੱਭਰੀਆਂ ਪਸਲੀਆਂ ਵਾਲੇ ਉਹਦੇ ਪਸ਼ੂ ਮੂੰਹ ਚੁੱਕੀ ਤੇ ਕੰਨ ਖੜੇ ਕਰੀ ਉੜਿੰਗਦੇ ਉਹਦੇ ਪੱਠੇ ਉਡੀਕ ਰਹੇ ਹੋਣ। ਸਾਰੀ ਗੱਲ ਬਾਬਿਆਂ ਨਾਲ ਕਰਕੇ ਪੁੱਛਣ ਲੱਗਾ, ਬਾਬਾ ਜੀ, ਕਿਸੇ ਦੀ ਮਰਜ਼ੀ ਤੋਂ ਬਿਨਾਂ ਇੰਜ ਜਬਰੀ ਲਈ ਗਈ ਸੇਵਾ 'ਚ ਗਿਣੀ ਜਾਂਦੀ ਹੈ? ਬਾਬਾ ਜੀ ਭਾਰੀ ਮੁਛਹਿਰਿਆਂ ਵਿੱਚੋਂ ਮੁਸਕਰਾਉਂਦੇ ਰਹੇ। ਕਿਸੇ ਨੂੰ ਦੁੱਖ ਵੀ ਦੇਈ ਜਾਣਾ ਤੇ ਇਹ ਵੀ ਆਖੀ ਜਾਣਾ ਗੁਰੂ ਖੁਸ਼ੇ ਬਖਸ਼ੇਗਾ। ਕੋਈ ਨਹੀਂ ਸਿੱਖਾ, ਸਮਝਾਵਾਂਗੇ ਸਿੰਘਾਂ ਨੂੰ। ਬਾਬਾ ਜੀ ਨੇ ਸਮਝਾਇਆ ਵੀ ਤਾਂ ਦੂਜੇ ਉਸ ਨਾਲ ਖਾਰ ਖਾਣ ਲੱਗ ਪਏ। ਇਸ ਗੱਲ ਤੋਂ 5-6 ਦਿਨਾਂ ਬਾਅਦ ਹੀ ਇੱਕ ਪੜਾਅ ਤੇ ਉਹ ਬਾਹਰ ਜੰਗਲ ਮੈਦਾਨ ਨਿਕਲਿਆ ਤਾਂ ਡਰੇਨੋਂ ਪਾਰ ਆਪਣੇ 3 ਸਾਥੀਆਂ ਨੂੰ ਇੱਕ ਬੈਕ ਤੋਂ ਕਰਮੰਡਲ ਵਿੱਚ ਲਿਆ ਕੇ ਸ਼ਰਾਬ ਪੀਂਦਿਆਂ ਵੇਖ ਲਿਆ ਤਾਂ ਉਹਨਾਂ ਨੇ ਆਖਿਆ, ਜੇ ਖੇਡਣਾ ਹੀ ਆ ਤਾਂ ਆ ਜਾ, ਜੇ ਬੁਝੇ ਰਹਿਣਾ ਹੀ ਆ ਤਾਂ ਬੈਠਾ ਰਹੋ, ਪਰ ਮਹਾਂਪੁਰਖਾਂ ਨਾਲ ਬਚਨ ਨਾ ਕਰੀ। ਬਹੁਤਾ ਸੱਚ ਪੁੱਤ ਬਣਿਆ ਤੂੰ ਜਥੇਦਾਰ ਨਹੀਂ ਬਣ ਜਾਣਾ, ਬਸ ਗੁਰੂ ਦਾ ਬਣ ਕੇ ਰਹੋ, ਵਾਹਿਗੁਰੂ ਬੋਲ। ਹੁਣ ਉਹ ਨਾ ਹੀ ਬਾਬਿਆਂ ਕੋਲ ਗੱਲ ਕਰਦਾ ਸੀ ਤੇ ਨਾ ਹੀ ਸਾਥੀਆਂ ਵਿੱਚ ਉਹਨੂੰ ਕੁਝ ਇੰਨਾ ਚੰਗਾ ਸਮਝਿਆ ਜਾਂਦਾ ਸੀ। ਉਹ ਅਜੀਬ ਦੁਬਦਾ 'ਚ ਰਹਿੰਦਾ। ਪਤਾ ਨਹੀਂ ਸੀ ਲੱਗਦਾ ਕਿ ਬਾਬਿਆਂ ਤੋਂ ਇਹੋ ਜਿਹੀਆਂ ਗੱਲਾਂ ਲੁਕਾ ਕੇ ਰੱਖਣਾ ਚੰਗਾ ਸੀ ਜਾਂ ਦੱਸ ਦੇਣਾ। ਉਹਦਾ ਮਨ ਅਸ਼ਾਂਤ ਰਹਿਣ ਲੱਗਾ। ਜਿਹੜੇ ਦੁੱਖ, ਨਿਰਾਸ਼ਾ ਤੇ ਈਰਖਾ ਤੋਂ ਬਚਣਾ ਚਾਹੁੰਦਾ ਸੀ, ਉਹ ਉਹਨੂੰ ਘੇਰ ਖਲੋਂਦੇ। ਬੜੇ ਮਾਨਸਿਕ ਘੋਲ ਤੋਂ ਪਿੱਛੋਂ ਉਹਨੇ ਆਪਣੇ ਆਪ ਨੂੰ ਹੀ ਦੋਸ਼ੀ ਪਾਇਆ। ਉਹਨੇ ਆਪਣੇ ਆਪ ਨੂੰ ਉਸ ਗਰੀਬ ਜੱਟ ਦੀ ਥਾਂ ਤੇ ਰੱਖ ਕੇ ਕਿਉਂ ਵੇਖਿਆ ਸੀ? ਆਪਣੇ ਅੰਦਰਲਾ ਇਹ ਦੁਨੀਆਦਾਰ ਬੰਦਾ ਜਿੰਨਾ ਚਿਰ ਖਤਮ ਨਹੀਂ ਕਰਦਾ, ਉਹ ਰੱਬ ਨੂੰ ਨਹੀਂ ਪਾ ਸਕੇਗਾ। ਪਰ ਉਸਨੂੰ ਦੁੱਖ ਹੁੰਦਾ, ਇਹ ਦੁਨੀਆਦਾਰ ਬੰਦਾ ਮਰਦਾ ਕਿਉਂ ਨਹੀਂ ਸੀ? ਵੱਡੇ ਗੁਰਦੁਆਰੇ 'ਚ ਦਿਨੇ ਰਾਤ ਕਥਾ ਕਰਕੇ ਰੱਬ ਦੇ ਘਰ ਨੂੰ ਜਾਂਦਾ ਰਾਹ ਦੱਸਣ ਵਾਲਾ ਮਿੱਠ ਬੋਲੜਾ ਭਾਈ ਜੋਧ ਸਿੰਘ ਗੁਰਦੁਆਰੇ ਹੇਠਲੇ ਭੋਰੇ ਵਿੱਚੋਂ ਕਿਸੇ ਜਨਾਨੀ ਨਾਲ ਫੜਿਆ ਗਿਆ ਤਾਂ ਉਹਨੇ ਸੋਚਿਆ ਜਾਂ ਬੰਦਿਆਂ ਵਿੱਚ ਤੇ ਜਾਂ ਦਿੱਤੀ ਜਾਂਦੀ ਧਾਰਮਿਕ ਸਿੱਖਿਆ 'ਚ ਜ਼ਰੂਰ ਕਿਤੇ ਗੜਬੜ ਹੈ। ਇਸ ਗੜਬੜ ਨੇ ਉਸਨੂੰ ਹੋਰ ਵੀ ਬੇਚੈਨ ਕਰ ਦਿੱਤਾ ਜਦੋਂ ਭਾਈ ਗਰਜਾ ਸਿੰਘ, ਜਿਸ ਨੇ ਕਈ ਸਾਲ ਪਹਿਲਾਂ ਆਪਣੇ ਘਰ ਪੁੱਤਰ ਨਾ ਹੋਣ ਕਰਕੇ ਆਪਣੀ ਜ਼ਮੀਨ ਗੁਰਦੁਆਰੇ ਦੇ ਨਾਂ ਲਗਾ ਦਿੱਤੀ ਸੀ ਤੇ ਦੋਵੇਂ ਜੀ ਦਿਨੇ ਰਾਤ ਗੁਰੂ ਘਰ ਦੀ ਸੇਵਾ ਕਰਦੇ ਰਹੇ ਸਨ, ਦੇ ਘਰ ਪਿਛਲੇ ਉਮਰੇ ਪੁੱਤਰ ਨੇ ਜਨਮ ਲਿਆ ਤੇ ਉਸ ਗੱਲ 'ਚ ਪੱਲਾ ਪਾ ਕੇ ਬਾਬਿਆਂ ਨੂੰ ਬੇਨਤੀ ਕੀਤੀ, ਮਹਾਂਪੁਰਖੋ, ਜੇ ਉਸ ਜ਼ਮੀਨ 'ਚੋਂ ਕੁਝ ਮੈਨੂੰ ਵਾਪਸ ਕਰ ਦਿਓ। ਬਾਬਿਆਂ ਦੇ ਚਿਹਰੇ ਉੱਤੇ ਤਾਂ ਸਦਾ ਬਹਾਰ ਮੁਸਕਰਾਹਟ ਸੀ। ਭਾਰੀ ਦਾੜੇ ਦੇ ਬਰੀਕ ਤੇ ਸਾਫ਼ ਸ਼ਫਾਫ ਵਾਲ ਹਵਾ 'ਚ ਹਿੱਲ ਰਹੇ ਸਨ। ਉਹਨਾਂ ਦੀ ਖਾਮੋਸ਼ੀ ਵੱਲ ਵੇਖ ਗਰਜਾ ਸਿੰਘ ਬੋਲੀ ਗਿਆ, ਮੇਰੀ ਵੀ ਤੁਹਾਡੀ ਦਇਆ ਨਾਲ ਸੰਸਾਰ ਨਾਲ ਸਾਂਝ ਪੈ ਗਈ।
ਜ਼ਮੀਨ ਹੋਊ ਤਾਂ ਮੇਰਾ ਮੁੰਡਾ। ਬਾਬਿਆਂ ਨੇ ਲਾਗੇ ਖੜੋਤੇ ਮੁਖੀ ਸੇਵਕ ਨੂੰ ਨੂਰਾਨੀ ਚਿਹਰੇ ਤੇ ਮੁਸਕਰਾਹਟ ਫੈਲਾਉਂਦਿਆਂ ਕਿਹਾ, ਤੂੰ ਦੱਸ ਬਈ ਗੁਰਮੁਖਾ। ਤੇ ਗੁਰਮੁਖ ਗਰਜਾ ਸਿੰਘ ਨੂੰ ਕਹਿਣ ਲੱਗਾ, ਗਰਜਾ ਸਿਆਂ ਕੀ ਗੱਲਾਂ ਕਰਦਾ ਹੈ? ਸੰਸਾਰ ਨਾਲ ਤਾਂ ਸਾਂਝ ਬਣੀ, ਧੰਨ ਕਹੋ ਮਾਂ ਪੁਰਖਾਂ ਨੂੰ, ਪਰ ਰੱਬ ਨਾਲ ਬਣੀ ਸਾਂਝ ਕਿਉਂ ਤੋੜਦਾ ਹੈ? ਭੁਜੰਗੀ ਨੂੰ ਵੀ ਲੜ ਲਾ ਦੇ ਬਾਬਿਆਂ ਦੇ, ਹੁਣ ਪਿੱਛੇ ਨਾ ਮੁੜ। ਤੇ ਉਂਝ ਵੀ ਜਿਹੜੀ ਜ਼ਮੀਨ ਦਾ ਗੁਰੂ ਘਰ ਦੇ ਨਾਂ ਅਰਦਾਸਾ ਹੋ ਗਿਆ, ਉਹ ਵਾਪਸ ਥੋੜਾ ਹੋ ਸਕਦੀ ਆ। ਸੰਤਾ ਸਿੰਘ ਕਦੀ ਬਾਬਿਆਂ ਵੱਲ, ਕਦੀ ਗਰਜਾ ਸਿੰਘ ਵੱਲ, ਕਦੀ ਸੰਗਤ ਵੱਲ ਤੇ ਕਦੀ ਆਪਣੇ ਅੰਦਰ ਵੇਖਣ ਲੱਗਾ। ਬਾਬਿਆਂ ਦੀ ਨਿਰਲਿਪਤ ਮੁਸਕਰਾਹਟ ਉਹਨੂੰ ਕਹਿੰਦੀ ਜਾਪਦੀ ਸੀ, ਇੰਨੀ ਪਦਵੀ ਤੇ ਪਹੁੰਚ ਕੇ ਵੀ ਦੁਨੀਆਦਾਰ ਬੰਦੇ ਨੂੰ ਮਾਰਨਾ ਕਿੰਨਾ ਔਖਾ ਹੈ। ਬਸ ਪੁਆੜੇ ਦੀ ਜੜ ਤਾਂ ਇਹ ਦੁਨੀਆਦਾਰ ਬੰਦਾ ਸੀ, ਉਸਨੇ ਇਸ ਬੰਦੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇੰਨੇ ਸਾਲ ਉਹ ਇਸੇ ਯਤਨ 'ਚ ਲੱਗਾ ਰਿਹਾ ਸੀ। ਉਹਨੇ ਆਪਣੇ ਆਪ ਨੂੰ ਠੰਡਾ ਪੱਥਰ ਬਣਾ ਲਿਆ ਸੀ। ਜਿੰਨਾ ਉਹ ਵਧੇਰੇ ਪੱਥਰ ਬਣਦਾ ਗਿਆ, ਉਨਾ ਹੀ ਲੋਕਾਂ 'ਚ ਉਹਦੇ ਸਾਧੂ ਸੁਭਾਅ ਦੀ ਪ੍ਰਸ਼ੰਸਾ ਹੁੰਦੀ ਗਈ, ਉਹਦੇ ਤਿਆਗ ਦਾ ਚਰਚਾ ਹੁੰਦਾ ਗਿਆ। ਮਨ ਦੇ ਵਹਾਅ 'ਚ ਵਹਿੰਦਾ ਉਹ ਗੁਰਦੁਆਰੇ ਤੋਂ ਕਿੱਲਾ ਕੁ ਦੂਰ ਵਗਦੀ ਨਹਿਰ ਦੀ ਪਟੜੀ ਤੇ ਆ ਚੜਿਆ। ਸੂਰਜ ਤੇਜ਼ੀ ਨਾਲ ਹੇਠਾਂ ਨੂੰ ਜਾ ਰਿਹਾ ਸੀ ਤੇ ਉਹਦੇ ਸਿਰ ਤੇ ਕਾਫੀ ਉੱਚੀ ਇੱਕ ਨਿੱਕੀ ਜਿਹੀ ਧੂਏ ਰੰਗੀ ਬੱਦਲੀ ਪਤਾ ਨਹੀਂ ਕਿੱਧਰੋਂ ਆ ਗਈ ਸੀ। ਪਟੜੀ ਤੇ ਚੜ ਕੇ ਉਹ ਪਲ ਖਲੋਤਾ, ਜਿਵੇਂ ਸੋਚ ਰਿਹਾ ਹੋਵੇ ਕਿ ਪਟੜੀ ਤੇ ਕਿੱਧਰ ਨੂੰ ਤੁਰਨਾ ਹੈ। ਫਿਰ ਉਹ ਜਿਵੇਂ ਫੈਸਲਾ ਕਰਕੇ ਨਹਿਰ ਦੇ ਚੜ੍ਹਦੇ ਰੁੱਖ ਨੂੰ ਤੁਰ ਪਿਆ। ਇਸੇ ਨਹਿਰ ਤੇ ਲਹਿੰਦੇ ਪਾਣੀ ਵੱਲ 10 ਕੁ ਮੀਲ ਤੇ ਉਹਦਾ ਪਿੰਡ ਸੀ। ਜਦ ਵੀ ਕਦੀ ਉਹ ਪਟੜੀ ਤੇ ਚੜ੍ਹਦਾ ਤਾਂ ਉਹਨੂੰ ਲੱਗਦਾ ਜਿਵੇਂ ਉਹਦਾ ਪਿੰਡ ਡੋਰ ਪਾਈ ਉਹਨੂੰ ਆਪਣੇ ਪਾਸੇ ਵੱਲ ਪਟੜੀ ਤੇ ਟੁਰਨ ਲਈ ਧੂ ਰਿਹਾ ਹੋਵੇ। ਪਰ ਉਹ ਛੇਤੀ ਹੁਜਕਾ ਮਾਰ ਕੇ ਉਸ ਡੋਰ ਨੂੰ ਤੋੜ ਸੁੱਟਦਾ ਤੇ ਪਿੰਡ ਵਾਲੇ ਪਾਸੇ ਕੰਢ ਕਰਕੇ ਚੜ੍ਹਦੇ ਪਾਣੀ ਨੂੰ ਤੁਰ ਪੈਂਦਾ, ਜਿਵੇਂ ਪਿੰਡ ਤੋਂ ਹੋਰ ਦੂਰ ਦੌੜ ਜਾਣਾ ਹੋਵੇ। ਕਦੀ ਪਿੰਡ ਇੰਨਾ ਨੇੜੇ ਹੋ ਕੇ ਵੀ ਉਸ ਤੋਂ ਹਜ਼ਾਰਾਂ ਮੀਲ ਦੂਰ ਹੁੰਦਾ, ਤੇ ਕਦੀ ਇੰਨਾ ਦੂਰ ਹੋ ਕੇ ਵੀ ਉਸ ਦੇ ਇੰਨਾ ਨੇੜੇ ਹੁੰਦਾ ਕਿ ਉਹਦੇ ਸਭ ਗਲੀਆਂ, ਮਕਾਨ ਤੇ ਖੇਤ ਤੇ ਸਭ ਤੋਂ ਵੱਧ ਕੇ ਪਿੰਡ ਦੇ ਪਰਿਵਾਰ ਦੇ ਜੀਅ, ਜਿਹੜੇ ਕਦੀ ਕਦੀ ਤਾਂ ਉਹਨੂੰ ਬੜੇ ਆਪਣੇ ਆਪਣੇ ਲੱਗਦੇ ਤੇ ਕਦੀ ਬਿਲਕੁਲ ਬੇਗਾਨੇ ਅਜਨਬੀ ਲੱਗਦੇ, ਉਹਦੀਆਂ ਅੱਖਾਂ ਅੱਗੇ ਤੁਰੇ ਫਿਰਦੇ। ਨਹਿਰ ਜਿਹੜੀ ਉਹਦੇ ਬਚਪਨ 'ਚ ਪੂਰੀ ਕੰਢਿਆਂ ਤੱਕ ਭਰ ਕੇ ਵਗਦੀ ਹੁੰਦੀ ਸੀ ਤੇ ਜਿਹਦੀ ਪਟੜੀ ਹਰ ਵੇਲੇ ਸੜਕ ਵਾਂਗ ਸਾਫ਼ ਤੇ ਪੱਧਰੀ ਰਹਿੰਦੀ ਸੀ, ਹੁਣ ਪਹਿਲਾਂ ਨਾਲੋਂ ਤੀਜਾ ਹਿੱਸਾ ਵੀ ਨਹੀਂ ਸੀ ਰਹਿ ਗਈ। ਪਾਕਿਸਤਾਨ ਨੂੰ ਪਾਣੀ ਬੰਦ ਹੋ ਜਾਣ ਕਰਕੇ ਤੇ ਹੱਦ ਤੇ ਬੰਨ ਵੱਜ ਜਾਣ ਕਰਕੇ ਰੇਤ ਨੇ ਪਾਸਿਆਂ ਤੋਂ ਨਹਿਰ ਦਾ ਬਹੁਤ ਭਾਗ ਪੂਰ ਦਿੱਤਾ ਸੀ ਤੇ ਉੱਥੇ ਹੁਣ ਘਾਹ ਫੂਸ ਤੇ ਕਾਹੀ ਉਗਾਈ ਸੀ। ਸਾਮ ਖੁਣੋਂ ਪਟੜੀ ਵੀ ਥਾਂ ਥਾਂ ਤੋਂ ਟੁੱਟੀ ਹੋਈ ਸੀ ਤੇ ਮੀਂਹ ਦੀਆਂ ਘਰਾੜਾਂ ਨਾਲ ਕੰਢਿਆਂ ਤੋਂ ਖੁਰੀ ਹੋਈ ਸੀ। ਰੇਤ ਨਾਲ ਭਰੀ ਨਹਿਰ ਵਿੱਚ ਵਲ ਵਿੰਗ ਖਾਂਦਾ ਪਾਣੀ ਹੌਲੀ ਹੌਲੀ ਵਹਿ ਰਿਹਾ ਸੀ। ਉਹਨੂੰ ਅੱਜ ਪਹਿਲੀ ਵਾਰ ਲੱਗਾ ਕਿ ਉਹ ਤਾਂ ਜਿਵੇਂ ਇੱਕ ਕੰਢਿਆਂ ਤੋਂ ਟੁੱਟੀ ਫੁੱਟੀ ਨਹਿਰ ਵਾਂਗ ਸੀ, ਜਿਹੜੀ ਕੰਢਿਆਂ ਤੋਂ ਰੇਤ ਨਾਲ ਪੂਰੀ ਗਈ ਸੀ, ਪਰ ਜਿਸ ਦੇ ਐਨ ਵਿਚਕਾਰੋਂ ਕਿਧਰੇ ਮੋਹ ਦੀ ਚਾਂਦੀ ਰੰਗੀ ਧਾਰ ਵਗਦੀ ਪਈ ਸੀ, ਜਿਸ ਧਾਰ ਨੂੰ ਉਸਨੇ ਸਦਾ ਅੱਖਾਂ ਬੰਦ ਕਰਕੇ ਅਣਗੌਲੇ ਕਰਨ ਦਾ ਯਤਨ ਕੀਤਾ ਸੀ। ਇਸ ਧਾਰ 'ਚ ਬਚਪਨ ਦੀਆਂ ਅਨੇਕਾਂ ਯਾਦਾਂ ਸਨ। ਉਹਦੀ ਮਾਂ, ਬਚਨੀ, ਕੁਲਦੀਪ, ਰਤਨਾ ਤੇ ਸੋਚਦਿਆਂ ਉਹ ਜਿਵੇਂ ਮੱਖੀ ਨਿਗਲ ਚੱਲਿਆ ਸੀ। ਉਸ ਬਥੇਰਾ ਅੱਖਾਂ ਮੀਟੀਆਂ, ਸਿਰ ਝਟਕਿਆ, ਖੁਸ਼ਕ ਹੋਏ ਗਲ ਨੂੰ ਸਾਫ਼ ਕਰਨ ਦਾ ਯਤਨ ਕੀਤਾ, ਪਰ ਮੱਖੀ ਤਾਂ ਅੰਦਰ ਲੰਘ ਚੁੱਕੀ ਸੀ। ਉਹਦੀ ਪਤਨੀ ਨਿੰਦਰੋ, ਉਹਦੇ ਜਮਾਤੀ ਤੇ ਪਿੱਛੋਂ ਸਾਢੂ ਬਣੇ ਉਹਦੇ ਆਪਣੇ ਹੀ ਪਿੰਡ ਦੇ ਤਾਰੇ ਬਿੱਲੇ ਦੀ ਵਹੁਟੀ, ਨੰਤੀ ਦੀ ਭੈਣ। ਉਹਨੇ ਆਪਣੇ ਮਨ ਦੀਆਂ ਵਾਗਾਂ ਕੱਸਣੀਆਂ ਸ਼ੁਰੂ ਕੀਤੀਆਂ ਤੇ ਸੋਚਾਂ ਦਾ ਰੁੱਖ ਮੋੜਨਾ ਚਾਹਿਆ, ਪਰ ਦੂਜੇ ਪਾਸੇ ਕਰਮ ਕੌਰ ਖਲੋਤੀ ਸੀ। ਉਹ ਘਬਰਾ ਕੇ ਦੂਜੇ ਪਾਸੇ ਫਿਰ ਮੂੰਹ ਪੁਆਇਆ ਤੇ ਫਿਰ ਜਿਵੇਂ ਥੱਕ ਹਾਰ ਕੇ ਵਾਗਾਂ ਨੂੰ ਢਿੱਲੀਆਂ ਛੱਡ ਦਿੱਤਾ ਤੇ ਉਹ ਕਿਧਰੇ ਬਹੁਤ ਦੂਰ ਦੌੜ ਗਿਆ। ਹੁਣ ਉਹ ਤਾਰੇ ਬਿੱਲੇ ਨਾਲ ਗਲ 'ਚ ਬਸਤਾ ਪਾਈ ਪਿੰਡ ਦੇ ਸਕੂਲੋਂ ਗੱਪਾਂ ਮਾਰਦਾ ਘਰ ਨੂੰ ਮੁੜ ਰਿਹਾ ਸੀ। ਪੱਕੀ ਖੂਹੀ ਉਤਲੇ ਬੋਹੜ ਦੀ ਛਾਵੇਂ ਮਣ ਤੇ ਬੈਠੇ ਬੰਦੇ ਗੱਲਾਂ ਕਰਦੇ ਕਰਦੇ ਅਚਾਨਕ ਚੁੱਪ ਕਰ ਗਏ। ਉਹ ਦੋਵੇਂ ਗੱਲਾਂ ਕਰਦੇ ਉਹਨਾਂ ਦੇ ਕੋਲ ਦੀ ਲੰਘੇ ਕਿ ਸੰਤੇ ਦੇ ਕੰਨ ਵਿੱਚ ਪਿੱਛੇ ਬੈਠੇ ਬੰਦਿਆਂ 'ਚੋਂ ਕਿਸੇ ਦੀ ਆਵਾਜ਼ ਪਈ, ਵਿਚਾਰਾ ਵੱਡੇ ਮੁੰਡੇ ਦੇ ਦੁੱਖ ਦਾ ਮਾਰਿਆ ਈ। ਗੱਲ ਪੂਰੀ ਨਹੀਂ ਸੀ ਹੋਈ ਕਿ ਕਿਸੇ ਨੇ ਗੱਲ ਕਰਨ ਵਾਲੇ ਨੂੰ ਟੋਕ ਕੇ ਚੁੱਪ ਕਰਾਤਾ। ਉਹ ਘਰ ਦੇ ਨੇੜੇ ਆਇਆ ਤਾਂ ਉਹਦੇ ਘਰੋਂ ਉੱਚੀ ਉੱਚੀ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਹਦਾ ਉਮਰੋਂ ਪਹਿਲਾਂ ਬੁੱਢਾ ਹੋ ਗਿਆ ਦਮੇ ਦਾ ਮਰੀਜ਼ ਪਿਓ ਤੁਰ ਗਿਆ ਸੀ, ਜਿਹਨੇ ਸਾਰੀ ਉਮਰ 10 ਨਹੁੰਆਂ ਦੀ ਕਿਰਤ ਕੀਤੀ ਸੀ।
ਇਮਾਨਦਾਰੀ ਦਾ ਜੀਵਨ ਜੀਵਿਆ ਸੀ ਤੇ ਔਖਾ ਸੌਖਾ ਹੋ ਕੇ ਟੱਬਰ ਦਾ ਢਿੱਡ ਪਾਲਦਾ ਆਇਆ ਸੀ। ਰੱਬ ਦੀ ਰਜ਼ਾ 'ਚ ਰਾਜ਼ੀ ਰਹਿੰਦਾ ਹੋਇਆ ਵੀ ਇਸ ਗੱਲ ਦੀ ਚਿੰਤਾ ਲਾ ਬੈਠਾ ਸੀ ਕਿ ਉਹਦਾ ਵੱਡਾ ਪੁੱਤਰ ਵਧੇਰੇ ਪੈਸਾ ਕਮਾਉਣ ਦੇ ਲਾਲਚ ਵਿੱਚ ਵਾਹੀ ਵੱਲ ਧਿਆਨ ਨਾ ਦੇ ਕੇ ਸਰਹੱਦੋਂ ਪਾਰ ਜਾਣ ਆਉਣ ਦਾ ਕੰਮ ਕਰਨ ਲੱਗ ਪਿਆ ਸੀ। ਪਿਓ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਉਹ ਤਾਂ ਹਰ ਰੋਜ਼ ਗੁਰਦੁਆਰੇ ਸਵੇਰੇ ਸ਼ਾਮ ਮੱਥਾ ਟੇਕਣ ਵਾਲਾ, ਹਰ ਛਮਾਈ ਆਪਣੀ ਕਮਾਈ 'ਚੋਂ ਗੁਰਦੁਆਰੇ ਦਸਵੰਧ ਚੜਾਉਣ ਵਾਲਾ ਤੇ ਕਦੀ-ਕਦੀ ਪਰੇ 'ਚ ਨੇਕ ਕਮਾਈ ਦੀਆਂ ਬਰਕਤਾਂ ਦੀਆਂ ਗੱਲਾਂ ਕਰਨ ਵਾਲਾ ਆਦਮੀ ਸੀ। ਪਰ ਪੁੱਤਰ ਉਹਦੀ ਗੱਲ ਸੁਣ ਕੇ ਕਹਿੰਦਾ, ਬੁੱਢਿਆ ਐਵੇਂ ਫਿਕਰ ਨਾ ਕਰ, ਤੇਰਾ ਦਸਵੰਧ ਵੀ ਗੁਰਦੁਆਰੇ ਦੇ ਵਿਹਲੜ ਸਾਧ ਹੀ ਚੱਕ ਜਾਂਦੇ ਨੇ। ਉਹ ਕਿਹੜਾ ਕਮਾਈ ਕਰਦੇ ਨੇ, ਤੇ ਤੇਰੀ ਕਮਾਈ 'ਚ ਵੀ ਕਿਹੜੀ ਬਰਕਤ ਪਈ ਏ ਕਦੀ। ਨਾਲੇ ਮੈਂ ਕਿਹੜਾ ਕਿਸੇ ਦੀ ਚੋਰੀ ਕਰਦਾ। ਆਪਣੀ ਜਾਨ ਤੇ ਖੇਡ ਕੇ 4 ਪੈਸੇ ਕਮਾ ਰਿਆਂ ਤੇ ਮਿਹਨਤ ਤਾਂ ਮੈਂ ਵੀ 10 ਨਹੁੰਆਂ ਦੀ ਕਰਦਾ। ਮੇਰੇ ਕਿਹੜੇ 12 ਜਾਂ 32 ਨਹੁੰ ਨੇ। ਪਰ ਬੁੱਢੇ ਨੂੰ ਉਸ ਦਿਨ ਤਾਂ ਬਹੁਤ ਹੀ ਦੁੱਖ ਤੇ ਸ਼ਰਮਸਾਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੇ ਘਰ ਵੱਡੇ ਬੰਤੇ ਸਿੰਘ ਨੂੰ ਫੜਨ ਲਈ ਪੁਲਿਸ ਆਈ ਤੇ ਬੰਤਾ ਸਿੰਘ ਦੇ ਅੱਗੇ ਪਿੱਛੇ ਹੋ ਜਾਣ ਤੇ ਉਹਨੂੰ ਹੀ ਫੜ ਕੇ ਲੈ ਗਈ। ਕੁਝ ਦਿਨਾਂ ਵਿੱਚ ਹੀ ਬੰਤਾ ਸਿੰਘ ਨੇ ਪੁਲਿਸ ਨਾਲ ਲੈ ਦੇ ਕੇ ਮਸਲਾ ਹੱਲ ਤਾਂ ਕਰ ਲਿਆ, ਪਰ ਬਜ਼ੁਰਗ ਨਮੋਸ਼ੀ ਦਾ ਮਾਰਿਆ ਜਿਹਾ ਮੰਜੇ ਤੇ ਪਿਆ ਕਿ ਮੁੜ ਉੱਠਣ ਜੋਗਾ ਨਾ ਰਿਹਾ। ਉਹਨੂੰ ਇਹੋ ਦੁੱਖ ਘੁਣ ਵਾਂਗ ਖਾ ਗਿਆ ਕਿ ਲੋਕ ਉਹਦੇ ਪੁੱਤ ਨੂੰ ਬਲੈਕੀ ਆਖਦੇ ਸਨ। ਜਿਸ ਘਰ ਵੱਲ ਕਦੀ ਪੁਲਿਸ ਨੇ ਮੂੰਹ ਨਹੀਂ ਸੀ ਕੀਤਾ, ਉਸ ਘਰ 'ਚ ਪੁਲਿਸ ਉਹਦੇ ਪੁੱਤ ਨੂੰ ਫੜਨ ਆਉਂਦੀ ਸੀ। ਜਿਸ ਪੁੱਤ ਕਰਕੇ ਉਹਨੂੰ ਪੁਲਿਸ ਤੋਂ ਇਸ ਉਮਰ 'ਚ ਧੌਲਾਂ ਖਾਣੀਆਂ ਪਈਆਂ ਸਨ ਤੇ ਜਿਸ ਨੇ ਉਹਨੂੰ ਹਵਾਲਾਤ ਦਾ ਮੂੰਹ ਦਿਖਾਇਆ ਸੀ। ਵਿਚਾਰੇ ਨੂੰ ਕੀ ਪਤਾ ਸੀ ਕਿ ਇੰਨੇ ਸਾਲ ਬੀਤ ਜਾਣ ਤੋਂ ਪਿੱਛੋਂ ਉਹਦੇ ਪੁੱਤਰ ਬੰਤਾ ਸਿੰਘ ਦਾ ਸਮਾਜ ਵਿੱਚ ਕੀ ਥਾਂ ਹੋਣਾ ਸੀ। ਉਹਨੇ ਪਿੰਡ ਦਾ ਸਰਪੰਚ ਬਣਨਾ ਸੀ ਤੇ ਲੋਕਾਂ ਨੇ ਉਸ ਦੇ ਉੱਚੇ ਚੁਬਾਰਿਆਂ ਵੱਲ ਵੇਖ ਕੇ ਉਹਨਾਂ ਚੁਬਾਰਿਆਂ ਨੂੰ ਬਲੈਕੀਆਂ ਦੇ ਚੁਬਾਰੇ ਇੰਝ ਆਖਣਾ ਸੀ ਜਿਵੇਂ ਬਲੈਕੀਆ ਕੋਈ ਰਾਏ ਸਾਹਿਬ ਜਾਂ ਸਰਦਾਰ ਬਹਾਦਰ ਵਰਗਾ ਮਾਣਯੋਗ ਸਰਕਾਰੀ ਖਿਤਾਬ ਹੋਵੇ। ਪੁਲਿਸ ਤਾਂ ਹੁਣ ਵੀ ਉਹਦੇ ਘਰ ਆਉਂਦੀ ਸੀ, ਪਰ ਕੁੱਕੜ ਮੁਰਗੇ ਛਕਣ ਤੇ ਘਰ ਦੀ ਕੱਢੀ ਤੇਜ਼ ਸ਼ਰਾਬ ਸੁੜਕਣ। ਬੰਤਾ ਸਿੰਘ ਦੇ ਆਖੇ ਲੋਕਾਂ ਨੂੰ ਫੜਨ ਤੇ ਛੱਡਣ ਲਈ ਪਤਾ ਕਰਨ। ਪਿਓ ਦੇ ਮਰਨ ਪਿੱਛੋਂ ਸੰਤਾ ਕੁਝ ਦਿਨ ਅਫਸੋਸ ਵਜੋਂ ਤੇ ਨਾਲੇ ਮਾਲ ਡੰਗਰ ਸਾਂਭਣ ਕਰਕੇ ਸਕੂਲ ਨਾ ਗਿਆ ਤਾਂ ਉਹਦਾ ਨਾਂ ਸਕੂਲੋਂ ਕੱਟ ਦਿੱਤਾ ਗਿਆ। ਕੋਈ ਉਹਨੂੰ ਮੁੜ ਕੇ ਦਾਖਲ ਕਰਾਉਣ ਨਾ ਗਿਆ। ਉਹ ਘਰ ਦੇ ਕੰਮ 'ਚ ਲੱਗਾ ਰਹਿੰਦਾ। ਵੱਡਾ ਭਰਾ ਫੇਰੇ ਤੋਰੇ ਤੇ ਰਹਿੰਦਾ, ਉਹਨੂੰ ਵੱਖ-ਵੱਖ ਕੰਮ ਕਰਨ ਦੀਆਂ ਹਦਾਇਤਾਂ ਦੇ ਛੱਡਦਾ। ਸੰਤਾ ਜਦੋਂ ਮਾਂ ਨੂੰ ਆਪਣੀ ਅਧੂਰੀ ਪੜ੍ਹਾਈ ਬਾਰੇ ਆਖਦਾ ਤਾਂ ਮਾਂ ਅੱਖਾਂ ਤੇ ਚੁੰਨੀ ਫੇਰਦੀ ਡੁਸਕਣ ਲੱਗ ਪੈਂਦੀ। ਤੇਰੇ ਕਰਮਾਂ 'ਚ ਵਿੱਦਿਆ ਹੁੰਦੀ ਤਾਂ ਉਹੋ ਹੀ ਕਿਉਂ ਮਰਦਾ, ਉਹਦੀ ਕਿਤੇ ਉਮਰ ਸੀ ਮਰਨ ਦੀ। ਇਸੇ ਬੰਤੇ ਘੜੰਤੇ ਦੇ ਦੁੱਖਾਂ ਨੇ ਉਹਨੂੰ ਮਾਰ ਲਿਆ। ਉਹ ਤਾਂ ਰੱਬ ਦਾ ਨਾਂ ਲੈਣ ਵਾਲਾ ਬੰਦਾ ਸੀ, ਪਰ ਰੱਬ ਵੀ ਉਹਦਾ ਨਾ ਬਣਿਆ। ਮਾਂ ਦੇ ਅਥਰੂ ਉਹਨੂੰ ਪਿਓ ਬੰਤੇ ਆਪਣੇ ਆਪ ਤੇ ਆਪਣੇ ਟੱਬਰ ਬਾਰੇ ਸੋਚਣ ਲਾ ਦਿੰਦੇ। ਉਹਦਾ ਪਿਓ ਕਿੰਨਾ ਧਰਮਾਤਮਾ ਸੀ। ਸੰਤੇ ਨੂੰ ਉਸ ਨਾਲ ਬਚਪਨ ਤੋਂ ਹੀ ਬੜਾ ਮੋਹ ਸੀ। ਉਹ ਜਦੋਂ ਵੀ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ, ਮੱਥਾ ਟੇਕਦਾ, ਕਥਾ ਕੀਰਤਨ ਸੁਣਦਾ ਤਾਂ ਸੰਤਾ ਹਮੇਸ਼ਾ ਉਹਦੀ ਉਂਗਲੀ ਲੱਗਾ ਰਹਿੰਦਾ। ਸਿੱਖ ਗੁਰੂਆਂ ਤੇ ਬਹਾਦਰ ਸਿੱਖਾਂ ਦੀਆਂ ਸਾਖੀਆਂ ਸੁਣਦਾ, ਪਿੰਡ ਦੇ ਮੇਲਿਆਂ ਤੇ ਢਾਡੀਆਂ ਦੀਆਂ ਵਾਰਾਂ ਸੁਣਦਾ ਤੇ ਨਿਹੰਗਾਂ ਨੂੰ ਘੋੜਿਆਂ ਤੇ ਚੜ੍ਹ ਕੇ ਧੂੜ ਉਡਾਉਂਦੇ ਨੇਜ਼ਾਬਾਜ਼ੀ ਖੇਡਦੇ ਵੇਖਦਾ। ਉਹ ਜੈਕਾਰੇ ਛੱਡਦੇ ਬੇਫਿਕਰ ਚਿਹਰੇ ਉਹਨੂੰ ਬੜੇ ਚੰਗੇ ਲੱਗਦੇ। ਉਹ ਆਪਣੇ ਪਿਓ ਨਾਲ ਹਰ ਮੱਸਿਆ ਤਰਨ ਤਾਰਨ ਵੀ ਤੁਰ ਕੇ ਜਾਂਦਾ ਰਿਹਾ ਸੀ। ਚੇਤਨ ਤੌਰ ਤੇ ਰੱਬ ਕੀ ਹੈ, ਉਸ ਨੂੰ ਪਾਉਣ ਜਾਂ ਨਾ ਪਾਉਣ ਬਾਰੇ ਉਹਨੂੰ ਅਜੇ ਕੋਈ ਸਮਝ ਨਹੀਂ ਸੀ, ਪਰ ਹੁਣ ਤੱਕ ਉਹਦਾ ਇਹ ਵਿਸ਼ਵਾਸ ਬਣ ਚੁੱਕਾ ਸੀ ਕਿ ਰੱਬ ਨਾਂ ਦੀ ਦੈਵੀ ਸ਼ਕਤੀ ਕਿਤੇ ਹੈ ਜ਼ਰੂਰ ਤੇ ਉਹ ਸਭ ਕੁਝ ਨੂੰ ਵੇਖ ਰਿਹਾ ਸੀ। ਉਹਨੂੰ ਭਲੇ ਬੁਰੇ ਦੀ ਪਛਾਣ ਸੀ ਤੇ ਉਹ ਬੰਦੇ ਦੇ ਕੀਤੇ ਕਰਮਾਂ ਦਾ ਮੁੱਲ ਪਾਉਂਦਾ ਸੀ ਤੇ ਸਭ ਕੁਝ ਉਹਦੀ ਮਰਜ਼ੀ ਨਾਲ ਹੁੰਦਾ ਸੀ। ਉਹਦੇ ਹੁਕਮ ਬਿਨਾਂ ਪੱਤਾ ਨਹੀਂ ਸੀ ਹਿਲਦਾ। ਪਰ ਹੁਣ ਜਦੋਂ ਉਹਦੇ ਸਿਰ ਤੇ ਵਾਹੀ ਦਾ ਸਾਰਾ ਭਾਰ ਆ ਪਿਆ ਸੀ, ਨਿੱਕੀ ਉਮਰੇ ਹਲ ਵਾਹੁਣਾ ਪੈਂਦਾ ਤੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਹਰ ਵੇਲੇ ਕੰਮ ਕਰਦੇ ਭੱਜਣਾ ਪੈਂਦਾ, ਤੁਹਾਨੂੰ ਲੱਗਦਾ ਕਿ ਉਹ ਕਿਹੋ ਜਿਹਾ ਪੱਤਰ ਸੀ ਜਿਹੜਾ ਉਹਦੇ ਹੁਕਮ ਨਾਲ ਹਰ ਵੇਲੇ ਹਿਲਦਾ ਰਹਿੰਦਾ ਸੀ ਤੇ ਜਿਹਨੂੰ ਕਿਧਰੇ ਵੀ ਆਰਾਮ ਨਹੀਂ ਸੀ ਮਿਲਦਾ। ਇੱਕ ਦਿਨ ਉਸਨੇ ਸੁਭਾਵਕ ਹੀ ਆਪਣੀ ਮਾਂ ਨੂੰ ਪੁੱਛ ਲਿਆ, ਮੈਂ ਕੀ ਮਾੜੇ ਕਰਮ ਕੀਤੇ ਨੇ? ਭਾਊ ਆਪ ਤਾਂ ਚਿੱਟੇ ਕੱਪੜੇ ਪਾ ਕੇ ਵਿਹਲਾ ਤੁਰਿਆ ਫਿਰਦਾ ਹੈ ਤੇ ਮੈਂ। ਉਹਨੇ ਹੁਣ ਸੋਚਿਆ ਉਹ ਤਾਂ ਐਵੇਂ ਕੁਲਦੀਪ ਨੂੰ ਦੋਸ਼ ਦਿੰਦਾ ਸੀ। ਉਸ ਅੰਦਰ ਤਾਂ ਬਚਪਨ ਵਿੱਚ ਹੀ ਕਿਧਰੇ ਨਾਸਤਕ ਵੀ ਛੁਪ ਕੇ ਬੈਠਾ ਸੀ, ਨਹੀਂ ਤਾਂ ਉਸ ਛੋਟੀ ਉਮਰ ਵਿੱਚ ਹੀ ਮਾਂ ਨੂੰ ਇਸ ਤਰ੍ਹਾਂ ਦਾ ਸਵਾਲ ਕਿਉਂ ਪੁੱਛਦਾ। ਮਾਂ ਨੇ ਆਪਣੀ ਨੂੰਹ ਨਾਲ ਗੱਲ ਕੀਤੀ, ਵੇਖ ਤੇਜੋ, ਜਿਉਣ ਜੋਗੀ ਤੂੰ ਹੀ ਬੰਤੇ ਨੂੰ ਸਮਝਾ,
ਇਹ ਵਿਚਾਰਾ ਲੋਹੇ ਦਾ ਤਾਂ ਨਹੀਂ ਬਣਿਆ, ਨਿਆਣਾ ਹੀ ਹੈ ਨਾ। ਸੁੱਖ ਨਾਲ 14-15 ਸਾਲ ਕੀ ਉਮਰ ਹੁੰਦੀ ਹੈ। ਪੜ੍ਹਨੋਂ ਤਾਂ ਹਟਾ ਲਿਆ, ਪਰ ਫਿਰ ਮਾਂ ਨੇ ਰਹਿ ਰਹਿ ਕੇ ਗੱਲ ਕਹਿ ਹੀ ਦਿੱਤੀ, ਜਿਉਣ ਜੋਗੀਏ ਮੇਰੀਆਂ ਜਾਣੀ ਦੀਆਂ ਆਂਦਰਾਂ ਹੀ ਜਾਣਦੀਆਂ। ਜੇ ਤੁਸੀਂ ਆਪਣੇ ਕੁਲਦੀਪ ਨੂੰ ਪਰਸੋਂ ਲੱਡੂ ਵੰਡ ਕੇ ਦਾਖਲ ਕਰਾ ਕੇ ਆਏ ਹੋ ਤਾਂ ਮੇਰੇ ਲਈ ਇਸ ਵਿਚਾਰੇ ਨੇ। ਉਂਝ ਕੁਲਦੀਪ ਵੀ ਮੇਰਾ ਹੀ ਪੁੱਤ ਹੈ। ਜੰਮ ਪੜੋ, ਵੱਡੀਆਂ ਉਮਰਾਂ ਹੋਣ, ਜਵਾਨੀਆਂ ਮਾਣੋ। ਮੇਰੇ ਲਈ ਤਾਂ ਜਾਣੀ ਦਾ ਮੂਲ ਨਾਲੋਂ ਵਿਆਜ ਪਿਆਰਾ। ਪਰ ਮਾਂ ਦਾ ਰੋਸ ਸੱਚਾ ਸੀ, ਪਰ ਬੰਤਾ ਸਿੰਘ ਨੂੰ ਜਦੋਂ ਪਤਾ ਲੱਗਾ ਤਾਂ ਉੱਬਲ ਪਿਆ। ਮੈਂ ਤਾਂ ਜਿਵੇਂ ਕਰਦਾ ਉਂਝ ਹੀ ਕਰੂੰ, ਤੂੰ ਮਾਈ ਕੌਣ ਹੁੰਨੀ ਆ ਮੇਰੇ ਮੁੰਡੇ ਦੀ ਪੜ੍ਹਾਈ ਨੌਲਣ ਵਾਲੀ। ਉਹਦੀ ਨਜ਼ਰ ਸੰਤੇ ਤੇ ਗਈ ਤੇ ਭਬਕ ਉੱਠਿਆ। ਵੱਡਾ ਸਰਦਾਰ, ਡਿਪਟੀ ਬਣਨਾ ਸੂ ਪੜ੍ਹ ਕੇ, ਘਰ ਦਾ ਕੰਮ ਤੇਰਾ ਪਿਓ ਕਰੂ। ਪਿਓ ਦਾ ਜ਼ਿਕਰ ਆਇਆ ਸੁਣ ਕੇ ਮਾਂ ਤੋਂ ਰਿਹਾ ਨਾ ਗਿਆ। ਪਿਓ ਦਾ ਹੁਣ ਤਾਂ ਖਹਿੜਾ ਛੱਡ ਦੇ, ਟੁੱਟ ਪੈਣੇ ਆ। ਉਹਨੂੰ ਰੱਬ ਦੇ ਬੰਦੇ ਨੂੰ ਲੈ ਤਾਂ ਬੈਠਾ, ਹੁਣ ਕਿਉਂ ਉਹਦੀ ਰੂਹ ਨੂੰ ਤਾਉਨਾ? ਬਾਂਸ ਖਹਿ ਰਹੇ ਸਨ, ਸੇਕ ਨਿਕਲ ਰਿਹਾ ਸੀ, ਮੂੰਹੋਂ ਭਾਂਬੜ ਭੜਕਿਆ। ਰੱਬ ਦਾ ਬੰਦਾ? ਕੀ ਦੇਤਾ ਰੱਬ ਨੇ ਉਹਨੂੰ? ਕੀ ਬਣਾਤਾ ਸਾਡਾ ਉਹਨੇ? ਸਾਰੀ ਉਮਰ ਭੁੱਖ ਨੂੰ ਢੇਕੇ ਮਾਰਦਾ ਰਿਹਾ। ਭੁੱਖ ਉਹਦੇ ਘਰੋਂ ਕਿਰ ਪੈਂਦੀ ਰਹੀ। ਬਹੁਤੇ ਔਖੇ ਹੋ ਤਾਂ ਆਪਣੀ ਜ਼ਮੀਨ ਵੰਡ ਲਓ, ਨਾਲੇ ਫੇਰ ਇਹਨੂੰ ਆਖੀ ਵਾਹੀ ਨਾ ਕਰੇ ਤੇ ਰੱਬ ਦੀ ਕੱਛ 'ਚ ਪਿਓ ਵਾਂਗ ਵੜ ਕੇ ਬੈਠਾ ਰਹੇ। ਗੱਲ ਆਖਰ ਜ਼ਮੀਨ ਦੀ ਵੰਡਾਈ ਤੇ ਹੀ ਮੁੱਕੀ। ਸੰਤਾ ਤੇ ਉਹਦੀ ਮਾਂ ਹਵੇਲੀ ਵਾਲਾ ਕੱਚਾ ਕੋਠਾ ਸਾਂਭ ਕੇ ਆਪਣਾ ਮਾਲ ਡੰਗਰ ਲੈ ਕੇ ਅੱਡ ਹੋ ਗਏ। ਤੇਜੋ ਨੇ ਬੜਾ ਯਤਨ ਕੀਤਾ ਕਿ ਉਹ ਦੋਵਾਂ ਭਰਾਵਾਂ ਦੇ ਸਿਰ ਜੁੜੇ ਰਹਿਣ, ਪਰ ਉਹਦੀ ਨਾ ਹੀ ਘਰ ਵਾਲੇ ਨੇ ਤੇ ਨਾ ਹੀ ਸੱਸ ਨੇ ਕੋਈ ਸੁਣੀ। ਗੁੱਸੇ ਨਾਲ ਭਰਿਆ ਪੀਤਾ ਬੰਤਾ ਤਾਂ ਸੰਤੇ ਨਾਲ ਬੋਲਦਾ ਨਹੀਂ ਸੀ। ਤੇਜੋ ਜਦੋਂ ਆਪਣੇ ਹਿੱਸੇ ਆਈਆਂ ਮੱਝਾਂ ਨੂੰ ਚੋਣ ਹਵੇਲੀ ਜਾਂਦੀ ਤਾਂ ਆਪਣੀ ਸੱਸ ਦਾ ਹਾਲ ਚਾਲ ਪੁੱਛ ਲੈਂਦੀ, ਸੰਤੇ ਦੀ ਵਾਹੀ ਬਾਰੇ ਜਾਣਕਾਰੀ ਹਾਸਲ ਕਰਦੀ। ਛੋਟਾ ਜਿਹਾ ਕੁਲਦੀਪ ਵੀ ਆਪਣੀ ਮਾਂ ਨਾਲ ਜਾਂਦਾ ਤੇ ਕਈ ਵਾਰ ਇਕੱਲਾ ਵੀ ਆ ਜਾਂਦਾ। ਉਹਦਾ ਆਪਣੇ ਚਾਚੇ ਨਾਲ ਬੜਾ ਪਿਆਰ ਰਿਹਾ ਸੀ। ਸੰਤਾ ਉਹਨੂੰ ਨਿੱਕੇ ਹੁੰਦੇ ਨੂੰ ਕੁੱਛੜ ਚੁੱਕ ਕੇ ਖਿਡਾਉਂਦਾ ਰਿਹਾ ਸੀ। ਕੁਲਦੀਪ ਨੂੰ ਘਰ ਦੇ ਜੀਆਂ ਦਾ ਇੰਝ ਅੱਡ ਹੋਣਾ ਬੜਾ ਅਜੀਬ ਤੇ ਉਪਰਾ ਲੱਗਦਾ ਸੀ। ਉਹ ਦਾਦੀ ਨੂੰ ਪੁੱਛ ਬੈਠਦਾ, ਮਾਂ ਤੁਸੀਂ ਘਰ ਕਿਉਂ ਨਹੀਂ ਆਉਂਦੇ? ਵਿਹਲੀ ਕਿਉਂ ਰਹਿੰਦੇ ਹੋ? ਵਿਹਲੀ ਤਾਂ ਡੰਗਰਾਂ ਦਾ ਘਰ ਹੁੰਦੀ ਆ। ਦਾਦੀ ਕੋਈ ਜਵਾਬ ਦੇਣ ਦੀ ਥਾਂ ਉਹਨੂੰ ਗਲ ਨਾਲ ਘੁੱਟ ਕੇ ਬੈਠੀ ਰੋਂਦੀ ਰਹਿੰਦੀ। ਉਹਦਾ ਮੂੰਹ ਸਿਰ ਚੁੰਮਦਿਆਂ ਬੁੜਬੁੜਾਉਂਦੀ, ਮੇਰਿਆ ਛਿੰਦਿਆ, ਮੇਰੀ ਕੁੱਲ ਦਿਆ ਚਾਨਣਾ, ਨੇਕ ਨਿਕਲੀ ਹੀਰਿਆ ਨੇਕ ਪੁੱਤ। ਆਪਣੇ ਪਿਓ ਵਾਂਗ ਕਿਤੇ ਛੋਟੇ ਜਿਹੇ ਕੁਲਦੀਪ ਨੂੰ ਸਮਝ ਨਹੀਂ ਸੀ ਪੈਂਦੀ ਕਿ ਦਾਦੀ ਉਹਨੂੰ ਕਿਸ ਤਰ੍ਹਾਂ ਦਾ ਬਣਨ ਲਈ ਆਖ ਰਹੀ ਸੀ। ਨੇਕ ਕੀ ਹੁੰਦਾ? ਉਹ ਦਾਦੀ ਦੇ ਬੋਲੇ ਸ਼ਬਦਾਂ ਦਾ ਭਾਵ ਸਮਝਣ ਦੀ ਪੂਰੀ ਕੋਸ਼ਿਸ਼ ਕਰਦਾ ਤੇ ਉਹਦਾ ਜੀਅ ਵੀ ਕਰਦਾ ਕਿ ਉਹ ਉਸ ਤਰ੍ਹਾਂ ਦਾ ਹੀ ਬਣ ਜਾਏ ਜਿਸ ਤਰ੍ਹਾਂ ਦਾ ਉਹਦੀ ਦਾਦੀ ਚਾਹੁੰਦੀ ਸੀ, ਤਾਂ ਕਿ ਉਹਦਾ ਰੋਣਾ ਬੰਦ ਹੋ ਸਕੇ। ਉਹਦਾ ਜੀਅ ਕਰਦਾ ਦਾਦੀ ਕਦੀ ਉਸ ਵੱਲ ਵੇਖ ਕੇ ਹੱਸੇ ਵੀ। ਉਹ ਹਰ ਵੇਲੇ ਰੋਂਦੀ ਕਿਉਂ ਰਹਿੰਦੀ ਹੈ? ਤੇ ਉਹ ਆਪਣੇ ਚਾਚੇ ਸੰਤੇ ਨਾਲ ਪਰਾਣੀ ਫੜ ਕੇ ਤੇ ਉਹਨੂੰ ਦੋਹਾਂ ਲੱਤਾਂ ਹੇਠੋਂ ਲੰਘਾ ਕੇ ਧੂੰਦਾ ਹੋਇਆ ਤਤਾ ਘੋੜਿਆ ਗੁਲਾਬੀ ਫੁੱਲ ਤੋੜਿਆ ਕਰਦਾ ਡੰਗਰਾਂ ਨੂੰ ਛੱਪੜ ਤੇ ਪਾਣੀ ਪਿਆਉਣ ਤੁਰ ਜਾਂਦਾ। ਕਦੀ 1.5 ਕੁ ਸਾਲ ਦੀ ਮਧਰੇ ਕੱਦ ਦੀ ਗੋਰੀ ਵੱਛੀ ਨੂੰ ਇੱਕ ਕਿੱਲੇ ਤੋਂ ਖੋਲ ਕੇ ਉਹਦਾ ਰੱਸਾ ਫੜੀ ਕਿਸੇ ਹੋਰ ਕਿੱਲੇ ਨਾਲ ਬੰਨ੍ਹ ਰਿਹਾ ਹੁੰਦਾ। ਕਦੀ ਸੰਤੇ ਦੇ ਬਸਤੇ 'ਚੋਂ ਉਹਦੀਆਂ ਪੁਰਾਣੀਆਂ ਕਿਤਾਬਾਂ ਕਾਪੀਆਂ ਕੱਢ ਕੇ ਉਹਨਾਂ ਤੇ ਉਟਪਟਾਂਗ ਲਕੀਰਾਂ ਮਾਰਦਾ। ਏਕੇ ਨੂੰ ਲੱਗ ਗਈਆਂ 2 ਬਿੰਦੀਆਂ ਤੇ ਹੋ ਗਿਆ ਪੂਰਾ 100 ਕਰਦਾ ਹੋਇਆ ਉਹ ਲਕੀਰਾਂ ਸੰਤੇ ਨੂੰ ਵਿਖਾ ਕੇ ਗੁਲਾਬੀ ਬੁੱਲੀਆਂ 'ਚੋਂ ਮੁਸਕਰਾਉਂਦਾ ਆਖਦਾ, ਚਾਚਾ ਠੀਕ? ਮੇਰਾ ਸਵਾਲ ਠੀਕ? ਠੀਕ ਹੋਏ ਮੇਰੇ ਵੀਰ ਦਾ ਸਵਾਲ, ਬਿਲਕੁਲ ਠੀਕ। ਤੇ ਸੰਤਾ ਉਹਦੀਆਂ ਬਗਲਾਂ 'ਚ ਹੱਥ ਦੇ ਕੇ ਉਹਨੂੰ ਉੱਚਾ ਚੁੱਕ ਲੈਂਦਾ ਤੇ ਉਹਨੂੰ ਭੌਂ ਬਿੱਲੀਆਂ ਦੇਣ ਲੱਗ ਪੈਂਦਾ। ਮੇਰਾ ਬੋਤਾ ਕੁਲਦੀਪ ਆਖਦਾ ਤੇ ਉਹ ਕੁਲਦੀਪ ਨੂੰ ਕੰਧਾੜੇ ਚੁੱਕੀ ਉਹਦਾ ਬੋਤਾ ਬਣੀ ਹਵੇਲੀ 'ਚ 4 ਚੁਫੇਰੇ ਹੂਟੇ ਦਿੰਦਾ ਰਹਿੰਦਾ। ਕੁਲਦੀਪ ਹਸ਼ ਕਰਕੇ ਕਦੀ ਆਪਣੇ ਬੋਤੇ ਨੂੰ ਗੋਡਿਆਂ ਪਰਨੇ ਬਿਠਾਉਂਦਾ ਤੇ ਕਦੀ ਉਠਾ ਕੇ ਦੌੜਾਉਂਦਾ। ਭਰਾ ਵੱਲੋਂ ਕੀਤੀ ਬਦਸਲੂਕੀ ਤੇ ਵਿਖਾਈ ਬੇਰੁਖੀ ਨੂੰ ਸੰਤਾ ਸਿੰਘ ਕੰਮ ਵਿੱਚ ਆਪਣੇ ਆਪ ਨੂੰ ਰੁੱਝਾ ਰੱਖ ਕੇ ਜਾਂ ਮਾਂ ਤੇ ਕੁਲਦੀਪ ਦੇ ਪਿਆਰ ਵਿੱਚ ਭੁਲਾਉਣ ਦਾ ਯਤਨ ਕਰਦਾ। ਉਹ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਪਰ ਉਹਨੂੰ ਲੱਗਦਾ ਉਹਦੇ ਅੰਦਰ ਇੱਕ ਬੜਾ ਵੱਡਾ ਟੋਆ ਹੈ। ਇਹ ਟੋਆ ਭਰਨ 'ਚ ਨਹੀਂ ਸੀ ਆ ਰਿਹਾ। ਮਾਂ ਹਰ ਵੇਲੇ ਰੋਂਦੀ ਰਹਿੰਦੀ। ਭਾਬੀ ਜਦੋਂ ਉਹਨਾਂ ਵੱਲ ਆਉਂਦੀ ਜਾਂ ਉਹਨਾਂ ਨਾਲ ਗੱਲਾਂ ਕਰਦੀ ਤਾਂ ਇੰਝ ਬਿੜਕ ਰੱਖਦੀ ਜਿਵੇਂ ਉਹ ਆਪ ਕੋਈ ਚੋਰ ਹੋਵੇ ਤੇ ਕੋਈ ਉਸਦੀ ਪੈੜ ਨੱਪ ਰਿਹਾ ਹੋਵੇ। ਉਹਦਾ ਰੰਗ ਹਰ ਵੇਲੇ ਉੱਡਿਆ ਰਹਿੰਦਾ। ਫਿਰ ਇੱਕ ਦਿਨ ਉਹਦੀ ਚੋਰੀ ਫੜੀ ਗਈ। ਮਾਂ ਨੂੰ ਕੁਝ ਦਿਨਾਂ ਤੋਂ ਮਲੇਰੀਆ ਬੁਖਾਰ ਸੀ। ਸੰਤੇ ਨੇ ਉਹਨੂੰ ਦਵਾਈ ਲਿਆ ਕੇ ਦਿੱਤੀ। ਤੇਜੋ ਜਦੋਂ ਮੱਝ ਚੋ ਕੇ ਹਟੀ ਤਾਂ ਉਹਨੇ ਕੁਲਦੀਪ ਨੂੰ ਕਿਹਾ ਕਿ ਉਹ ਚਾਚੇ ਤੋਂ ਡੋਲ ਫੜ ਕੇ ਲਿਆਵੇ ਤਾਂ ਕਿ ਉਹ ਮਾਂ ਵਾਸਤੇ ਉਹਨੂੰ ਕੁਝ ਦੁੱਧ ਪਾ ਦੇ।
ਜਦੋਂ ਡੋਲ ਭਰ ਕੇ ਉਹ ਕੋਲ ਆਏ ਸੰਤੇ ਨੂੰ ਫੜਾਉਣ ਹੀ ਲੱਗੀ ਸੀ ਕਿ ਬੰਤਾ ਆ ਗਿਆ। ਉਹਨੇ ਡੋਲ ਆਪਣੇ ਹੱਥ ਲੈ ਕੇ ਸੰਤੇ ਨੂੰ ਧੱਕਾ ਮਾਰ ਕੇ ਪਰਾਂ ਕਰ ਦਿੱਤਾ ਤੇ ਫਿਰ ਆਪਣੀ ਵਹੁਟੀ ਤੇ ਵਰ ਪਿਆ। ਇਹਨੂੰ ਖਸਮ ਨੂੰ ਜੋ ਦੁੱਧ ਦਾ ਡੋਲ ਭਰ ਕੇ ਫੜਾਉਣ ਡਈ ਇਹ ਪੱਠੇ ਪਾਉਂਦਾ ਰਿਹਾ। ਉਦੋਂ ਤਾਂ ਕੰਮ ਕਰਦੇ ਦੀ ਜਾਨ ਨਿਕਲਦੀ ਸੀ, ਹੁਣ ਤੇਰੇ ਤੋਂ ਕਿਵੇਂ ਕੰਮ ਹੁੰਦਾ ਹੈ ਓਏ ਚੌਰਿਆ। ਕੁਲਦੀਪ ਮਾਂ ਦੀਆਂ ਲੱਤਾਂ ਨਾਲ ਚੰਬੜਿਆ ਡਡਿਆ ਰਿਹਾ ਸੀ ਤੇ ਸੰਤਾ ਥੋੜੀ ਦੂਰ ਡੌਰ ਭੌਰ ਹੋਇਆ ਖਲੋਤਾ, ਕਦੀ ਭਾਬੀ ਵੱਲ ਕਦੀ ਉਹਦੀਆਂ ਲੱਤਾਂ ਨਾਲ ਲੱਗੇ ਰੋਂਦੇ ਖਲੋਤੇ ਕੁਲਦੀਪ ਵੱਲ ਵੇਖ ਰਿਹਾ ਸੀ। ਉਹ ਕੁਲਦੀਪ ਨੂੰ ਬਾਂਹ ਫੜ ਕੇ ਚੁੱਪ ਕਰਾਉਣ ਲਈ ਅੱਗੇ ਵਧਿਆ ਹੀ ਸੀ ਕਿ ਬੰਤਾ ਚੰਗਾੜ ਪਿਆ। ਖਬਰਦਾਰ ਜੇ ਮੇਰੇ ਮੁੰਡੇ ਨੂੰ ਹੱਥ ਲਾਇਆ ਤਾਂ ਏਡਾ ਹੇਜ ਨਾ ਵਿਖਾ। ਇਹ ਤੇਰਾ ਕੀ ਲੱਗਦਾ? ਉਹ ਸੰਤੇ ਦੀ ਬਾਂਹ ਝਟਕਦਾ ਹੋਇਆ ਹੱਥ ਵਿੱਚ ਫੜਿਆ ਦੁੱਧ ਡੁਲਾ ਬੈਠਾ। ਲਹੂ ਭਰੀਆਂ ਅੱਖਾਂ ਕੀਤੀ, ਗਾਲਾਂ ਕੱਢਦਾ, ਵਰਾਛਾਂ ਚੋਂ ਝੱਗ ਸੁੱਟਦਾ ਬੰਤਾ ਕੁਲਦੀਪ ਤੇ ਆਪਣੀ ਵਹੁਟੀ ਨੂੰ ਅੱਗੇ ਲਾ ਕੇ ਤੁਰ ਗਿਆ। ਸਭ ਕੁਝ ਪਲ ਛਿਣ ਵਿੱਚ ਹੀ ਵਾਪਰ ਗਿਆ ਸੀ। ਬੁੱਢੜੀ ਮਾਂ ਮੰਜੇ ਤੇ ਲੇਟੀ ਹੂੰਗ ਰਹੀ ਸੀ ਤੇ ਆਪਣੀ ਕਿਸਮਤ ਤੇ ਝੂਰਦੀ ਹੋਈ ਰੱਬ ਨੂੰ ਗਾਲਾਂ ਦੇ ਰਹੀ ਸੀ। ਉਹ ਸ਼ਾਮ ਸੰਤਾ ਗੁਰਦੁਆਰੇ ਜਾ ਕੇ ਕਿੰਨਾ ਚਿਰ ਬੈਠਾ ਰਿਹਾ। ਰੱਬ ਅੱਗੇ ਕਈ ਤਰ੍ਹਾਂ ਦੀਆਂ ਅਧੂਰੀਆਂ ਅਰਦਾਸਾਂ ਤੇ ਗਿਲੇ ਸ਼ਿਕਵੇ ਕਰਦਾ ਰਿਹਾ। ਕਿੰਨਾ ਚਿਰ ਗੋਡਿਆਂ 'ਚ ਸਿਰ ਦੇ ਕੇ ਰੋਂਦਾ ਰਿਹਾ ਤੇ ਜ਼ਿੰਦਗੀ ਤੇ ਰਿਸ਼ਤਿਆਂ ਦੇ ਅਰਥ ਤਲਾਸ਼ ਕਰਦਾ ਰਿਹਾ। ਕੀ ਸੱਚੀ ਕੁਲਦੀਪ ਉਹਦਾ ਕੁਝ ਨਹੀਂ ਸੀ ਲੱਗਦਾ? ਨਹੀਂ, ਉਸਨੂੰ ਤੇਜੋ ਤੇ ਕੁਲਦੀਪ ਤਾਂ ਸਦਾ ਆਪਣੇ ਲੱਗਦੇ ਆਏ ਸਨ, ਪਰ ਬੰਤਾ ਪਤਾ ਨਹੀਂ ਕਿਉਂ ਉਸਨੂੰ ਆਪਣਾ ਨਹੀਂ ਸੀ ਲੱਗਦਾ। ਇਹ ਵੀ ਕੀ ਗੱਲ ਸੀ? ਬੰਤਾ ਤਾਂ ਰਿਸ਼ਤੇ ਵਿੱਚ ਸਭ ਤੋਂ ਪਹਿਲਾਂ ਆਪਣਾ ਸੀ ਤੇ ਆਪਣਾ ਲੱਗਣਾ ਚਾਹੀਦਾ ਸੀ, ਪਰ ਉਹ ਤੇ ਬਚਨੀ ਨਾਲ ਤਾਂ ਰਿਸ਼ਤਾ ਵੀ ਕੋਈ ਨਹੀਂ ਸੀ ਤੇ ਉਹ ਕਿਉਂ ਆਪਣੀ ਲੱਗਦੀ ਸੀ? ਤੇ ਕੁਲਦੀਪ ਵਿੱਚ ਤਾਂ ਉਹਨੂੰ ਜਿਵੇਂ ਆਪਣਾ ਆਪ ਦਿਸਦਾ ਸੀ, ਆਪਣਾ ਬਚਪਨ ਜਿਹੜਾ ਵਕਤ ਤੋਂ ਪਹਿਲਾਂ ਸਿਆਣਪ ਤੇ ਜ਼ਿੰਮੇਵਾਰੀ ਦੇ ਬੋਝ ਹੇਠਾਂ ਦੱਬਿਆ ਗਿਆ ਸੀ। ਤੇ ਬੰਤਾ ਪੁੱਛ ਰਿਹਾ ਸੀ, ਇਹ ਤੇਰਾ ਕੀ ਲੱਗਦਾ? ਦੂਜੇ ਪਲ ਉਸ ਅੰਦਰ ਗੁਰਦੁਆਰੇ ਦਾ ਭਾਈ ਬੋਲਣ ਲੱਗ ਪੈਂਦਾ, ਇਸ ਦੁਨੀਆ 'ਚ ਕੁਝ ਵੀ ਆਪਣਾ ਨਹੀਂ, ਨਾ ਮਾਂ, ਨਾ ਪਿਓ, ਨਾ ਭੈਣ, ਨਾ ਭਾਈ, ਨਾ ਕੋਈ ਸਕਾ ਸੰਬੰਧੀ। ਸਭ ਗਰਜਾਂ ਦੇ ਬੱਧੇ ਨੇ। ਇੱਕੋ ਉਸ ਅਕਾਲ ਪੁਰਖ ਦਾ ਨਾਂ ਸੱਚ ਹੈ, ਬਾਕੀ ਸਭ ਕੂੜ ਦਾ ਪਸਾਰਾ ਹੈ। ਇਹਨਾਂ ਛਿਣਾਂ ਵਿੱਚ ਉਹਨੇ ਇਹ ਵੀ ਸੋਚਿਆ ਕਿ ਉਹ ਮਰ ਜਾਵੇ, ਪਰ ਇੰਜ ਮਰਨਾ ਉਹਨੂੰ ਸਿੱਖੀ ਦੇ ਖਿਲਾਫ ਲੱਗਾ ਤੇ ਉਸ ਮਰਨ ਦਾ ਖਿਆਲ ਮਨ 'ਚੋਂ ਕੱਢ ਦਿੱਤਾ। ਸਾਰੀ ਰਾਤ ਉਹ ਢਹਿੰਦਾ ਉਸਰਦਾ ਰਿਹਾ ਤੇ ਦਿਨ ਚੜ੍ਹੇ ਹੰਡਾਲੀ ਜੋੜ ਕੇ ਖੇਤਾਂ ਨੂੰ ਤੁਰ ਗਿਆ। ਪਰ ਉਹਦਾ ਮਨ ਹੁਣ ਵਾਹੀ 'ਚ ਖੁੱਭਦਾ ਨਹੀਂ ਸੀ। ਇੱਕ ਘਰੇਲੂ ਤੇ ਮਾਨਸਿਕ ਪਰੇਸ਼ਾਨੀ, ਦੂਜਾ ਇਕੱਲੇ ਬੰਦੇ ਦੀ ਮਾੜੀ ਵਾਹੀ, ਕੁਝ ਵੀ ਪੱਲੇ ਨਹੀਂ ਸੀ ਪੈਂਦਾ। ਕਈ ਵਾਰ ਉਹਦਾ ਜੀਅ ਕਰਦਾ ਸਭ ਕੁਝ ਛੱਡ ਛਡਾ ਕੇ ਕਿਧਰੇ ਦੌੜ ਜਾਵੇ, ਪਰ ਬੁੱਢੀ ਮਾਂ ਦਾ ਖੰਘਦਾ ਚਿਹਰਾ ਉਸ ਅੱਗੇ ਆ ਖਲੋਂਦਾ। ਉਹਦੇ ਦਿਮਾਗ 'ਚ ਪ੍ਰਸ਼ਨਾਂ ਦਾ ਝੁਰਮਟ ਖੜਾ ਹੋ ਜਾਂਦਾ। ਪ੍ਰਸ਼ਨ ਫੈਲਦੇ ਜਾਂਦੇ, ਨਸਾਂ ਤਣਦੀਆਂ ਜਾਂਦੀਆਂ, ਦਿਮਾਗ ਫੁੱਲਦਾ ਜਾਂਦਾ, ਹੋਰ ਪਲ ਤੱਕ ਜਿਵੇਂ ਪਾਟ ਜਾਣਾ ਹੋਵੇ। ਅਜਿਹੀ ਹਾਲਤ ਵਿੱਚ ਉਹਦਾ ਜੀਅ ਕਰਦਾ ਜ਼ੋਰ ਦੀ ਆਪਣੇ ਵਾਲ ਪੁੱਟੇ ਜਾਂ ਸਿਰ ਹਿਲਾ ਕੇ ਜਾਦੂ ਖੇਡੇ ਤੇ ਹੌਲੀ ਹੌਲੀ ਤੁਰਦਾ ਉਹ ਗੁਰਦੁਆਰੇ ਜਾ ਵੜਦਾ, ਗੁਰੂ ਗ੍ਰੰਥ ਸਾਹਿਬ ਖੋਲ੍ਹ ਕੇ ਸੁਖਮਨੀ ਦਾ ਪਾਠ ਆਰੰਭ ਦਿੰਦਾ। ਪਰ ਮਨ ਦਾ ਸੁੱਖ ਮਿਲਣ ਦੀ ਥਾਂ ਇਹਨਾਂ ਹੀ ਦਿਨਾਂ 'ਚ ਹੋਈ ਬਚਨੀ ਦੀ ਮੌਤ ਉਹਦੇ ਸਿਰ ਤੇ ਦੁੱਖਾਂ ਦਾ ਪਹਾੜ ਸੁੱਟ ਗਈ। ਇਹ ਸੰਸਾਰ, ਇਹ ਗ੍ਰਸਥ ਉਹਨੂੰ ਦੁੱਖਾਂ ਦਾ ਘਰ ਜਾਪਣ ਲੱਗਾ। ਇੱਕ ਸੱਚੇ ਰੱਬ ਦੇ ਲੜ ਲੱਗ ਕੇ ਹੀ ਉਸ ਦੁੱਖ ਤੋਂ ਮੁਕਤ ਹੋਇਆ ਜਾ ਸਕਦਾ ਸੀ। ਉਹ ਗ੍ਰਸਥ ਦੇ ਜਾਲ ਨੂੰ ਤੋੜ ਕੇ ਦੂਰ ਵਗਾ ਮਾਰਨਾ ਚਾਹੁੰਦਾ ਸੀ, ਪਰ ਉਸਨੂੰ ਕੀ ਪਤਾ ਸੀ ਕੁਦਰਤ ਇਸ ਜਾਲ ਨੂੰ ਉਹਦੇ ਦੁਆਲੇ ਹੋਰ ਵਲੀ ਜਾ ਰਹੀ ਸੀ। ਇੱਕ ਦਿਨ ਘਰ ਆਏ ਤਾਰੇ ਬਿੱਲੇ ਨੂੰ ਉਹਦੀ ਮਾਂ ਨੇ ਕਿਹਾ, ਵੇ ਤਾਰਿਆ ਜਿਉਣ ਜੋਗਿਆ, ਇਹਦਾ ਵੀ ਕਰੋ ਕੋਈ ਬੰਨ ਸੁਭ, ਇਹਦਾ ਵੀ ਜੀ ਲੱਗੇ ਘਰ 'ਚ, ਹਰ ਵੇਲੇ ਰੁੱਸਿਆ ਰਹਿੰਦਾ, ਆਪਦੀ ਵਹੁਟੀ ਨੂੰ ਆਖ। ਤਾਰੇ ਲਈ ਤਾਂ ਬਿੱਲੀ ਦੇ ਭਾਗੇ ਛਿੱਕਾ ਟੁੱਟਣ ਵਾਲੀ ਗੱਲ ਸੀ। ਉਹਦਾ ਪਿਓ ਤਾਂ ਪਹਿਲਾਂ ਹੀ ਉਹਨੂੰ ਕਹਿੰਦਾ ਰਹਿੰਦਾ ਸੀ ਕਿ ਸੰਤੇ ਨੂੰ ਆਪਣੀ ਸਾਲੀ ਦਾ ਸਾਕ ਕਰਾਵੇ, ਇੰਜ ਉਸ ਨਾਲ ਨੇੜ ਕਰਕੇ ਉਹਨਾਂ ਨੂੰ ਉਹਦੀ ਪੈਲੀ ਵਾਹੁਣ ਲਈ ਮਿਲ ਜਾਏਗੀ। ਤਾਰੇ ਹੋਰਾਂ ਦੀ ਜ਼ਮੀਨ ਘੱਟ ਹੋਣ ਕਰਕੇ ਉਹ ਜ਼ਮੀਨ ਹਿੱਸੇ ਠੇਕੇ ਤੇ ਲੈ ਕੇ ਗੁਜ਼ਾਰਾ ਕਰਦੇ ਸਨ। ਤਾਰੇ ਦੇ ਮਨ ਵਿੱਚ ਤਾਂ ਹੋਰ ਵੀ ਕਈ ਕੁਝ ਮਚਲ ਰਿਹਾ ਸੀ। ਫਿਰ ਸਾਵੇਂ ਪੱਧਰੇ ਤੇ ਸੁਖਾਵੇਂ ਦਿਨ ਆ ਗਏ। ਬੰਤਾ ਜੰਜੇ ਵੀ ਗਿਆ, ਅੱਗੇ ਵੱਧ ਕੇ ਪਿਓ ਦੀ ਥਾਂ ਸਾਰੇ ਕਾਰਜ ਵੀ ਕੀਤੇ। ਭਾਵੇਂ ਮਾਂ ਨੂੰ ਇਤਰਾਜ਼ ਸੀ ਕਿ ਉਹਦੇ ਵਿਆਹ ਤੇ ਬਣਦੇ ਪੈਸੇ ਨਹੀਂ ਸਨ ਲਏ, ਪਰ ਫਿਰ ਵੀ ਬੰਤਾ ਲੋਕਾਂ ਦੀ ਬੱਲੇ ਬੱਲੇ ਖੱਟ ਗਿਆ। ਅੱਜ ਕੱਲ੍ਹ ਉਹਦਾ ਕੰਮ ਚੰਗਾ ਚੱਲ ਪਿਆ ਸੀ। ਆਪਣੀ ਪਹਿਲੀ ਉਹ ਹਿੱਸੇ ਠੇਕੇ ਤੇ ਦੇ ਛੱਡਦਾ ਸੀ, ਇਸ ਲਈ ਉਹਨੂੰ ਕੋਈ ਇਤਰਾਜ਼ ਨਹੀਂ ਸੀ ਭਾਵੇਂ ਸੰਤਾ ਆਪਣੀ ਪਹਿਲੀ ਤਾਰੇ ਹੋਰਾਂ ਨੂੰ ਦੇਵੇ ਜਾਂ ਉਹਨਾਂ ਨਾਲ ਭਿਆਲੀ ਕਰ ਲਵੇ। ਅੰਦਰੋਂ ਭਾਵੇਂ ਉਹਦੇ ਮਨ 'ਚ ਸੰਤੇ ਲਈ ਅਜੇ ਵੀ ਨਾਰਾਜ਼ਗੀ ਦੇ ਭਾਵ ਸਨ,
ਪਰ ਹੁਣ ਉਹ ਉਸ ਨਾਲ ਆਪਣਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਬਰਾਬਰ ਦੀ ਧਿਰ ਮੰਨਣ ਲਈ ਤਿਆਰ ਨਹੀਂ ਸੀ। ਉਹ ਤਾਂ ਉੱਚੀ ਧਿਰ ਬਣ ਰਿਹਾ ਸੀ ਤੇ ਉੱਚੀ ਧਿਰ ਨੀਵੀਂ ਧਿਰ ਨਾਲ ਖੁੱਲ੍ਹਦਿਲੀ ਤੇ ਰਵਾਦਾਰੀ ਨਾਲ ਪੇਸ਼ ਆਵੇ। ਇਸ ਨਾਲ ਉੱਚੀ ਧਿਰ ਦਾ ਲੋਕਾਂ ਵਿੱਚ ਉਹ ਮਾਣ ਤੇ ਸਤਿਕਾਰ ਹੀ ਬਣਾਉਣਾ ਚਾਹੁੰਦਾ ਸੀ। ਨਿੰਦਰੋ ਘਰ ਵਿੱਚ ਆਈ ਤਾਂ ਸੰਤੇ ਨੂੰ ਲੱਗਾ ਜੀਵਨ ਝੂਠ ਨਹੀਂ, ਖੁਸ਼ੀ ਤੇ ਮੋਹ ਪਿਆਰ ਨਾਲ ਨੱਕੋ ਨੱਕ ਭਰਿਆ ਪਿਆ। ਉਹ ਤੇ ਤਾਰਾ ਕਦੀ ਕਦੀ ਕੌਲੀ ਵਿੱਚ ਅੰਬ ਦਾ ਅਚਾਰ ਤੇ ਚੀਰੇ ਹੋਏ ਗੰਢੇ ਪਾ ਕੇ ਸ਼ਰਾਬ ਦੀ ਛਿੱਟ ਛਿੱਟ ਪੀ ਵੀ ਲੈਂਦੇ। ਚੌਥੀ ਵਿੱਚ ਪੜ੍ਹਦਾ ਕੁਲਦੀਪ ਆ ਕੇ ਨਿੰਦਰੋ ਦੀ ਗੋਦ 'ਚ ਬੈਠਾ ਰਹਿੰਦਾ। ਚੌਥੀ 'ਚੋਂ ਹੀ ਪੜ੍ਹਨੋਂ ਉੱਠ ਬੈਠੀ ਨਿੰਦਰੋ ਨੂੰ ਆਖਦਾ, ਚਾਚੀ ਆਪਾਂ ਦੋਵੇਂ ਜਮਾਤੀ ਆਂ। ਉਹਦੀ ਜਿਲਦ ਵਿੱਚ ਮੁਸਕਰਾਹਟ ਘੁਲ ਜਾਂਦੀ। ਅੱਛਾ ਦੱਸ ਚਾਚੀ, ਆਇਤਕਾਰ ਕਿਸ ਤਰ੍ਹਾਂ ਦਾ ਹੁੰਦਾ? ਡੱਬੇ ਵਰਗਾ। ਤੇ ਤਿਕੋਣ ਤੇਰੇ ਨੱਕ ਵਰਗਾ। ਕੁਲਦੀਪ ਨੂੰ ਖਿੜਖੜਾ ਕੇ ਹੱਸਦਾ ਵੇਖ ਕੇ ਨਿੰਦਰੋ ਦੇ ਚਿਹਰੇ ਤੇ ਸ਼ਰਾਰਤ ਫੈਲ ਜਾਂਦੀ। ਅੱਛਾ ਮੈਂ ਤੈਨੂੰ ਸਵਾਲ ਪਾਵਾਂ? ਪਾਵਾਂ? ਤੇਰਾ ਨੱਕ ਵੱਢ ਖਾਵਾਂ? ਤੇ ਉਹਨੇ ਪੋਲੇ ਜਿਹੇ ਆਪਣੇ ਅਗਲੇ ਦੰਦਾਂ ਵਿੱਚ ਕੁਲਦੀਪ ਦੇ ਨੱਕ ਦੀ ਕਰੂੰਬਲ ਫੜ ਲਈ। ਚਾਚਾ ਵੇਖ ਲਾ, ਮਾਂ ਵੇਖ ਲਾ, ਮਾਂ ਵੇਖ ਲਾ। ਕੁਲਦੀਪ ਝੂਠੀ ਮੁੱਠੀ ਦਾ ਰੋਸਾ ਕਰਦਾ ਤੇ ਜਦੋਂ ਝਾਂਜਰਾਂ ਵਾਂਗ ਛਣਕਦੇ ਹਾਸੇ ਵਿੱਚ ਨਿੰਦਰੋ ਉਹਨੂੰ ਆਪਣੀ ਬੁੱਕਲ ਵਿੱਚੋਂ ਉਠਾਉਂਦੀ ਤਾਂ ਸੰਤਾ ਤੇ ਕੁਲਦੀਪ ਦੀ ਬੁੱਢੜੀ ਦਾਦੀ ਮੁਸਕੜੀਆਂ ਹੱਸ ਰਹੇ ਹੁੰਦੇ। ਮਾਂ ਵੇਖ ਲਾ, ਫਿਰ ਮੈਂ ਵੀ ਤੇਰੇ ਆਖੇ ਨੇਕ ਪੁੱਤ ਨਹੀਂ ਬਣਨਾ। ਫਿਰ ਉਹ ਦਾਦੀ ਤੇ ਝੂਠਾ ਮੁੱਠਾ ਰੋਸ ਝਾੜਦਾ, ਚਾਚੀ ਨਾਲ ਵੀ ਮੂੰਹ ਵੱਟ ਲੈਂਦਾ। ਨਾ ਜਿਉਣ ਜੋਗਿਆ, ਤੂੰ ਤਾਂ ਬੜਾ ਚੰਗਾ ਪੁੱਤ ਬਣਨਾ। ਬੜਾ ਬੀਬਾ ਪੁੱਤ, ਮੈਂ ਸਦਕੇ ਜਾਵਾਂ। ਦਾਦੀ ਉਹਨੂੰ ਬੁੱਕਲ 'ਚ ਲੈ ਲੈਂਦੀ। ਪਰ ਉਹ ਉਦੋਂ ਹੀ ਮੰਨਦਾ ਜਦੋਂ ਚਾਚਾ ਝੂਠੀ ਮੁੱਠੀ ਦਾ ਨਿੰਦਰੋ ਨੂੰ ਦਬਕਾ ਮਾਰਦਾ ਤੇ ਕੁਲਦੀਪ ਲਈ ਬੋਤਾ ਬਣਨਾ ਮੰਨ ਜਾਂਦਾ। ਕੁਲਦੀਪ ਉਹਦੀਆਂ ਮੋਰਾਂ ਤੇ ਚੜ੍ਹਿਆ ਵਿਹੜੇ ਦੀ ਸੈਰ ਕਰਦਾ ਤੇ ਜਿੱਤ ਦੇ ਅੰਦਾਜ਼ 'ਚ ਸਿਰ ਹਿਲਾਉਂਦਾ ਚਾਚੀ ਵੱਲ ਵੇਖਦਾ। ਵਾਹ ਵਾਹ ਜੀ, ਵਾਹ ਵਾਹ ਹੋਈ। ਅਗਲੇ ਸਾਲ ਉਹਨਾਂ ਦੇ ਬੂਹੇ ਦੀ ਚੁਗਾਠ ਨਾਲ ਸ਼ਰੀਂਹ ਦੇ ਹਰੇ ਪੱਤੇ ਲਟਕ ਰਹੇ ਸਨ ਤੇ ਘਰ 'ਚ ਇੱਕ ਨਵੀਂ ਜੀ ਰਤਨੇ ਦਾ ਵਾਧਾ ਹੋ ਗਿਆ ਸੀ। ਕੁਲਦੀਪ ਤੇ ਛੋਟੇ ਕਰਮਜੀਤ ਲਈ ਨਿੱਕਾ ਜਿਹਾ ਗੋਲ ਮਟੋਲ ਬਿੱਲੀਆਂ ਅੱਖਾਂ ਵਾਲਾ ਇੱਕ ਸੁੰਦਰ ਖਿਡੌਣਾ ਆ ਗਿਆ ਸੀ। ਕੁਲਦੀਪ ਉਹਨੂੰ ਚੁੱਕ ਕੇ ਖਿਡਾਉਂਦਾ ਤਾਂ ਉਸ ਤੋਂ ਛੋਟਾ ਕਰਮਜੀਤ ਠੁਮਕ ਠੁਮਕ ਉਹਨਾਂ ਦੇ ਪਿੱਛੇ ਤੁਰਦਾ ਰਹਿੰਦਾ। ਬੰਤੇ ਤੇ ਸੰਤੇ ਵਿੱਚ ਹੁਣ ਦਿਸਦੀ ਨਾਰਾਜ਼ਗੀ ਤਾਂ ਕੋਈ ਨਹੀਂ ਸੀ, ਪਰ ਦੋਹਾਂ ਦੇ ਕੰਮ ਦੇ ਖੇਤਰ ਅੱਡ ਅੱਡ ਹੋਣ ਕਰਕੇ ਬੋਲ ਚਾਲ ਕੋਈ ਬਹੁਤਾ ਗੂੜਾ ਨਹੀਂ ਸੀ। ਉਹ ਆਪਣੀਆਂ ਪਤਨੀਆਂ ਜਾਂ ਮਾਂ ਰਾਹੀਂ ਆਪਸ 'ਚ ਗੱਲਬਾਤ ਇੱਕ ਦੂਜੇ ਤੱਕ ਪਹੁੰਚਾਉਂਦੇ ਸਨ। ਪਿਛਲੇ ਕੁਝ ਚਿਰ ਤੋਂ ਬੰਤੇ ਨੂੰ ਤਾਰੇ ਬਿੱਲੇ ਦਾ ਸੰਤੇ ਵੱਲ ਬਹੁਤਾ ਆਉਣਾ ਜੱਚਦਾ ਨਹੀਂ ਸੀ। ਉਸਨੇ ਆਪਣੀ ਪਤਨੀ ਤੇਜੋ ਨਾਲ ਗੱਲ ਕੀਤੀ। ਉਹਨੇ ਤਰੀਕੇ ਨਾਲ ਨਿੰਦਰੋ ਦੇ ਕੰਨ 'ਚੋਂ ਗੱਲ ਕੱਢ ਵੀ ਦਿੱਤੀ ਕਿ ਭਾਵੇਂ ਰਿਸ਼ਤੇਦਾਰੀ ਹੈ, ਪਰ ਵੇਖਣ ਵਾਲੇ ਨੂੰ ਤਾਂ ਇਹ ਚੰਗਾ ਨਹੀਂ ਲੱਗਦਾ। ਤੇ ਸੱਚੀ ਕੁਝ ਚਿਰ ਪਿੱਛੋਂ ਉਹਨਾਂ ਦੇ ਘਰੋਂ ਤਾਰੇ ਦਾ ਆਉਣਾ ਜਾਣਾ ਘਟ ਗਿਆ। ਅਗਲੇ ਸਾਲ ਨਿੰਦਰੋ ਦੇ ਕਹਿਣ ਤੇ ਉਹਨੇ ਜ਼ਮੀਨ ਵੀ ਤਾਰੇ ਹੋਰਾਂ ਹੇਠੋਂ ਕਢਵਾ ਕੇ ਬੰਦਾ ਰੱਖ ਕੇ ਵਾਹੀ ਆਪ ਕਰਨ ਲਈ ਸੰਤੇ ਨੂੰ ਪ੍ਰੇਰ ਲਿਆ। ਇੱਕ ਦਿਨ ਸ਼ਾਮ ਨੂੰ ਫੇਰਾ ਮਾਰਨ ਗਏ ਸੰਤੇ ਦਾ ਗੁਆਂਢੀ ਚੰਨਣ ਸਿੰਘ ਨਾਲ ਸਾਂਝੀ ਵੱਟ ਤੇ ਝਗੜਾ ਹੋ ਗਿਆ। ਚੰਨਣ ਨੇ ਆਪਣੇ ਪਾਸਿਓਂ ਵੱਟ ਛਾਂਗ ਕੇ ਨਿੱਕੀ ਕਰ ਦਿੱਤੀ ਸੀ। ਗੱਲ ਤੂੰ ਮੈਂ ਤੱਕ ਪਹੁੰਚ ਗਈ। ਤੈਸ਼ ਚਾਈ ਚੰਨਣ ਨੇ ਕਹਿ ਦਿੱਤਾ, ਵੱਡਾ ਜ਼ਮੀਨ ਸਾਂਭਣ ਵਾਲਾ, ਜਾ ਪਹਿਲਾਂ ਆਪਣੀ ਬੁੱਢੀ ਸਾਂਭ, ਰੋਜ਼ ਬਿੱਲੇ ਥੱਲੇ ਪੈਂਦੀ ਆ। ਮਰਦ ਬਣਿਆ ਫਿਰਦਾ ਵੱਡਾ ਠੇਠਰ ਕਿੱਥੋਂ ਦਾ, ਚੋਦਾ ਜੱਟ। ਲੋਕਾਂ ਛੁਡਾ ਕੇ ਉਹਨਾਂ ਨੂੰ ਅੱਡ ਕਰ ਦਿੱਤਾ, ਪਰ ਸੰਤੇ ਨੂੰ ਤਾਂ ਜਿਵੇਂ ਸੱਪ ਡੰਗ ਗਿਆ ਹੋਵੇ। ਉਹਦੇ ਖੂਨ 'ਚ ਜਿਵੇਂ ਕੀੜੀਆਂ ਤੁਰਨ ਲੱਗੀਆਂ। ਉਹਨੂੰ ਰਤਨੇ ਦੀਆਂ ਅੱਖਾਂ ਵਿੱਚੋਂ ਤਾਰੇ ਬਿੱਲੇ ਦੀਆਂ ਬਿੱਲੀਆਂ ਅੱਖਾਂ ਗੁਰਰਾਉਂਦੀਆਂ ਲੱਗੀਆਂ। ਉਹ ਸਿਰ ਤੋਂ ਪੈਰਾਂ ਤੱਕ ਪਸੀਨੇ ਨਾਲ ਗੁੜਚ ਹੋ ਗਿਆ। ਉਹਨੂੰ ਹੁਣ ਬੀਤੇ ਦੀਆਂ ਗੱਲਾਂ ਖੰਜਰ ਬਣ ਖੁੱਭਦੀਆਂ। ਸਿਰ ਨੂੰ ਘੁੱਟਦਾ ਉਹ ਚੇਤੇ ਕਰਨ ਲੱਗਾ ਕਿਵੇਂ ਕੰਜਰੀ ਉਸ ਨਾਲ ਹੱਸ ਕੇ ਗੱਲਾਂ ਕਰਦੀ ਹੁੰਦੀ ਸੀ। ਰੋਜ਼ ਦਿਹਾੜੀ ਆਪਣੀ ਭੈਣ ਨੰਤੀ ਦੇ ਘਰ ਐਵੇਂ ਤਾਂ ਨਹੀਂ ਸੀ ਤੁਰੀ ਰਹਿੰਦੀ। ਤੇ ਉਹ ਕ੍ਰਿਤ ਘਣ ਕੰਜਰ ਯਾਰ ਮਾਰ ਉਸ ਤੋਂ ਕਿੰਨਾ ਇਤਬਾਰ ਕੀਤਾ ਸੀ। ਉਹ ਰਾਤ ਹਨੇਰੇ ਹੋਏ ਘਰ ਆਇਆ ਤੇ ਚੁੱਪ ਕਰਕੇ ਆਪਣੀ ਮੰਜੀ ਤੇ ਲੇਟ ਗਿਆ। ਰਤਨਾ ਸੌਂ ਚੁੱਕਾ ਸੀ, ਮਾਂ ਜਾਗਦੀ ਪਈ ਸੀ। ਨਿੰਦਰੋ ਨੇ ਰੋਟੀ ਪਾ ਕੇ ਆਂਦੀ ਤਾਂ ਸੰਤੇ ਦਾ ਜੀ ਕੀਤਾ ਥਾਲੀ ਫੜ ਕੇ ਨਿੰਦਰੋ ਦੇ ਮੱਥੇ 'ਚ ਮਾਰੇ ਤੇ ਫਿਰ ਉਹਨੂੰ ਧਰਤੀ ਤੇ ਸੁੱਟ ਕੇ ਕੁੱਟ ਕੇ ਹੱਡੀ ਪਸਲੀ ਤੋੜ ਦੇਵੇ। ਕੁੱਤੀ ਕੰਜਰੀ ਚਵਲ ਜਨਾਨੀ ਨਾ ਹੋਵੇ ਤਾਂ। ਪਰ ਉਹ ਮਸਾਂ ਹੱਥ ਨਾਲ ਥਾਲੀ ਨੂੰ ਪਰਾਂ ਧੱਕਦਾ ਇੰਨਾ ਹੀ ਕਹਿ ਸਕਿਆ, ਲੈ ਜਾ, ਮੈਨੂੰ ਭੁੱਖ ਨਹੀਂ। ਭੁੱਖ ਕਿਉਂ ਨਹੀਂ? ਮੁੰਡਾ ਵੀ ਡੀਕਦਾ, ਭੁੱਖਣ ਭਾਣਾ ਸੌਂ ਗਿਆ। ਆਖੇ ਚਾਚਾ ਆਊ ਤੇ ਉਹਦੇ ਨਾਲ ਰੋਟੀ ਖਾਊਂ। ਕਿੱਧਰ ਹਰਨਾਂ ਦੇ ਸਿੰਗੀ ਜਾ ਚੜਿਆ ਸੈ। ਮੁੰਡਾ ਬਾਹਰਲੀ ਗਲੀ ਤੱਕ ਲੱਭ ਕੇ ਵੀ ਆਇਆ। ਸੰਤਾ ਅੰਦਰ ਦੀ ਸਾਰੀ ਨਫ਼ਰਤ ਦੰਦਾਂ ਤੇ ਬੁੱਲ੍ਹਾਂ 'ਚ ਚਿੱਥ ਰਿਹਾ ਸੀ। ਬੜਬੜ ਨਾ ਕਰ, ਤੈਨੂੰ ਆਖਿਆ ਜਾ ਕੇ ਸੌਂ ਜਾ, ਐਵੇਂ ਭੌਂਕਦਾ।
ਨਿੰਦਰੋ ਬੁੜਬੁੜ ਕਰਦੀ ਤੁਰ ਗਈ। ਉਹ ਮੰਜੇ ਤੇ ਲੇਟਿਆ ਜ਼ਿੰਦਗੀ ਦੇ ਰਿਸ਼ਤਿਆਂ ਤੇ ਕਾਂਟਾ ਫੇਰਦਾ ਰਿਹਾ। ਉਹਦਾ ਅੰਦਰ ਬੁਰੀ ਤਰ੍ਹਾਂ ਉਲਝਿਆ ਮੱਚਿਆ ਪਿਆ ਸੀ। ਉਹਨੂੰ ਅੰਦਰ ਬਾਹਰ ਧੂੰਆਂ, ਹਨੇਰਾ ਹੀ ਹਨੇਰਾ ਦਿਸ ਰਿਹਾ ਸੀ। ਚਾਨਣ ਦੀ ਕੋਈ ਲੀਕ ਨਹੀਂ ਸੀ। ਇੰਜ ਕਈ ਦਿਨ ਤੇ ਕਈ ਰਾਤਾਂ ਉਹ ਆਪਣੇ ਅੰਦਰੋਂ ਆਪਣੇ ਆਪ ਨੂੰ ਲੱਭਦਾ ਰਿਹਾ। ਉਹ ਤਾਂ ਕਿਧਰੇ ਧੂਏ 'ਚ ਗੁਆਚ ਗਿਆ ਸੀ। ਆਸੇ ਪਾਸੇ ਖਲੋਤੇ ਰਿਸ਼ਤਿਆਂ ਨੂੰ ਉਹ ਜਦੋਂ ਹੱਥ ਲਾਉਂਦਾ ਤਾਂ ਉਹ ਵੀ ਜਿਵੇਂ ਧੁੱਖ ਉੱਠਦੇ ਤੇ ਧੂਏ ਨਾਲ ਉਹਦੀਆਂ ਅੱਖਾਂ ਲਾਲ ਹੋ ਜਾਂਦੀਆਂ। ਉਹਨਾਂ 'ਚੋਂ ਪਾਣੀ ਵਗਣ ਲੱਗ ਪੈਂਦਾ। ਉਹਦਾ ਜੀਅ ਕਰਦਾ ਇਸ ਗਲ ਘੋਟੂ ਧੂਏ ਭਰੇ ਮਾਹੌਲ ਵਿੱਚੋਂ ਨਿਕਲ ਜਾਏ, ਦੂਰ ਕਿਧਰੇ, ਜਿੱਥੇ ਬਸ ਠੰਡੀ ਸੀਤਲ ਹਵਾ ਹੋਵੇ, ਜਿਸ ਹਵਾ ਵਿੱਚੋਂ ਫੇਫੜਿਆਂ ਵਿੱਚ ਪੂਰੀ ਹਵਾ ਭਰ ਕੇ ਸਾਹ ਲੈ ਸਕੇ, ਜਿਸ ਮਾਹੌਲ 'ਚ ਚਾਰ ਚੁਫੇਰੇ ਉਹਨੂੰ ਘੂਰਦੀਆਂ ਅੱਖਾਂ ਨਾ ਹੋਣ। ਇੱਕ ਰਾਤ ਜਦੋਂ ਸੋਚਾਂ 'ਚ ਉਲਝਿਆ ਸਾਰੀ ਰਾਤ ਉਹ ਸਲਵੱਟੇ ਭੰਨਦਾ ਰਿਹਾ ਤਾਂ ਤੜਕੇ ਕੁੱਕੜ ਦੀ ਬਾਂਗ ਵੇਲੇ ਉਹਦੀ ਅੱਖ ਲੱਗ ਗਈ। ਉਹਨੇ ਕੋਈ ਫੈਸਲਾ ਕਰਕੇ ਮਨ ਨੂੰ ਢਿੱਲਾ ਛੱਡਿਆ ਸੀ। ਚੰਗੇ ਦਿਨ ਚੜੇ। ਨਿੰਦਰੋਂ ਨੇ ਉਹਨੂੰ ਹਿਲਾਉਣ ਕੇ ਜਗਾਇਆ। ਉੱਠ, ਚੂਲੀ ਕਰਕੇ ਚਾਹ ਪੀ, ਠੰਡੀ ਹੋਣ ਡਈ ਆ। ਉਹ ਕਈ ਦਿਨਾਂ ਤੋਂ ਰੋਸੇ ਦੀ ਮਾਰੀ ਚਾਹ ਦੀ ਗੜਵੀ ਉਹਦੇ ਸਿਰਹਾਣੇ ਰੱਖ ਕੇ ਲੱਕ ਮਰੋੜ ਕੇ ਚੌਂਤਰੇ 'ਚ ਜਾ ਵੜੀ। ਸੂਰਜ ਉੱਚਾ ਚੜ੍ਹਾਇਆ ਸੀ। ਰਤਨੇ ਦੀ ਬਾਹਰ ਗਲੀ 'ਚ ਕਰਮਜੀਤ ਹੋਰਾਂ ਨਾਲ ਖੇਡਣ ਦੀ ਆਵਾਜ਼ ਆ ਰਹੀ ਸੀ। ਸੰਤਾ ਉੱਠਿਆ, ਸਿਰ ਤੇ ਉਗੜ ਦੁਗੜੀ ਪੱਗ ਲਪੇਟੀ ਤੇ ਪੈਰੀ ਜੁੱਤੀ ਅੜਾ ਕੇ ਨਿੰਦਰੋਂ ਵੱਲ ਇੰਜ ਵੇਂਦਾ ਤੁਰ ਗਿਆ ਜਿਵੇਂ ਨਜ਼ਰਾਂ ਹੀ ਨਜ਼ਰਾਂ 'ਚ ਉਹਨੂੰ ਕਹਿ ਰਿਹਾ ਹੋਵੇ, ਲੈ ਤੇਰੀ ਸਾਡੀ ਆਖਰੀ ਫਤਿਹ। ਨਹਿਰ ਦੇ ਪੁਲ ਤੇ ਬੈਠਾ ਦੂਰ ਪੱਛਮ 'ਚ ਡੁੱਬ ਰਹੇ ਲਾਲ ਸੂਰਜ ਨੂੰ ਵੇਖ ਰਿਹਾ ਸੀ। ਨਿੰਦਰੋ ਜਾਂ ਰਤਨਾ ਵੀ ਇਸ ਸੂਰਜ ਨੂੰ ਵੇਖ ਰਹੇ ਹੋਣਗੇ। ਉਹ ਤਿੰਨੇ ਇੱਕ ਸੂਰਜ ਨੂੰ ਦੇਖ ਸਕਦੇ ਸਨ, ਪਰ ਆਪਸ 'ਚ ਇੱਕ ਦੂਜੇ ਨੂੰ ਨਹੀਂ ਸਨ ਵੇਖ ਸਕਦੇ। ਇਹ ਕਿਹਾ ਹਨੇਰਾ ਸੀ ਜੋ ਉਹਨਾਂ ਦੀਆਂ ਅੱਖਾਂ 'ਚ ਜੰਮ ਗਿਆ ਸੀ। ਸੋਚਾਂ 'ਚ ਗੁੰਮ ਸੰਤਾ ਸਿੰਘ ਨੂੰ ਪਤਾ ਹੀ ਨਾ ਲੱਗਾ ਕਿ ਡਾਂਡੇ ਮਿੰਡੇ ਤੁਰੇ ਆ ਰਹੇ ਦੋ ਧੁੰਦਲੇ ਆਕਾਰ ਕਦੋਂ ਉਹਦੇ ਸਾਹਮਣੇ ਆ ਕੇ ਖਲੋ ਗਏ ਸਨ। ਇਹ ਤਾਂ ਕੁਲਦੀਪ ਦੇ ਅੰਡਰਗਰਾਊਂਡ ਸਾਥੀ ਸਨ। ਇਹਨਾਂ ਵਿੱਚੋਂ ਇੱਕ ਹਰੀ ਸੀ ਤੇ ਜੋ ਬੜੇ ਚਿਰਾਂ ਪਿੱਛੋਂ ਇੱਧਰ ਆਇਆ ਸੀ। ਉਹਨੂੰ ਹੱਸਦਿਆਂ ਵੇਖ ਸੰਤਾ ਸਿੰਘ ਦੇ ਮਨ 'ਚ ਗੁਦਗੁਦੀ ਹੋਈ। ਉਹ ਉੱਠਿਆ ਤੇ ਫਤਿਹ ਬੁਲਾ ਕੇ ਹਰੀ ਦੇ ਹੱਥ ਘੁੱਟਦਿਆਂ ਪੁੱਛਿਆ, ਕੁਲਦੀਪ ਰਾਤ ਨੂੰ ਆਜੂ। ਹਰੀ ਨੇ ਸੱਜੇ ਹੱਥ 'ਚ ਫੜੀ ਕਿਤਾਬ ਚੰਗੇ ਕਮਿਊਨਿਸਟ ਕਿਵੇਂ ਬਣੀਏ ਖੱਬੇ ਹੱਥ ਤੇ ਮਾਰੀ। ਪਰ ਚਾਚਾ ਜੀ ਬੜੀ ਸਮਾਧੀ ਲਾਈ ਸੀ ਪੁਲ ਤੇ ਹੱਸਦਿਆਂ ਉਹਨੇ ਆਪਣੇ ਸੁਭਾਅ ਮੁਤਾਬਿਕ ਗੱਲ ਤੋਰ ਲਈ। ਮੈਂ ਵੀ ਤੁਹਾਨੂੰ ਪੁਲ ਤੇ ਬਹਿਣ ਦੀ ਆਪਣੀ ਕਹਾਣੀ ਸੁਣਾਉਣਾ। ਜਦੋਂ ਮੈਂ 9ਵੀਂ 10ਵੀਂ 'ਚ ਪੜ੍ਹਦਾ ਸਾਂ ਉਦੋਂ ਦੀ ਗੱਲ ਹੈ। ਮੈਂ ਇੱਕ ਵਾਰ ਸ਼ਹਿਰ ਗਿਆ। ਉੱਥੋਂ ਮੈਂ ਇੱਕ ਬੈਟਰੀ ਖਰੀਦੀ। ਜਦੋਂ ਮੈਂ ਪਿੰਡ ਦੇ ਸਟੇਸ਼ਨ ਤੇ ਉਤਰਿਆ ਤਾਂ ਦਿਨ ਅਜੇ ਵਾਹਵਾ ਖਲੋਤਾ ਸੀ। ਮੈਂ ਪਿੰਡੋਂ ਬਾਹਰ ਨਹਿਰ ਦੇ ਪੁਲ ਤੇ ਬੈਠ ਗਿਆ। ਜਿਹੜਾ ਪੁਲ ਤੋਂ ਲੰਘੇ ਮੈਨੂੰ ਪੁੱਛੇ, ਇੱਥੇ ਬੈਠਾ? ਮੈਂ ਆਖਦਾ ਕਿਸੇ ਨੂੰ ਉਡੀਕਦਾ। ਤੇ ਸੱਚੀ ਗੱਲ ਤਾਂ ਇਹ ਸੀ ਕਿ ਮੈਨੂੰ ਹਨੇਰੇ 'ਚ ਬੈਟਰੀ ਜਗਾਉਣ ਦਾ ਚਾਅ ਸੀ। ਮੈਂ ਰਾਤ ਦੀ ਉਡੀਕ ਕਰ ਰਿਹਾ ਸੀ, ਕਦੋਂ ਸੂਰਜ ਡੁੱਬੇ, ਕਦੋਂ ਮੈਂ ਬੈਟਰੀ ਜਗਾਈ। ਪਿੰਡ ਦੀਆਂ ਗਲੀਆਂ 'ਚੋਂ ਲੰਘਦਾ ਆਪਣੇ ਘਰ ਪੁੱਜਾ। ਉਹ ਫਿਰ ਖਿੜਖੜਾ ਕੇ ਹੱਸਿਆ ਤੇ ਸੰਤਾ ਸਿੰਘ ਦੇ ਹੱਥਾਂ ਵੱਲ ਵੇਖਣ ਲੱਗਾ। ਚਾਚਾ ਜੀ ਤੁਹਾਡੇ ਕੋਲ ਵੀ ਕਿਤੇ ਕੋਈ ਬੈਟਰੀ ਤਾਂ ਨਹੀਂ? ਉਹ ਹੌਲੀ ਹੌਲੀ ਗੁਰਦੁਆਰੇ ਦੇ ਅਹਾਤੇ ਵੱਲ ਤੁਰ ਪਏ। ਤੀਜਾ ਬੰਦਾ ਜੋ ਹੁਣ ਤੱਕ ਚੁੱਪ ਸੀ, ਬੜੀ ਗਹਿਰੀ ਆਵਾਜ਼ 'ਚ ਉਹਦਾ ਗਲਾ ਭਰੜਾਇਆ। ਤੇ ਹੁਣ ਅਸੀਂ ਸੂਰਜ ਚੜ੍ਹਨ ਦੀ ਉਡੀਕ ਕਰਦੇ ਹਾਂ। ਉਹ ਚੜ੍ਹਨ ਵਿੱਚ ਨਹੀਂ ਆਉਂਦਾ। ਚਾਰ ਚੁਫੇਰੇ ਗੂੜੀ ਕਾਲੀ ਹਨੇਰੀ ਰਾਤ ਪਸਰੀ ਹੋਈ ਹੈ। ਇਸ ਵਿੱਚ ਇਕੱਲੀਆਂ ਦੁਕੱਲੀਆਂ ਬੈਟਰੀਆਂ ਕੀ ਕਰਨਗੀਆਂ? ਪਤਾ ਨਹੀਂ ਸੰਤਾ ਸਿੰਘ ਦੀ ਆਪਣੀ ਮਾਨਸਿਕ ਹਾਲਤ ਅਜਿਹੀ ਸੀ ਜਾਂ ਇਹ ਅਸਲੀਅਤ ਸੀ, ਪਰ ਉਹਨੂੰ ਉਸ ਬੰਦੇ ਦੇ ਬੋਲਾਂ 'ਚ ਭਾਰੀ ਪੀੜ, ਨਿਰਾਸ਼ਾ ਤੇ ਉਦਾਸੀ ਮਹਿਸੂਸ ਹੋਈ। ਇਹ ਤਾਂ ਉਹਨਾਂ ਬੰਦਿਆਂ ਦੇ ਸੁਭਾਅ ਦੇ ਬਿਲਕੁਲ ਉਲਟ ਸੀ। ਉਹ ਤਾਂ ਹਮੇਸ਼ਾ ਚੜ੍ਹਦੀ ਕਲਾ ਦੀਆਂ ਗੱਲਾਂ ਕਰਨ ਵਾਲੇ ਸਨ। ਜ਼ਰੂਰ ਉਹਦੀ ਆਪਣੀ ਉਦਾਸੀ ਉਹਦੇ ਬੋਲਾਂ 'ਚ ਗੱਡਮੱਡ ਹੋ ਗਈ ਹੋਏਗੀ। ਉਹਨੂੰ ਆਪਣੇ ਆਪ ਤੇ ਡਾਢੀ ਖਿਝ ਆਈ ਜਦੋਂ ਦੇ ਕੁਲਦੀਪ ਹੋਰੀ ਉਸ ਕੋਲ ਆਉਣ ਲੱਗੇ ਸਨ, ਆਪਣਾ ਦ੍ਰਿਸ਼ਟੀਕੋਣ ਉਸ ਨਾਲ ਸਾਂਝਾ ਕਰਨ ਲੱਗੇ ਸਨ। ਉਦੋਂ ਤੋਂ ਉਹਦਾ ਅੰਦਰਲਾ ਇੱਕ ਸੁਰਤਾ ਗੁਆ ਬੈਠਾ ਸੀ। ਖਰਾਬ ਰੇਡੀਓ ਸੈੱਟ ਵਾਂਗ ਉਸ ਅੰਦਰੋਂ ਕਈ ਵਾਰ ਦੋਵੇਂ ਸਟੇਸ਼ਨ ਬੋਲਣ ਲੱਗ ਪੈਂਦੇ ਸਨ। ਕਦੀ ਕਿਸੇ ਦੀ ਆਵਾਜ਼ ਉੱਚੀ ਹੋ ਜਾਂਦੀ, ਕਦੀ ਕਿਸੇ ਦੀ, ਤੇ ਕਈ ਵਾਰ ਤਾਂ ਸਿਰਫ ਘਰ ਘਰ ਦੀ ਆਵਾਜ਼ ਹੀ ਹੁੰਦੀ, ਬੋਲ ਨਾ ਸੁਣਦੀ। ਉਹਨੂੰ ਲੱਗਦਾ ਉਹ ਤਾਂ ਬਸ ਇੱਕ ਜਿਸਮ ਸੀ ਤੇ ਉਹਦੇ ਅੰਦਰਲੀ ਰੂਹ ਕਿਧਰੇ ਗੁਆਚ ਗਈ ਸੀ। ਉਸ ਬੰਦੇ ਦੀ ਗੱਲ ਸੁਣ ਕੇ ਹਰ ਵੇਲੇ ਹੱਸਦਾ ਰਹਿਣ ਵਾਲਾ ਹਰੀ ਵੀ ਚੁੱਪ ਹੋ ਗਿਆ ਸੀ, ਜਿਵੇਂ ਆਪਣੇ ਅੰਦਰ ਸਿਮਟ ਗਿਆ ਹੋਵੇ। ਜਦੋਂ ਗੁਰਦੁਆਰੇ ਦੇ ਅਹਾਤੇ ਅੰਦਰ ਪਹੁੰਚੇ ਤਾਂ ਹਰੀ ਨੇ ਪੁੱਛਿਆ, ਚਾਚਾ ਜੀ ਦੁੱਧ ਹੈ ਛਿਟਕ? ਚਾਹ ਪੀਣ ਨੂੰ ਜੀ ਕਰਦਾ ਜ਼ਰਾ। 3 ਕੁ ਸਾਲ ਪਹਿਲਾਂ ਜਦੋਂ ਹਰੀ ਪਹਿਲੀ ਵਾਰ ਕੁਲਦੀਪ ਨਾਲ ਉਸ ਕੋਲ ਆਇਆ ਸੀ ਤਾਂ ਉਦੋਂ ਵੀ ਉਸ ਆਉਂਦਿਆਂ ਹੀ ਆਖਿਆ ਸੀ, ਚਾਚਾ ਜੀ ਸਾਬਣ ਹੈ ਭੋਰਾ? ਬਣੈਣ ਜੀ ਧੋ ਲਈਏ ਜ਼ਰਾ। ਉਸ ਰਾਤ ਉਸ ਇਲਾਕੇ ਦੇ ਕੁਝ ਭਰੋਸੇਯੋਗ ਸਾਥੀਆਂ ਦੀ ਇਸ ਇਲਾਕੇ ਵਿੱਚ ਸਰਗਰਮੀਆਂ ਦੇ ਪਾਸਾਰ ਲਈ ਗੁਪਤ ਮੀਟਿੰਗ ਸੀ।
ਇੱਕ ਹਮਦਰਦ ਵਜੋਂ ਉਹ ਵੀ ਇਸ ਮੀਟਿੰਗ 'ਚ ਸ਼ਾਮਲ ਸੀ। ਇੱਕ ਸੀਨੀਅਰ ਸਾਥੀ ਤੋਂ ਪਿੱਛੋਂ ਜਦੋਂ ਕੁਲਦੀਪ ਬੋਲਣ ਲੱਗਾ ਤਾਂ ਉਹ ਹੈਰਾਨ ਰਹਿ ਗਿਆ ਕਿ ਇਹ ਉਹ ਕੁਲਦੀਪ ਸੀ ਜਿਹੜਾ ਉਹਨੂੰ ਬੋਤਾ ਬਣਾ ਕੇ ਹੂਟੇ ਲਿਆ ਕਰਦਾ ਸੀ। ਉਹਦੇ ਬੋਲਣ 'ਚ ਚੰਗਿਆੜੇ ਝੜ ਰਹੇ ਸਨ। ਇੱਕ ਨਵੇਂ ਭਵਿੱਖ ਦਾ ਸੁਪਨਾ ਉਹਦੀ ਅੱਖਾਂ ਅੱਗੇ ਸਾਕਾਰ ਕਰ ਦਿੱਤਾ ਸੀ। ਲਹੂ ਪੀਣੇ ਲੋਕਾਂ ਦਾ ਲਹੂ ਪੀ ਕੇ ਵੀ ਤੇ ਆਪਣਾ ਲਹੂ ਡੋਲ ਕੇ ਵੀ ਉਹ ਅਜਿਹਾ ਪ੍ਰਬੰਧ ਕਾਇਮ ਕਰਨਾ ਚਾਹੁੰਦੇ ਸਨ ਜਿਸ ਬਾਰੇ ਕੁਲਦੀਪ ਕਹਿ ਰਿਹਾ ਸੀ। ਉਦੋਂ ਹਰੇਕ ਖੁਸ਼ ਤੇ ਖੁਸ਼ਹਾਲ ਹੋਏਗਾ। ਮਨੁੱਖ ਆਪਣੇ ਆਪ ਦਾ ਮਾਲਕ ਆਪ ਹੋਏਗਾ। ਜ਼ਿੰਦਗੀ ਦਾ ਇੱਕ ਅਰਥ ਹੋਏਗਾ। ਉਦੋਂ ਉਹ ਸੋਚਿਆ ਵੀ ਸੀ ਕਿ ਉਹ ਵੀ ਉਹਨਾਂ ਵਾਂਗ ਹਥਿਆਰ ਫੜ ਕੇ ਉਸ ਪ੍ਰਬੰਧ ਲਈ ਲੜਨ ਤੁਰ ਪਏ। ਪਰ ਉਸ ਪ੍ਰਬੰਧ ਤੋਂ ਪਿੱਛੋਂ ਵੀ ਉਹਦੇ ਮਨ ਦੀ ਸ਼ਾਂਤੀ ਦਾ ਕੀ ਬਣੇਗਾ? ਨਿੰਦਰੋ ਤੇ ਉਸ ਵਿੱਚ ਪਏ ਪਾੜ ਉੱਤੇ ਉਹ ਪ੍ਰਬੰਧ ਕਿਵੇਂ ਪੁਲ ਬਣ ਸਕੇਗਾ? ਕੀ ਰਤਨੇ ਦੀਆਂ ਅੱਖਾਂ ਪਿੱਛੋਂ ਤਾਰੇ ਦੀਆਂ ਅੱਖਾਂ ਉਹਨੂੰ ਘੂਰਨੋਂ ਹਟ ਜਾਣਗੀਆਂ? ਕੀ ਉਹਨੂੰ ਯਕੀਨ ਹੋ ਜਾਏਗਾ ਕਿ ਤਾਰਾ ਉਸ ਦਾ ਹੀ ਪੁੱਤਰ ਹੈ? ਪਰ ਉਹਨੇ ਸਵਾਲਾਂ ਦੇ ਸਮੇਂ 'ਚ ਹੀ ਪੁੱਛ ਲਿਆ, ਸੁਣਿਆ ਤੁਸੀਂ ਤਲਾਵਾਂ 'ਚ ਝੋਨਾ ਲਾ ਦਿਓਗੇ? ਹਰੀ ਥੋੜਾ ਜਿਹਾ ਹੱਸਿਆ। ਚਾਚਾ, ਤੇਰਾ ਤਲਾਅ ਛੋਟਾ ਹੈ, ਇਸ 'ਚ ਬਹੁਤਾ ਝੋਨਾ ਨਹੀਂ ਨਿਕਲਣ ਲੱਗਾ, ਇਹਨੂੰ ਤਲਾਅ ਹੀ ਰਹਿਣ ਦਿਆਂਗੇ। ਆਪਣੇ ਰਿਹਾਇਸ਼ੀ ਕਮਰੇ ਦੀਆਂ ਚਾਬੀਆਂ ਉਹਨਾਂ ਨੂੰ ਫੜਾਉਣ ਲੱਗਾ ਤਾਂ ਹਰੀ ਨੇ ਫਿਰ ਪੁੱਛਿਆ, ਚਾਚਾ ਜੀ ਦੁੱਧ ਹੈ? ਉਹ ਕਰਮ ਕੌਰ ਦਾ ਲਿਆਂਦਾ ਦੁੱਧ ਪੀੜਾ ਸਾਹਿਬ ਹੇਠੋਂ ਲੈਣ ਤੁਰ ਗਿਆ। ਜਦੋਂ ਉਹਨੇ ਬੱਤੀ ਜਗਾ ਕੇ ਦੁੱਧ ਦਾ ਭਾਂਡਾ ਫੜਿਆ ਤਾਂ ਉਹਨੂੰ ਪਤਾ ਹੀ ਨਾ ਲੱਗਾ ਕਿ ਉਹ ਦੁੱਧ ਨੂੰ ਬੜੀ ਦੇਰ ਤੋਂ ਨਿਗਾਹ ਗੱਡ ਕੇ ਵੇਖ ਰਿਹਾ ਸੀ, ਜਿਵੇਂ ਕਰਮ ਕੌਰ ਵੱਲ ਵੇਖ ਰਿਹਾ ਹੋਵੇ। ਉਸ ਦੁੱਧ 'ਚ ਪੋਟਾ ਭਿਓਇਆ ਉਂਗਲ ਜਿਵੇਂ ਕਰਮ ਕੌਰ ਦੇ ਗੁਦਗੁਦੇ ਪਿੰਡੇ 'ਚ ਖੁੱਭ ਗਈ ਸੀ। ਉਹਦਾ ਜੀਅ ਕੀਤਾ ਉਹ ਡੀਕ ਲਾ ਕੇ ਦੁੱਧ ਨੂੰ ਪੀ ਲਵੇ ਤੇ ਆਖਰੀ ਬੂੰਦ ਤੱਕ ਜੀਭ ਨਾਲ ਚੱਟ ਲਵੇ। ਉਹ ਸਵਾਦ ਹੋਇਆ ਖਲੋਤਾ ਸੀ। ਅਚਾਨਕ ਸਿਰ ਤੇ ਆ ਖਲੋਤੇ ਹਰੀ ਦੀ ਆਵਾਜ਼ ਨੇ ਉਹਨੂੰ ਆਪਣੇ ਆਪ ਚੁੱਕ ਲਿਆ। ਕੁਸਮੁਸਾ ਹੋ ਗਿਆ ਸੀ। ਕੁਲਦੀਪ ਅਜੇ ਤੱਕ ਨਹੀਂ ਸੀ ਆਇਆ। ਉਹ ਪਿੰਡੋਂ ਪ੍ਰਸ਼ਾਦੇ ਲੈਣ ਤੇ ਪਿੰਡ ਦਾ ਗੁਰਦੁਆਰਾ ਸਾਂਭਣ ਤੁਰ ਪਿਆ। ਆਪਣਾ ਮਨ ਕਿਸੇ ਹੋਰ ਪਾਸੇ ਮੋੜਨ ਲਈ ਉਹ ਕਿਸੇ ਹੋਰ ਮੀਟਿੰਗ ਵਿੱਚ ਕੁਲਦੀਪ ਦੇ ਬੋਲ ਯਾਦ ਕਰਨ ਲੱਗਾ। ਚੜ੍ਹਦੀ ਕਲਾ ਦੇ ਗੂੰਜਵੇਂ ਬੋਲ, ਇਹ ਬਿਖੜਾ ਰਾਹ ਹੈ। ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਹੁਣੇ ਇਸ ਰਾਹ ਤੋਂ ਮੁੜ ਜਾਣ। ਇੱਥੇ ਤਾਂ ਸਿਰ ਤਲੀ ਤੇ ਧਰ ਕੇ ਆਉਣਾ ਪਏਗਾ। ਸੰਤਾ ਸਿੰਘ ਹੈਰਾਨ ਸੀ ਕਿ ਉਹ ਤਾਂ ਬਾਣੀ ਵਿੱਚੋਂ ਵੀ ਤੁਕਾਂ ਬੋਲ ਕੇ ਆਪਣੇ ਵਿਚਾਰਾਂ ਨੂੰ ਦ੍ਰਿੜਾ ਰਿਹਾ ਸੀ। ਉਹਨੂੰ ਲੱਗਦਾ ਉਹ ਜਿਵੇਂ ਬਾਬਾ ਦੀਪ ਸਿੰਘ ਹੋਵੇ, ਖੰਡੇ ਨਾਲ ਧਰਤੀ ਤੇ ਲੀਕ ਵਾਹ ਕੇ ਮਰਦਾਂ ਨੂੰ ਲਕੀਰ ਟੱਪਣ ਤੇ ਬੁਜ਼ਦਿਲਾਂ ਨੂੰ ਵਾਪਸ ਮੁੜ ਜਾਣ ਲਈ ਲਲਕਾਰਦਾ। ਕੁਲਦੀਪ ਨੂੰ ਮਿਲਣ ਦੀ ਤਾਂਘ ਉਸ ਅੰਦਰ ਕੜਵੱਲਾਂ ਭੰਨ ਰਹੀ ਸੀ। ਉਹਨੇ ਆਪਣੇ ਆਪ ਨੂੰ ਪੁੱਛਿਆ ਕਿ ਇਹ ਇਕੱਲੇ ਕੁਲਦੀਪ ਦਾ ਹੀ ਮੋਹ ਸੀ ਜਾਂ ਇਸ ਪਿੱਛੇ ਕੁਲਦੀਪ ਕੋਲੋਂ ਸਦਾ ਵਾਂਗ ਆਪਣੇ ਘਰ ਬਾਰੇ, ਮਾਂ ਬਾਰੇ, ਰਤਨੇ ਤੇ ਨਿੰਦਰੋਂ ਬਾਰੇ ਜਾਣਨ ਦੀ ਰੀਝ ਸੀ। ਜਿਸ ਦਿਨ ਉਹ ਘਰੋਂ ਤੁਰ ਆਇਆ ਸੀ ਤਾਂ ਦੇਰ ਤੱਕ ਘਰ ਨਾ ਮੁੜਨ ਕਰਕੇ ਮਾਂ ਤੇ ਨਿੰਦਰੋਂ ਨੇ ਕੁਲਦੀਪ ਨੂੰ ਉਹਦੇ ਮਗਰ ਭੇਜਿਆ ਸੀ। ਕੁਲਦੀਪ ਖੁੰਡਾਂ ਤੇ, ਖੂਹਾਂ ਤੇ, ਤਕੀਏ ਤੇ ਸਭ ਥਾਈਂ ਉਹਨੂੰ ਲੱਭ ਆਇਆ ਸੀ, ਪਰ ਉਹ ਕੁਲਦੀਪ ਨੂੰ ਕਿਧਰੇ ਵੀ ਨਹੀਂ ਸੀ ਲੱਭਾ। ਘਰ 'ਚ ਨੂੰਹ ਸੱਸ ਲੋਕਾਂ ਤੋਂ ਗੱਲ ਲੁਕਾਈ ਉਤਸੁਕ ਨਜ਼ਰਾਂ ਨਾਲ ਬਾਰ-ਬਾਰ ਦਰਵਾਜ਼ੇ ਵੱਲ ਵੇਖ ਰਹੀਆਂ ਸਨ। ਕੁਲਦੀਪ ਮੁੜਿਆ ਵੇਖ ਮਾਂ ਨੇ ਝੱਟ ਦੇਣੀ ਪੁੱਛਿਆ, ਕਿਤੇ ਲੱਭਿਆ? ਸਹਿਮੀਆਂ ਨਜ਼ਰਾਂ ਨਾਲ ਨਿੰਦਰੋਂ ਉਹਦੇ ਚਿਹਰੇ ਤੋਂ ਕੁਝ ਲੱਭ ਰਹੀ ਸੀ। ਨਾ ਵਿੱਚ ਜਵਾਬ ਸੁਣ ਕੇ ਮਾਂ ਨੇ ਸਿਰ ਘੁੱਟ ਲਿਆ ਤੇ ਵੈਣ ਪਾਉਂਦੀ ਆਵਾਜ਼ 'ਚ ਹੌਲੀ ਜਿਹੀ ਵਿਰੜਾ ਕੀਤਾ, ਮੈਂ ਤੈਨੂੰ ਕਿੱਥੋਂ ਲੱਭ ਕੇ ਮੋੜ ਲਿਆਵਾਂ ਵੇ ਜੀਣ ਜੋਗਿਆ। ਕੁਲਦੀਪ ਦੱਸਦਾ ਸੀ ਮਾਂ ਤਾਂ ਬਸ ਹੁਣ ਮੰਜੇ ਜੋਗੀ ਹੋ ਕੇ ਰਹਿ ਗਈ ਸੀ। ਨਿੰਦਰੋਂ ਚਾਚੀ ਨੂੰ ਬੜਾ ਯਾਦ ਕਰਦੀ ਸੀ ਤੇ ਸਦਾ ਰੋਂਦੀ ਰਹਿੰਦੀ ਸੀ। ਰਤਨਾ ਵੀ ਹੁਣ ਗੱਭਰੂ ਹੋ ਗਿਆ ਸੀ ਤੇ ਕੁਲਦੀਪ ਨੂੰ ਪੁੱਛਦਾ ਰਹਿੰਦਾ ਸੀ ਕਿ ਕੀ ਉਹਦਾ ਚਾਚਾ ਕਦੀ ਵੀ ਪਿੰਡ ਵਾਪਸ ਨਹੀਂ ਆਏਗਾ। ਕੁਲਦੀਪ ਉਹਨੂੰ ਪ੍ਰੇਰਦਾ ਹੀ ਰਹਿੰਦਾ ਸੀ ਕਿ ਉਹ ਪਿੰਡ ਜਾ ਕੇ ਕਿਤੇ ਉਹਨਾਂ ਨੂੰ ਮਿਲ ਆਵੇ। ਕੁਲਦੀਪ ਤਾਂ ਇਹ ਵੀ ਕਹਿੰਦਾ ਸੀ ਕਿ ਚਾਚੀ ਦਾ ਕੋਈ ਕਸੂਰ ਨਹੀਂ ਸੀ, ਉਹ ਉਸ ਕੋਲ ਵਾਪਸ ਚਲਾ ਜਾਏ ਆਪਣੇ ਟੱਬਰ ਵਿੱਚ, ਉੱਥੇ ਜਾ ਕੇ 10 ਨਹੁੰਆਂ ਦੀ ਕਿਰਤ ਕਰੇ, ਜਿਸ ਕਿਰਤ ਨੂੰ ਕਰਨ ਦਾ ਉਹ ਇੱਥੇ ਵਿਹਲੇ ਬੈਠ ਕੇ ਪ੍ਰਚਾਰ ਕਰਦਾ ਸੀ। ਉਹ ਤਾਂ ਹੱਸ ਕੇ ਇਹ ਵੀ ਆਖਦਾ, ਜੇ ਵਿਹਲੇ ਰਹਿ ਕੇ ਗੁਜ਼ਾਰਨੀ ਹੈ ਤਾਂ ਇੱਥੇ ਬੈਠਾ ਰਹਿ, ਨਹੀਂ ਤਾਂ ਸਾਡੇ ਨਾਲ ਹੀ ਆ ਜਾ, ਇਹ ਜਨਮ ਲੇਖੇ ਲੱਗ ਜੂ ਮੇਰੇ ਚਾਚਾ ਜੀ। ਉਹ ਉਹਨੂੰ ਜੱਫੀ 'ਚ ਘੁੱਟ ਲੈਂਦਾ, ਪਰ ਉਹ ਪਿੰਡ ਵੱਲ ਮੂੰਹ ਨਾ ਕਰਦਾ। ਉਹਨੂੰ ਨਿੰਦਰੋਂ ਦਾ ਖਿਆਲ ਆਉਂਦਾ ਤਾਂ ਉਹ ਅੱਖਾਂ ਮੀਟ ਲੈਂਦਾ। ਜਦੋਂ ਸਾਧ ਬਣਿਆ ਸੀ ਤਾਂ ਉਹਨੂੰ ਮੋੜਨ ਬੰਤਾ ਵੀ, ਤਾਰਾ ਤੇ ਤਾਰੇ ਦਾ ਪਿਓ ਤੇ ਉਹਦੇ ਆਪਣੇ ਸਹੁਰੇ ਵੀ ਆਏ ਸਨ, ਪਰ ਉਹਨੇ ਇੱਕ ਨੰਨਾ ਹੀ ਫੜੀ ਰੱਖਿਆ ਸੀ। ਉਹ ਵਾਪਸ ਜਾਣ ਲਈ ਇਸ ਦੁਨੀਆ ਨੂੰ ਛੱਡ ਕੇ ਥੋੜ੍ਹਾ ਆਇਆ ਸੀ। ਉਹ ਤਾਂ ਦੁਨਿਆਵੀ ਦੁੱਖਾਂ, ਚਿੰਤਾਵਾਂ ਤੇ ਕਲੇਸ਼ਾਂ ਤੋਂ ਛੁਟਕਾਰਾ ਪਾਉਣ ਲਈ ਰੱਬ ਦੀ ਗੋਦ 'ਚ ਪਨਾਹ ਲੈਣ ਆਇਆ ਸੀ। ਨਿੱਕੇ ਜਿਹੇ ਤੋਤਲੀਆਂ ਗੱਲਾਂ ਕਰਦੇ ਰਤਨੇ ਨੂੰ ਵੀ ਉਦੋਂ ਲਿਆਂਦਾ ਗਿਆ ਸੀ। ਮਤਿਓ ਪੱਥਰ ਪਸੀਜ ਜਾਵੇ, ਪਰ ਕਿੱਥੇ, ਸਿਰਫ ਨਿੰਦਰੋਂ ਹੀ ਉਹਨੂੰ ਲੈਣ ਨਹੀਂ ਸੀ ਆਈ। ਵੱਡੀ ਖੱਬੀ ਖਾਂ,
ਉਹਨੂੰ ਲੱਗਾ ਜਿਵੇਂ ਉਹ ਅਜੇ ਵੀ ਨਫ਼ਰਤ ਵਿੱਚ ਧੌਣ ਕਢਾਈ ਉਹਦੇ ਮੂੰਹ 'ਤੇ ਥੁੱਕ ਰਹੀ ਹੋਵੇ। ਤੇ ਹੁਣ ਰੋਂਦੀ ਕਿਉਂ ਹੈ ਫਿਰ? ਕੁਲਦੀਪ ਦੇ ਤਰਲੇ ਕਿਉਂ ਕਰਦੀ ਹੈ ਕਿ ਮੈਨੂੰ ਮੋੜ ਲਿਜਾਵੇ? ਉਹਨੇ ਆਪਣੇ ਆਪ ਨੂੰ ਪੁੱਛਿਆ। ਉਹਨੂੰ ਪਤਾ ਸੀ ਕਿ ਕੁਲਦੀਪ ਤਾਂ ਪਿਛਲੇ ਕਈ ਚਿਰ ਤੋਂ ਪਿੰਡ ਹੀ ਨਹੀਂ ਸੀ ਗਿਆ। ਉਸਨੂੰ ਤਾਂ ਉਹਦੇ ਆਪਣੇ ਪਿਓ ਨੇ ਬੇਦਖਲ ਕਰ ਦਿੱਤਾ ਹੋਇਆ ਸੀ। ਉਸ ਨਾਲੋਂ ਸਾਰੇ ਸਬੰਧ ਤੋੜ ਲਏ ਸਨ ਤਾਂ ਕਿ ਉਹਨੂੰ ਪੁਲਿਸ ਤੰਗ ਨਾ ਕਰੇ। ਇੱਕ ਐਸਾ ਉਹਦੇ ਪੁੱਤ ਜੰਮਿਆ ਸੀ ਜਿਹੜਾ ਸਰਕਾਰੀ ਦਰਬਾਰੇ ਉਹਦੀ ਬਣੀ ਇੱਜ਼ਤ ਮਿੱਟੀ 'ਚ ਮਿਲਾ ਦੇਣ ਲੱਗਾ ਸੀ। ਇਹੋ ਜਿਹਾ ਪੁੱਤ ਨਿੱਜ ਜੰਮਦਾ। ਇਹ ਤਾਂ ਕੁਲਦੀਪ ਹੀ ਸੀ ਜੋ ਸੰਤਾ ਸਿੰਘ ਦੀ ਮਾਨਸਿਕ ਦਸ਼ਾ ਨੂੰ ਸਮਝਦਾ ਹੋਇਆ ਉਹਨੂੰ ਹਰ ਵਾਰੀ ਕੋਈ ਨਾ ਕੋਈ ਕਹਾਣੀ ਘੜ ਕੇ ਸੁਣਾਉਂਦਾ ਸੀ। ਕੁਲਦੀਪ ਜਾਣਦਾ ਸੀ ਜਦੋਂ ਆਖਰੀ ਵਾਰ ਆਪਣੀ ਚਾਚੀ ਨੂੰ ਮਿਲਿਆ ਸੀ ਤਾਂ ਉਹਨੇ ਚਾਚੀ ਨੂੰ ਵੀ ਕਿਹਾ ਸੀ ਕਿ ਉਹ ਵੀ ਜਾ ਕੇ ਚਾਚੇ ਦਾ ਤਰਲਾ ਮਿੰਨਤ ਕਰ ਵੇਖੇ। ਉਹ ਰੋਂਦੀ ਹੋਈ ਕਰੜੇ ਇਰਾਦੇ ਪਰ ਵਿਲਕਦੇ ਬੋਲਾਂ ਨਾਲ ਗੜੁੱਚ ਆਪਣੇ ਦਿਲ ਦੱਸ ਰਹੀ ਸੀ। ਦੀਪ ਪੁੱਤਰ, ਜੇ ਉਹ ਨਮੋਹਾ ਸਾਰਿਆਂ ਦੇ ਤਰਲੇ ਕਰਨ ਦੇ ਨਹੀਂ ਆਇਆ ਤਾਂ ਮੇਰੇ ਆਖੇ ਕਿੱਥੇ? ਨਾਲੇ ਸਾਨੂੰ ਬੇਕਸੂਰਾਂ ਨੂੰ ਜਿਹੜਾ ਜ਼ਾਲਮ ਇੰਜ ਲੱਤ ਮਾਰ ਕੇ ਤੁਰ ਗਿਆ, ਉਹਦੇ ਮਗਰ ਮਗਰ ਕੀ ਫਿਰਨਾ? ਸੰਤਾ ਸਿੰਘ ਨੂੰ ਇਹ ਵੀ ਕਿੱਥੇ ਪਤਾ ਸੀ ਕਿ ਨਿੰਦਰੋ ਸੱਚਮੁੱਚ ਬੇਕਸੂਰ ਸੀ। ਉਹ ਤਾਂ ਪਹਿਲਾਂ ਹੀ ਤਾਰੇ ਨੂੰ ਕਹਿੰਦੀ ਰਹਿੰਦੀ ਸੀ ਕਿ ਮੰਨਿਆ ਵਿਆਹ ਤੋਂ ਪਹਿਲਾਂ ਉਸ ਨੂੰ ਚੰਗਾ ਲੱਗਦਾ ਸੀ। ਉਸ ਵੱਲ ਥੋੜਾ ਝੁਕੀ ਵੀ ਸੀ, ਪਰ ਇਹ ਤਾਂ ਮਨ ਹੀ ਮਨ ਜਾਂ ਅੱਖਾਂ ਹੀ ਅੱਖਾਂ ਵਿੱਚ ਸੀ। ਉਂਝ ਤਾਂ ਉਹ ਸੱਚੀ ਸੁੱਚੀ ਸੀ। ਵਿਆਹ ਪਿੱਛੋਂ ਤਾਰੇ ਨੇ ਜਦੋਂ ਉਸ ਦੇ ਘਰ ਤੋਰਾ ਫੇਰਾ ਵਧਾ ਲਿਆ ਸੀ ਤਾਂ ਪਹਿਲਾਂ ਦੀ ਪਿਘਲੀ ਹੋਈ ਨਿੰਦਰੋ ਦੀਆਂ ਘੁੱਟਾਂ ਭਰ ਕੇ ਉਹਨੂੰ ਪੀਣਾ ਚਾਹਿਆ ਤਾਂ ਨਿੰਦਰੋ ਨੇ ਉਹਦੇ ਬੁੱਲ੍ਹਾਂ ਨਾਲੋਂ ਲੱਗਣੋਂ ਇਨਕਾਰ ਕਰ ਦਿੱਤਾ। ਪਰ ਤੇਜੋ ਦੇ ਕਹਿਣ 'ਤੇ ਤਾਂ ਨਿੰਦਰੋ ਦੇ ਕੰਨ ਖੜੇ ਹੋ ਗਏ। ਇੱਕ ਦਿਨ ਦੁਪਹਿਰ ਜਦੋਂ ਘਰੋਂ ਵਿਹਲਾ ਵੇਖ ਕੇ ਤਾਰਾ ਉਸ ਕੋਲ ਆਇਆ ਤਾਂ ਨਿੰਦਰੋ ਨੇ ਆਖਿਆ, ਭਾਈਆ, ਜਦੋਂ ਕੋਈ ਘਰ ਨਾ ਹੋਵੇ ਤੂੰ ਨਾ ਆਇਆ ਕਰ। ਕਿਉਂ? ਤੂੰ ਮੇਰੀ ਕੁਝ ਨਹੀਂ ਲੱਗਦੀ ਕਮਲੀਏ? ਸਾਲੀ ਅੱਧੀ ਘਰ ਵਾਲੀ ਹੁੰਦੀ ਆ। ਉਹ ਬਰਾਛਾਂ ਖੋਲ ਕੇ ਹੱਸਿਆ। ਮੈਂ ਆਪਣੇ ਘਰ ਵਾਲੇ ਦੀ ਘਰ ਵਾਲੀ ਹਾਂ। ਸੁਣਿਆ? ਤੂੰ ਆਪਣਾ ਮੂੰਹ ਸੰਭਾਲ, ਸਾਡਾ ਘਰ ਵਸਦਾ ਰਹਿਣ ਦੇ, ਕੁਝ ਤਰਸ ਕਰ। ਹਲਕਿਆ ਹੋਇਆ ਤਾਰਾ ਨਿੰਦਰੋ ਦੇ ਅੰਦਰ ਨੂੰ ਨਾ ਪੜ ਸਕਿਆ। ਚੱਲ ਫਿਰ, 2-3 ਮਿੱਠੀਆਂ ਹੀ ਦੇ। ਹਾਲ ਦੀ ਘੜੀ ਉਹ ਝੱਗ ਛੱਡਦਾ ਉਸ ਵੱਲ ਵਧਿਆ। ਭਾਈਆ, ਅੱਗੇ ਨਾ ਵਧੀ, ਨਹੀਂ ਤਾਂ ਮੈਂ ਭੈਣ ਨੂੰ ਦੱਸ ਦੂੰ। ਪਰ ਤਾਰੇ ਨੇ ਉਹਦੀ ਬਾਂਹ ਨੂੰ ਹੱਥ ਪਾ ਲਿਆ। ਦੂਜੇ ਛਿਣ ਤੜਾ ਕਰਦੀ ਚਪੇੜ ਉਹਦੇ ਮੂੰਹ 'ਤੇ ਵੱਜੀ ਤੇ ਉਹਦੇ ਬੌਂਦਲੇ ਦਿਮਾਗ ਨੇ ਸਾਂ ਕਰਦੇ ਕੰਨਾਂ ਦਾ ਸੁਣਿਆ। ਕੁੱਤਿਆ, ਨਿਕਲ ਜਾ ਇੱਥੋਂ, ਫੇਰ ਨਾ ਸਾਡੇ ਘਰ ਵੜੀ। ਇਹੋ ਕਾਰਨ ਸੀ ਨਿੰਦਰੋ ਸੰਤਾ ਸਿੰਘ ਲਈ ਰੋਂਦੀ ਤਾਂ ਰਹਿੰਦੀ ਸੀ, ਪਰ ਆਪ ਉਹਦੇ ਮਗਰ ਨਹੀਂ ਸੀ ਗਈ। ਉਹਨੂੰ ਸੰਤੇ ਤੇ ਚੰਨਣ ਦੀ ਲੜਾਈ ਦਾ ਪਤਾ ਵੀ ਲੱਗ ਗਿਆ ਸੀ, ਪਰ ਉਹਦੇ ਅੰਦਰ ਦੀ ਜ਼ਿੱਦ, ਸਿਰੜ ਤੇ ਅਣਖ ਉਹਨੂੰ ਨੀਵਾਂ ਨਹੀਂ ਸੀ ਹੋਣ ਦਿੰਦੀ। ਉਹਨੂੰ ਹਿਰਖ ਸੀ, ਰੱਬ ਦਾ ਬੰਦਾ ਕੋਈ ਗੱਲ ਹੀ ਕਰਦਾ, ਕੋਈ ਇਲਜ਼ਾਮ ਹੀ ਲਾਉਂਦਾ ਉਸਦੇ ਕੁੱਟ ਕੇ ਬੇਸ਼ੱਕ ਤਵਾਹੇ ਲਾ ਦਿੰਦਾ, ਪਰ ਅਗਲੇ ਨੂੰ ਆਪਣਾ ਸੱਚ ਦੱਸਣ ਦਾ ਮੌਕਾ ਤਾਂ ਦਿੰਦਾ। ਬਿਨਾਂ ਕੁਝ ਦੱਸਿਆਂ ਚੁੱਪਚਾਪ ਤੁਰ ਜਾਣਾ, ਪਿਛਾਂਹ ਭੌਂ ਕੇ ਕਿਸੇ ਵੱਲ ਤੱਕਣਾ ਵੀ ਨਾ। ਨਿੰਦਰੋ ਨੇ ਮਰਦਾਂ ਵਾਂਗ ਆਪਣੀ ਜ਼ਿੱਦ ਪੁਗਾਈ ਸੀ। ਇੰਨੇ ਸਾਲਾਂ ਤੋਂ ਆਪਣੇ ਘਰ ਹੀ ਰਹੀ ਸੀ। ਬੰਦਾ ਰੱਖ ਕੇ ਵਾਹੀ ਕਰਾਉਂਦੀ ਰਹੀ ਸੀ। ਰਤਨੇ ਨੂੰ ਪੜ੍ਹਾ ਰਹੀ ਸੀ। ਰਤਨਾ ਵੀ ਮਾਂ ਦੇ ਪ੍ਰਭਾਵ ਅਧੀਨ ਪਿਓ ਨੂੰ ਜ਼ਿੰਦਗੀ ਤੋਂ ਦੂਰ ਭੱਜਾ ਭਗੌੜਾ ਸਮਝਦਾ ਸੀ। ਕਦੀ ਮਾਂ ਪਿਓ ਲਈ ਉਹਦੇ ਦਿਲ ਵਿੱਚ ਉਹ ਦਰੇਵਾਂ ਛਲਕਦਾ, ਪਰ ਆਖਰ ਉਹ ਪੁੱਤ ਕਿਹੜੀ ਮਾਂ ਦਾ ਸੀ? ਉਹਨਾਂ ਨੂੰ ਪਿੱਛੇ ਬੇਸਹਾਰਾ ਛੱਡਣ ਵਾਲੇ ਪਿਓ ਨੂੰ ਮਿਲਣ ਜਾਂ ਲੈਣ ਜਾਣਾ ਉਸ ਲਈ ਮਾਂ ਦਾ ਸਿਰ ਨੀਵਾਂ ਕਰਨ ਵਾਲੀ ਗੱਲ ਸੀ। ਉਂਝ ਧੁਰ ਅੰਦਰ ਮਾਂ ਪੁੱਤ ਸਦਾ ਤੋਂ ਇਹੀ ਚਾਹੁੰਦੇ ਰਹੇ ਸਨ ਕਿ ਉਹ ਕਿਤੇ ਫੇਰ ਵਾਪਸ ਘਰ ਮੁੜ ਆਵੇ। ਉਹਨਾਂ ਦੀ ਇਹ ਭਾਵਨਾ ਹੋਰ ਵੀ ਤੀਬਰ ਉੱਠਦੀ ਜਦੋਂ ਕਦੀ ਕੁਲਦੀਪ ਦੱਸਦਾ ਕਿ ਉਹ ਚਾਚੇ ਨੂੰ ਮਿਲ ਕੇ ਆਇਆ ਸੀ ਤੇ ਚਾਚਾ ਉਹਨਾਂ ਸਾਰਿਆਂ ਦਾ ਹਾਲ ਚਾਲ ਪੁੱਛਦਾ ਸੀ ਤੇ ਉਹਨਾਂ ਦੇ ਸੁਖੀ ਵਸਦੇ ਰਹਿਣ ਦੀਆਂ ਅਰਦਾਸਾਂ ਕਰਦਾ ਰਹਿੰਦਾ ਸੀ। ਜਦੋਂ ਪਿੰਡੋਂ ਦੁੱਧ ਤੇ ਰੋਟੀਆਂ ਲੈ ਕੇ ਵਾਪਸ ਆਇਆ ਤਾਂ ਕੁਲਦੀਪ ਇੱਕ ਹੋਰ ਸਾਥੀ ਸਮੇਤ ਆ ਚੁੱਕਾ ਸੀ ਤੇ ਨਲਕੇ ਤੇ ਨਹਾ ਕੇ ਕੱਪੜੇ ਪਾ ਰਿਹਾ ਸੀ। ਚਾਚੇ ਨੂੰ ਉਹ ਗਲਵੱਕੜੀ ਪਾ ਕੇ ਮਿਲਿਆ। ਕਿੰਨਾ ਭਰਵਾਂ ਜਵਾਨ ਨਿਕਲਿਆ ਸੀ। ਹੱਡਾਂ ਪੈਰਾਂ ਦਾ ਮੋਕਲਾ, ਗੁਰਦੁਆਰੇ ਦੇ ਨਿਸ਼ਾਨ ਸਾਹਿਬ ਉੱਤੇ ਲੱਗੇ ਬਲਬ ਦੇ ਦੂਧੀਆ ਚਾਨਣ ਵਿੱਚ ਕੁਲਦੀਪ ਨੇ ਉਹਦੇ ਹੱਥੋਂ ਰੋਟੀਆਂ ਲਈਆਂ ਤੇ ਮੁਸਕਰਾਉਂਦਿਆਂ ਪੁੱਛਿਆ, ਸੁਣਾ ਫਿਰ ਚਾਚਾ, ਕੀ ਹਾਲ ਹੈ ਤੇਰਾ ਤੇ ਤੇਰੇ ਰੱਬ ਦਾ? ਉਹ ਅੱਗੇ ਵੀ ਅਜਿਹੀ ਖੁੱਲ੍ਹ ਉਸ ਨਾਲ ਅਕਸਰ ਲੈ ਲੈਂਦਾ ਸੀ। ਇਸ ਤੋਂ ਪਹਿਲਾਂ ਕਿ ਸੰਤਾ ਸਿੰਘ ਕੁਝ ਕਹਿੰਦਾ, ਉਹ ਆਪ ਹੀ ਬੋਲ ਪਿਆ, ਚਾਚੇ ਦਾ ਤਾਂ ਪਤਾ ਨਹੀਂ, ਪਰ ਰੱਬ ਦਾ ਹਾਲ ਤਾਂ ਚੰਗਾ ਹੀ ਲੱਗਦਾ। ਸਾਨੂੰ ਆਇਆਂ ਨੂੰ ਤਾਜ਼ੇ ਪ੍ਰਸ਼ਾਦੇ ਖਵਾ ਦਿੰਦਾ। ਉਹ ਚਾਰੇ ਜਣੇ ਰੋਟੀਆਂ ਖਾ ਰਹੇ ਸਨ। ਸੰਤਾ ਸਿੰਘ ਨਲਕੇ ਤੋਂ ਪਾਣੀ ਦੀ ਬਾਲਟੀ ਭਰ ਕੇ ਲੈ ਆਇਆ। ਨਵੇਂ ਸਾਥੀ ਨੇ ਚੂਲੀ ਕਰਦਿਆਂ ਪੁੱਛਿਆ, ਚਾਚਾ ਜੀ ਕਦੋਂ ਕੁ ਦੇ ਇੱਥੇ ਨੇ? ਬੜੇ ਸਾਲਾਂ ਤੋਂ। ਇਹਨਾਂ ਤਾਂ ਆਪਣਾ ਜਨਮ ਵੀ ਸਫਲ ਕਰ ਲਿਆ ਲੱਗਦਾ, ਹਰੀ ਨੇ ਹੱਸ ਕੇ ਆਖਿਆ। ਕੁਲਦੀਪ ਅਕਸਰ ਕਹਿੰਦਾ ਹੁੰਦਾ ਸੀ, ਇੱਕ ਘਰ ਵਿੱਚੋਂ 2 ਜਣੇ ਨਿਕਲੇ ਸਨ,
ਚਾਚਾ ਇਸ ਕਰਕੇ ਨਿਕਲਿਆ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਘਰ ਦਾ ਤੇ ਜੱਗ ਦਾ ਤਾਂ ਕੁਝ ਨਹੀਂ ਸੌਰ ਸਕਦਾ, ਸੋ ਬੰਦਾ ਆਪਣਾ ਆਪ ਹੀ ਸਵਾਰ ਲਵੇ ਤਾਂ ਬੜੀ ਗੱਲ ਹੈ। ਤੇ ਭਤੀਜਾ ਇਸ ਕਰਕੇ ਨਿਕਲਿਆ ਸੀ ਕਿ ਘਰ ਦਾ ਤੇ ਆਪਣਾ ਵੀ ਤਾਂ ਹੀ ਸੌਰ ਸਕਦਾ ਸੀ ਜੇ ਪਹਿਲਾਂ ਜੱਗ ਦਾ ਕੁਝ ਸਵਾਰ ਲਿਆ ਜਾਵੇ। ਤੇ ਕੁਲਦੀਪ ਹੌਲੀ ਜੀ ਹੱਸਿਆ। ਚਾਚਾ, ਤੂੰ ਤਾਂ ਭਾਵੇਂ ਆਪਣਾ ਜਨਮ ਸਵਾਰ ਲਿਆ ਹੋਵੇ ਜਾਂ ਸਮਾਂ ਪਾ ਕੇ ਸਵਾਰ ਲਵੇਂ, ਪਰ ਸਾਥੋਂ ਤਾਂ ਇਹ ਜੱਗ ਸੌਰਦਾ ਨਹੀਂ ਲੱਗਦਾ। ਭਤੀਜੇ ਦਾ ਵਿਅੰਗ ਉਸਦੇ ਅੰਦਰ ਨੂੰ ਉਥਲ ਗਿਆ। ਉਹਨੂੰ ਕਈ ਵਾਰ ਤਾਂ ਇਹ ਵੀ ਲੱਗਦਾ ਕਿ ਕੁਲਦੀਪ ਤਾਂ ਸੱਚੀ ਮੁੱਚੀ ਦਾਦੀ ਦਾ ਨੇਕ ਪੁੱਤ ਨਿਕਲਿਆ ਸੀ ਤੇ ਉਹਦਾ ਆਪਣਾ ਆਪ ਕਦੀ ਕਦੀ ਤਾਂ ਉਹਦਾ ਜੀਅ ਕਰਦਾ ਉਹ ਕੁਲਦੀਪ ਹੋਰਾਂ ਨਾਲ ਰਲ ਜਾਵੇ। ਉਹਨਾਂ ਦੀਆਂ ਗੱਲਾਂ ਅੱਗੇ ਉਸਨੂੰ ਆਪਣਾ ਜੀਵਨ ਪਖੰਡੀ ਤੇ ਦੰਭੀ ਜਿਹਾ ਲੱਗਦਾ ਸੀ, ਫਜ਼ੂਲ ਤੇ ਨਿਰਰਥਕ, ਐਵੇਂ ਮੌਤ ਦੀਆਂ ਘੜੀਆਂ ਗਿਣ ਰਿਹਾ, ਕੋਈ ਗਤੀ ਨਹੀਂ, ਬਸ ਨਿਰੀ ਖੜੋਤ ਸਿਥਲਤਾ ਉਹਦਾ ਭਾਗ ਬਣ ਗਏ ਲੱਗਦੇ। ਰੋਟੀ ਖਾ ਕੇ ਉਹਨਾਂ ਨੇ ਕੋਠਿਆਂ ਤੇ ਮੰਜੀਆਂ ਚੜਾ ਲਈਆਂ। ਸੰਤਾ ਸਿੰਘ ਦਾ ਆਪ ਰੋਟੀ ਨੂੰ ਦਿਲ ਨਹੀਂ ਸੀ ਕਰਦਾ ਪਿਆ। ਉਹਨੇ ਰਹਿੰਦੀਆਂ ਰੋਟੀਆਂ ਕੁੱਤੀ ਨੂੰ ਪਾਈਆਂ ਤੇ ਆਪ ਵਿਹੜੇ 'ਚ ਮੰਜਾ ਢਾਹ ਕੇ ਲੇਟ ਗਿਆ। ਕੁਲਦੀਪ ਦੀ ਅੰਦਰ ਸਵਾਰਨ ਵਾਲੀ ਗੱਲ ਉਹਦੇ ਅੰਦਰ ਨੂੰ ਚੁੰਡੀ ਭਰਦੀ ਪਈ ਸੀ। ਨਿੱਕੇ ਹੁੰਦਿਆਂ ਇੱਕ ਵਾਰ ਉਹਦੇ ਪਿਓ ਨੇ ਉਹਨੂੰ ਮੋਗੇ ਤੇ ਫੇਰਾ ਮਾਰ ਕੇ ਆਉਣ ਲਈ ਕਿਹਾ ਸੀ। ਕੀ ਵੇਖਦਾ ਹੈ ਕਿ ਮੋਗੇ ਦੇ ਐਨ ਸਾਹਮਣੇ ਕਰਕੇ ਦੂਜੇ ਵਾਲੇ ਖਾਲ ਵਿੱਚੋਂ ਮੂੰਹਾਂ ਟੁੱਟ ਗਿਆ ਸੀ। ਉਹਨੇ ਹਰਫਲੇ ਨੇ ਛੇਤੀ ਛੇਤੀ ਕਹੀ ਨਾਲ ਗਾਚੀਆਂ ਪੁੱਟ ਕੇ ਮੂੰਹੇ 'ਚ ਸੁੱਟਣੀਆਂ ਸ਼ੁਰੂ ਕੀਤੀਆਂ, ਪਰ ਇਸ ਤੋਂ ਪਹਿਲਾਂ ਕਿ ਨਵੀਂ ਗਾਚੀ ਪੁੱਟਦਾ ਪਹਿਲੀ ਨੂੰ ਪਾਣੀ ਰੋੜ ਕੇ ਲੈ ਜਾਂਦਾ। ਪਾਣੀ ਘਟ ਗਿਆ ਵੇਖ ਪਿਓ ਭੱਜਾ ਆਇਆ ਤੇ ਉਸਨੇ ਸੰਤੇ ਨੂੰ ਮੂੰਹੇ ਦੇ ਵਿੱਚ ਬਿਠਾ ਕੇ ਤੇ ਬੂਝੇ ਸੁੱਟ ਕੇ ਮਿੱਟੀ ਪਾ ਕੇ ਮਸਾਂ ਪਾਣੀ ਰੋਕਿਆ। ਤੇ ਇਹ ਅੱਜ ਕਰਮ ਕੌਰ ਮੋਗੇ ਦੇ ਪਾਣੀ ਵਾਂਗ ਉਹਨੂੰ ਰੋੜ ਕੇ ਲਈ ਜਾ ਰਹੀ ਸੀ। ਉਹ ਖੁਰਦਾ ਜਾ ਰਿਹਾ ਸੀ। ਉਹਦਾ ਸਾਰਾ ਜੀਵਨ ਉਹਦੇ ਸਾਹਮਣੇ ਸੀ। ਉਹਦਾ ਜੀ ਕੀਤਾ ਕੁਲਦੀਪ ਨੂੰ ਉੱਚੀ ਸਾਰੀ ਚੀਕ ਕੇ ਆਖੇ, ਤੁਸੀਂ ਤਾਂ ਭਾਵੇਂ ਜੱਗ ਦਾ ਸਵਾਰ ਲਓ, ਪਰ ਮੇਰਾ ਜਨਮ ਤਾਂ ਨਹੀਂ ਸਵਾਰਦਾ ਲੱਗਦਾ। ਉਹਨੂੰ ਆਪਣੇ ਆਪ ਤੇ ਬੜੀ ਖਿਝ ਤੇ ਗਿਲਾਨੀ ਆਈ। ਉਹਨੂੰ ਤਾਂ ਅੱਜ ਰਹਿਰਾਸ ਦਾ ਪਾਠ ਕਰਨ ਦਾ ਵੀ ਚੇਤਾ ਨਹੀਂ ਸੀ ਰਿਹਾ। ਉਹ ਕਿਹੜਾ ਗੁਨਾਹ ਕਰ ਚੱਲਿਆ ਸੀ। ਉਹ ਉੱਠਿਆ ਤੇ ਮੂੰਹ ਹੱਥ ਧੋ ਕੇ ਪਾਠ ਕਰਨ ਲਈ ਬੈਠ ਗਿਆ। ਪਾਠ ਕਰਕੇ ਜਦੋਂ ਮਨ ਦੀ ਸ਼ਾਂਤੀ ਬਣਾਈ ਰੱਖਣ ਲਈ ਪਰਮਾਤਮਾ ਅੱਗੇ ਅਰਦਾਸ ਕਰਕੇ ਹਟਿਆ ਤਾਂ ਅਸਮਾਨ ਦੇ ਤਾਰਿਆਂ ਦੇ ਕਸਮੈਲੇ ਚਾਨਣ ਨੂੰ ਬੱਦਲਾਂ ਦੀਆਂ ਖਿੰਡਵੀਆਂ ਟੁਕੜੀਆਂ ਨੇ ਆ ਢਕਿਆ ਸੀ। ਬੱਲਬ ਦੇ ਚਾਨਣ 'ਚੋਂ ਚਾਰੇ ਸਾਥੀ ਮੰਜਿਆਂ ਤੇ ਬੈਠੇ ਆਪਣੀ ਗੱਲਬਾਤ ਵਿੱਚ ਮਗਨ ਸਨ। ਉਹਨਾਂ ਦੇ ਸਿਰਾਂ ਪਿੱਛੇ ਕੋਠਿਆਂ ਪਿਛਲੇ ਸਫੈਦੇ ਅਸਮਾਨ ਦੀ ਕਲੱਤਣ ਵਿੱਚ ਆਪਣਾ ਸਿਰ ਜੋੜੀ ਖੜੋਤੇ ਸਨ। ਸੰਤਾ ਸਿੰਘ ਦੇ ਕੰਨਾਂ 'ਚ ਭਰੜਾਏ ਗਲੇ ਵਾਲੇ ਵਿਅਕਤੀਆਂ ਦੀ ਆਵਾਜ਼ ਗੂੰਜੀ। ਹਾਂ, ਇੱਕ ਗੱਲ ਤੇ ਆਪਾਂ ਸਾਰੇ ਸਹਿਮਤ ਹਾਂ ਕਿ ਵਿਅਕਤੀਗਤ ਕਤਲਾਂ ਦੀ ਸਾਡੀ ਲਾਈਨ ਠੀਕ ਨਹੀਂ ਸੀ। ਇਸ ਰਾਹੀਂ ਅਸੀਂ ਲੋਕਾਂ ਨਾਲੋਂ ਜੁੜੇ ਘੱਟ ਹਾਂ ਤੇ ਟੁੱਟੇ ਵਧੇਰੇ। ਕਾਮਰੇਡ, ਉਹਦੀ ਗੱਲ ਕਿਸੇ ਨੇ ਟੋਕ ਦਿੱਤੀ। ਇਹ ਕੁਲਦੀਪ ਸੀ। ਉਦੋਂ ਤਾਂ ਤੂੰ ਵੀ ਮੈਨੂੰ ਪੁੱਛਦਾ ਸਾਂ ਕਿ ਤੇਰੇ ਇਲਾਕੇ 'ਚ ਕਿਹੜਾ ਜਮਾਤੀ ਦੁਸ਼ਮਣ ਹੈ। ਜਦੋਂ ਮੈਂ ਕਿਹਾ ਸੀ ਇੱਥੇ ਇੰਜ ਦਾ ਕਲੀਅਰ ਕੱਟ ਜਮਾਤੀ ਦੁਸ਼ਮਣ ਤਾਂ ਕੋਈ ਨਹੀਂ ਜਿਹਦੇ ਸਫਾਈ ਦੀ ਲੋੜ ਹੋਏ, ਤਾਂ ਉਦੋਂ ਮੈਨੂੰ ਵਿਅੰਗ ਨਾਲ ਆਖਦਾ ਸਾਂ ਤੇਰੇ ਇਲਾਕੇ 'ਚ ਤਾਂ ਸਮਾਜਵਾਦ ਹੋਇਆ ਹੈ ਕਿ। ਉਹ ਠਾਕਾ ਮਾਰ ਕੇ ਹੱਸੇ ਜਿਵੇਂ ਆਪਣੀ ਮੂਰਖਤਾ ਤੇ ਹੱਸੇ ਹੋਣ। ਫਿਰ ਨਵੀਂ ਲਾਈਨ ਕੀ ਹੋਈ? ਫਿਰ ਕਿਸੇ ਹੋਰ ਦਾ ਸਵਾਲ ਸੀ। ਇਹੋ ਤਾਂ ਮੈਂ ਆਨਾ, ਹਰੀ ਪੁੱਛ ਰਿਹਾ ਸੀ। ਦੂਜੀਆਂ ਪਾਰਟੀਆਂ ਤੋਂ ਸਾਡਾ ਵੱਖਰਾ ਕੀ ਰਹਿ ਗਿਆ ਫਿਰ? ਵੱਖਰਾ ਹੈ, ਭਰੜਾਏ ਗਲੇ ਨੇ ਠਰਮੇ ਨਾਲ ਸਮਝਾਇਆ। ਇੱਕ ਤਾਂ ਸਾਡਾ ਸਟੇਟ ਦਾ ਨਿਰਣਾ ਵੱਖਰਾ ਹੈ ਉਹਨਾਂ ਤੋਂ, ਦੂਜੇ ਅਸੀਂ ਅਜੇ ਵੀ ਚੋਣਾਂ ਨੂੰ ਇਨਕਲਾਬ ਤੱਕ ਪਹੁੰਚਣ ਦਾ ਮਾਧਿਅਮ ਨਹੀਂ ਮੰਨਦੇ। ਕੁਲਦੀਪ ਦਾ ਇੱਕ ਹੋਰ ਜਾਇਜ਼ ਸਵਾਲ ਸੀ। ਆਪਣੇ ਦੂਜੇ ਗਰੁੱਪਾਂ ਦਾ ਵੀ ਨਿਰਣਾ ਤਾਂ ਇੱਕੋ ਹੈ, ਫਿਰ ਆਪਾਂ ਕਿਉਂ ਅੱਡ ਅੱਡ ਹਾਂ? ਸੰਤਾ ਸਿੰਘ ਨੂੰ ਲੱਗਾ ਜਿਵੇਂ ਨਿੰਦਰੋਂ ਕਹਿ ਰਹੀ ਹੋਵੇ, ਆਪਾਂ ਕਿਉਂ ਅੱਡ ਅੱਡ ਹਾਂ? ਉਹ ਨਿੰਦਰੋਂ ਨੂੰ ਜਵਾਬ ਦੇਣ ਲੱਗਾ, ਗੱਲ ਤੇਰੀ ਜਾਂ ਮੇਰੀ ਨਹੀਂ, ਗੱਲ ਤਾਂ ਜ਼ਿੰਦਗੀ ਦੀ ਹੈ। ਜ਼ਿੰਦਗੀ ਜੋ ਬੇਅਰਥ ਹੈ, ਫਜ਼ੂਲ ਤੇ ਝੂਠੀ। ਗੱਲ ਤੇਰੇ ਜਾਂ ਮੇਰੇ ਅੱਡ ਅੱਡ ਹੋਣ ਦੀ ਨਹੀਂ, ਗੱਲ ਉਸ ਸੱਚੇ ਪਾਤਸ਼ਾਹ ਤੋਂ ਅੱਡ ਹੋਣ ਦੀ ਹੈ ਜਿਸ ਨੂੰ ਭੁੱਲ ਕੇ ਮਨੁੱਖ ਝੂਠੀ ਦੁਨੀਆ ਦੇ ਮੋਹ 'ਚ ਫਸਿਆ ਰਹਿੰਦਾ। ਵਿੱਚੋਂ ਹੀ ਕਰਮ ਕੌਰ ਬੋਲ ਉੱਠੀ, ਕੀ ਤੂੰ ਮੈਨੂੰ ਮੋਹ ਨਹੀਂ ਕਰਨ ਲੱਗ ਪਿਆ? ਕੀ ਮੇਰੀ ਹੋਂਦ ਝੂਠੀ ਹੈ ਜਾਂ ਤੂੰ ਚੁੱਪ ਰਹਿ ਕੇ ਝੂਠ ਬੋਲਦਾ ਹੈ ਤੇ ਝੂਠਿਆ ਤੂੰ ਸੱਚੇ ਰੱਬ ਨੂੰ ਕਿੰਝ ਪਾ ਲਵੇਂਗਾ? ਉਹ ਆਪਣੇ ਅੰਦਰੋਂ ਫੇਰ ਬਾਹਰ ਨੂੰ ਭੱਜਿਆ ਤਾਂ ਅੱਗੋਂ ਕੁਲਦੀਪ ਦੇ ਬੋਲ ਸਨ। ਸਾਡੇ ਆਗੂ ਜੇ ਕਹਿੰਦੇ ਨੇ ਕਿ ਹੁਣ ਜਨਤਕ ਜਥੇਬੰਦੀਆਂ ਉਸਾਰਨੀਆਂ ਚਾਹੀਦੀਆਂ ਤਾਂ ਕੀ ਉਹ ਗਰੁੱਪ ਠੀਕ ਨਹੀਂ ਜੋ ਕਈ ਚਿਰ ਤੋਂ ਕਹਿ ਰਿਹਾ ਕਿ ਇਹੀ ਲਾਈਨ ਠੀਕ ਹੈ? ਕੁਝ ਚਿਰ ਸਾਰੇ ਜਣੇ ਚੁੱਪ ਰਹੇ। ਉਹ ਇੱਕਦਮ ਆਪਣੀ ਰਾਏ ਪ੍ਰਗਟ ਨਹੀਂ ਸਨ ਕਰਨਾ ਚਾਹੁੰਦੇ। ਅਚਾਨਕ ਹਰੀ ਨੇ ਆਪਣੇ ਅੰਦਾਜ਼ 'ਚ ਗੱਲ ਤੋਰੀ, ਬਈ ਜਨਤਕ ਜਥੇਬੰਦੀਆਂ ਉਸਾਰਨ ਵਾਲੀ ਗੱਲ ਉਂਝ ਠੀਕ ਆ, ਜਿੰਨਾ ਚਿਰ ਲੋਕ ਨਹੀਂ ਤੁਰਦੇ, ਘੋਲਾਂ 'ਚੋਂ ਆਪਾਂ ਨਹੀਂ ਸਿੱਖਦੇ।
ਅਸੀਂ ਕੁਝ ਜਣੇ ਉਹਨਾਂ ਦੀ ਤਲੀ ਤੇ ਇਨਕਲਾਬ ਦਾ ਦੀਵਾ ਤਾਂ ਧਰਨੋਂ ਰਹੇ। ਇਹ ਤਾਂ ਅਸੀਂ ਤਜਰਬੇ 'ਚੋਂ ਹੀ ਵੇਖ ਲਿਆ, ਕਿਸੇ ਨੇ ਵਿੱਚੋਂ ਹੀ ਕਿਹਾ। ਹਰੀ ਦੀ ਗੱਲ ਜਾਰੀ ਸੀ। ਮੇਰੇ ਤਾਂ ਅੱਗੇ ਹੀ ਕਈ ਵਾਰ ਮਨ 'ਚ ਆਉਂਦੀ ਸੀ ਵੀ ਆਹ ਜਿਹੜੇ ਆਪਾਂ ਕੰਧਾਂ 'ਤੇ ਇਸ਼ਤਿਹਾਰ ਲਵਾਉਂਦੇ ਹਾਂ, ਜਾਂ ਕੰਧਾਂ 'ਤੇ ਨਾਅਰੇ ਲਿਖਣ ਦੀ ਗੱਲ ਹੀ ਲਵੋ। ਮੈਂ ਆਨਾ ਭਲੇ ਮਾਨਸੋ, ਅਸੀਂ ਨਾਅਰੇ ਲਾਉਣ ਵਾਲੇ ਤਾਂ ਲੁਕੇ ਫਿਰਦੇ ਹਾਂ। ਲੋਕ ਕਿਹਦੇ ਮਗਰ ਲੱਗਣ? ਤੇ ਉਂਝ ਵੀ ਲੋਕ ਕਿਹੜੇ ਉਸ ਵੇਲੇ ਨਾਅਰਿਆਂ ਪਿੱਛੇ ਲੱਗ ਜਾਂਦੇ ਆ। ਜੇ ਇੰਨੀਆਂ ਪਾਰਟੀਆਂ ਵੱਡੇ ਵੱਡੇ ਨਾਅਰੇ ਲਾ ਕੇ ਲੋਕਾਂ ਨੂੰ ਮਗਰ ਨਹੀਂ ਲਾ ਸਕੀਆਂ ਤਾਂ ਅਸੀਂ। ਕੁਲਦੀਪ ਨੂੰ ਸ਼ਾਇਦ ਹਰੀ ਦੀ ਗੱਲ ਜਚੀ ਨਹੀਂ ਸੀ। ਨਹੀਂ ਕਾਮਰੇਡ, ਇਹਦਾ ਜਮਾ ਪਹਿਲੂ ਵੀ ਹੈ, ਤੂੰ ਉਹਨੂੰ ਨਜ਼ਰਅੰਦਾਜ਼ ਨਾ ਕਰ, ਜ਼ਿਆਦਾ ਨੈਗੇਟਿਵ ਤੇ ਪੈਸਿਮਿਸਟ ਨਾ ਹੋ। ਤੇ ਨਾਲੇ ਜਨਾਬ, ਜੇ ਸਭ ਕੁਝ ਪਹਿਲਾਂ ਹੀ ਸੋਚਦੇ ਹੁੰਦੇ ਸੀ ਤਾਂ ਉਦੋਂ ਸਾਂਝਾ ਕਿਉਂ ਨਹੀਂ ਸੀ ਕੀਤਾ? ਹਰੀ ਹੱਸਣ ਲੱਗਾ ਤੇ ਕੁਝ ਦੇਰ ਹੱਸਦਾ ਹੀ ਰਿਹਾ। ਬਾਬਾ, ਉਦੋਂ ਡਰਦਾ ਸਾਂ ਕਿ ਜੇ ਮੈਂ ਕੋਈ ਸ਼ੰਕਾ ਪ੍ਰਗਟ ਕੀਤਾ ਤਾਂ ਇਹਨੂੰ ਕਿਤੇ ਮੇਰੀ ਬੁਜ਼ਦਿਲੀ ਨਾ ਸਮਝ ਲਿਆ ਜਾਏ। ਤੇ ਪਿਆਰੇ, ਜੇ ਆਪਾਂ ਝਾਤੀ ਮਾਰੀਏ ਆਪਣੇ ਮਨਾਂ ਵਿੱਚ ਤਾਂ ਸ਼ਾਇਦ ਪਤਾ ਲੱਗੇ ਕਿ ਆਪਣੇ ਵਿੱਚੋਂ ਵਧੇਰੇ ਜਣੇ ਕਈ ਗੱਲਾਂ ਨੂੰ ਗਲਤ ਸਮਝ ਕੇ ਵੀ ਇਸ ਲਈ ਚੁੱਪ ਰਹੇ ਕਿ ਉਹ ਬੁਜ਼ਦਿਲ ਨਾ ਸਮਝ ਲੈ ਜਾਣ। ਹਾਂ, ਇਹ ਇੱਕ ਬੁਨਿਆਦੀ ਗੱਲ ਹੈ, ਪਰੜਾਏ ਗਲੇ ਵਾਲਾ ਕਹਿ ਰਿਹਾ ਸੀ। ਬਹਾਦਰ ਦਿਸਣ ਦੇ ਵਿੱਚ ਲਾਲਚ ਵਿੱਚ ਕਈ ਵਾਰ ਅਸੀਂ ਉਹ ਕੁਝ ਕਰ ਜਾਂਦੇ ਹਾਂ ਜੋ ਦਿਲੋਂ ਗਲਤ ਸਮਝਦੇ ਹਾਂ। ਇਹੋ ਹੀ ਤਾਂ ਹੈ ਮਾਰ ਕੇ ਬਾਜੀ। ਇਸੇ ਲਈ ਮੈਂ ਕਹਿੰਦਾ ਕਿ ਜੋ ਗਲਤ ਹੋਇਆ ਉਸ 'ਤੇ ਫਿਰ ਵਿਚਾਰ ਕਰਕੇ। ਕੁਲਦੀਪ ਨੇ ਵਿੱਚੋਂ ਹੀ ਉਸ ਦੀ ਗੱਲ ਨੂੰ ਟੋਕ ਕੇ ਆਪਣੇ ਮਨ 'ਚ ਉੱਭਰ ਰਿਹਾ ਸਵਾਲ ਸਾਥੀਆਂ ਅੱਗੇ ਦਿੱਤਾ। ਜਨਤਕ ਜਥੇਬੰਦੀਆਂ ਉਸਾਰਨ ਲਈ ਤਾਂ ਜਨਤਾ 'ਚ ਓਪਨ ਜਾਣਾ ਪਊ। ਇਹ ਤਾਂ ਠੀਕ ਹੈ। ਮੈਂ ਤਾਂ ਕਹਾਂਗਾ ਜਿਹੜੇ ਸਾਥੀਆਂ 'ਤੇ ਗੰਭੀਰ ਕੇਸ ਨਹੀਂ, ਉਹ ਬੇਸ਼ੱਕ ਪੇਸ਼ ਹੋ ਜਾਣ ਜਾਂ ਖੁੱਲ੍ਹੇ ਚਲੇ ਜਾਣ। ਕੁਲਦੀਪ ਨੂੰ ਪਰੜਾਏ ਗਲੇ ਵਾਲੇ ਦੀ ਇਹ ਗੱਲ ਜਚੀ ਨਹੀਂ। ਪਰੜਾਏ ਗਲੇ ਵਾਲਾ ਕੁਝ ਚਿਰ ਚੁੱਪ ਰਿਹਾ। ਲੰਮੇ ਪਏ ਸੰਤਾ ਸਿੰਘ ਦੇ ਕੰਨਾਂ 'ਚ ਉਹਦੇ ਬੋਲ ਹੌਲੀ ਹੌਲੀ ਗੂੰਜੇ। ਕੁਲਦੀਪ, ਵਾਪਸੀ ਸਦਾ ਭਾਂਜ ਹੀ ਨਹੀਂ ਹੁੰਦੀ। ਕਈ ਵਾਰ ਪਿੱਛੇ ਹਟ ਕੇ ਭਰਮਾਂ ਵਾਰ ਕਰਨ ਲਈ, ਪੈਂਤੜਾ ਮੱਲਣ ਲਈ ਵੀ ਥੋੜ੍ਹਾ ਵਾਪਸ ਮੁੜਨਾ ਪੈਂਦਾ। ਤੇ ਫਿਰ ਸੰਤਾ ਸਿੰਘ ਨੂੰ ਪਤਾ ਨਾ ਲੱਗਾ ਕਿਹੜੇ ਵੇਲੇ ਅਸਮਾਨ ਤੇ ਤਾਰਿਆਂ ਨੂੰ ਢੱਕ ਰਹੇ ਬੱਦਲਾਂ ਵੱਲ ਵੇਖ ਰਹੀਆਂ ਉਹਦੀਆਂ ਅੱਖਾਂ ਚੱਲ ਪਈ ਠੰਡੀ ਹਵਾ ਦੀ ਲੋਰੀ ਨਾਲ ਮੀਟੀਆਂ ਗਈਆਂ। ਉਹ ਬੱਦਲਾਂ 'ਤੇ ਸਵਾਰ ਹੋਇਆ ਆਪਣੇ ਪਿੰਡ ਨੂੰ ਜਾ ਰਿਹਾ ਸੀ। ਚਿੱਟੀ ਕੁੱਤੀ ਪੂਛ ਹਿਲਾਉਂਦੀ ਉਹਦੇ ਨਾਲ ਨਾਲ ਸੀ। ਬਾਰ-ਬਾਰ ਪੈਰਾਂ 'ਚ ਆ ਖਲੋਤੀ ਕੁੱਤੀ ਨੂੰ ਪਾਸੇ ਕਰਨ ਲਈ ਉਹਨੇ ਕੁੱਤੀ ਨੂੰ ਸ਼ਿਸ਼ਕਾਰਿਆ ਤਾਂ ਕੀ ਵੇਖਦਾ, ਕੁੱਤੀ ਦੀ ਧੌਣ 'ਤੇ ਤਾਂ ਨਿੰਦਰੋ ਦਾ ਮੂੰਹ ਲੱਗਾ ਹੋਇਆ ਸੀ ਤੇ ਉਹਦੀਆਂ ਅੱਖਾਂ 'ਚੋਂ ਪਰਲ ਪਰਲ ਅੱਥਰੂ ਵਗ ਰਹੇ ਸਨ। ਉਹਨੇ ਘਬਰਾ ਕੇ ਬੱਦਲਾਂ ਨੂੰ ਅੱਡੀ ਮਾਰੀ ਤੇ ਉਹਦੇ ਹੇਠਲਾ ਘੋੜਾ ਨੇਜ਼ੇ ਨਾਲ ਕਿੱਲਾ ਪੁੱਟਣ ਲਈ ਸਰਪਟ ਦੌੜਿਆ। ਕਿੱਲੇ ਦੇ ਨੇੜੇ ਜਾ ਕੇ ਜਿਉਂ ਹੀ ਉਹ ਨੇਜ਼ੇ ਨਾਲ ਕਿੱਲਾ ਪੁੱਟਣ ਲਈ ਝੁਕਿਆ ਤਾਂ ਘੋੜੇ ਤੋਂ ਮੂਧੇ ਮੂੰਹ ਡਿੱਗ ਪਿਆ। ਉਹ ਆਪਣਾ ਲਿਬੜਿਆ ਮੂੰਹ ਮੱਥਾ ਪੂੰਝਣ ਲੱਗਾ। ਉਹਦੀਆਂ ਅੱਖਾਂ ਘੱਟੇ ਨਾਲ ਬੰਦ ਹੋ ਗਈਆਂ ਸਨ। ਉਹਨੇ ਜਿਉਂ ਹੀ ਅੱਖਾਂ ਮਲਦਿਆਂ ਉੱਠ ਕੇ ਤੁਰਨਾ ਚਾਹਿਆ ਤਾਂ ਪਤਾ ਲੱਗਾ ਕਿ ਉਹ ਤਾਂ ਇੱਕ ਡੂੰਘੇ ਟੋਏ 'ਚ ਡਿੱਗ ਪਿਆ ਸੀ ਤੇ ਬੰਦ ਅੱਖਾਂ ਨਾਲ ਬਾਰ-ਬਾਰ ਟੋਏ 'ਚੋਂ ਨਿਕਲਣ ਦਾ ਯਤਨ ਕਰ ਰਿਹਾ ਸੀ। ਉਹ ਟੋਏ ਦੇ ਕੰਢੇ ਨੂੰ ਹੱਥ ਪਾਉਂਦਾ ਸੀ ਪਰ ਫਿਰ ਹੱਥ ਛੁੱਟ ਜਾਣ ਕਰਕੇ ਨਿਰਉਤਸ਼ਾਹਿਤ ਹੋ ਕੇ ਟੋਏ 'ਚ ਰਿੜ ਜਾਂਦਾ। ਆਜਾ ਆਜਾ, ਫੜਾ ਮੈਨੂੰ, ਬਚਨੀ ਭਰੀ ਆਵਾਜ਼ 'ਚ ਤਾੜੀਆਂ ਮਾਰ ਕੇ ਹੱਸਦੀ ਹੋਈ ਉਹਨੂੰ ਆਪਣਾ ਹੱਥ ਫੜਾਉਣ ਲਈ ਕਹਿ ਰਹੀ ਸੀ। ਬਚਨੀ ਦਾ ਹੱਥ ਛੁੱਟ ਜਾਣ 'ਤੇ ਵੀ ਉਹ ਫਿਰ ਟੋਏ 'ਚ ਡਿੱਗਾ ਤਾਂ ਬਚਨੀ ਨੇ ਉਹਦੇ ਮੂੰਹ 'ਤੇ ਪਾਣੀ ਦੀਆਂ ਛਿੱਟਾਂ ਮਾਰਨੀਆਂ ਸ਼ੁਰੂ ਕਰਤੀਆਂ। ਤਰਬਕ ਕੇ ਉਹਨੇ ਅੱਖਾਂ ਖੋਲ੍ਹੀਆਂ। ਬੱਦਲਾਂ ਨੇ ਸਾਰਾ ਅਸਮਾਨ ਢੱਕ ਲਿਆ ਸੀ। ਤੜਾਕ ਤੜਾਕ ਪੈਂਦੀਆਂ ਛਿੱਟਾਂ 'ਚ ਕੁਲਦੀਪ ਕੋਠੇ ਉਤਲੇ ਸਾਥੀ ਨੂੰ ਮੰਜਾ ਫੜਾਉਣ ਲਈ ਕਹਿ ਰਿਹਾ ਸੀ। ਆਜਾ ਆਜਾ, ਫੜਾ ਮੈਨੂੰ। ਉਹ ਵਰਾਂਡੇ 'ਚ ਮੰਜੀਆਂ ਢਾਹ ਕੇ ਲੇਟ ਗਏ। ਵੇਖਦਿਆਂ ਹੀ ਵੇਖਦਿਆਂ ਪਤਾ ਨਹੀਂ ਕਿੱਧਰੋਂ ਇੰਨਾ ਮੀਂਹ ਆ ਗਿਆ ਸੀ। ਅਜੇ ਕੱਲ੍ਹ ਤਾਂ ਸੂਰਜ ਧਰਤੀ ਵਿੰਨ੍ਹਦਾ ਪਿਆ ਸੀ। ਜਦੋਂ ਨੂੰ ਮੀਂਹ ਥੰਮਿਆ ਉਦੋਂ ਨੂੰ ਮੂੰਹ ਝਾਖਰਾ ਹੋ ਗਿਆ ਸੀ। ਕੁਲਦੀਪ ਹੋਰੀ ਉੱਠੇ, ਚਾਹ ਬਣਾਈ ਤੇ ਪੀਤੀ। ਮਾੜੀ ਜੀ ਲੋ ਲੱਗਣ ਤੇ ਚੱਲਣ ਲਈ ਤਿਆਰ ਹੋ ਗਏ। ਕੁਲਦੀਪ ਚਾਚੇ ਕੋਲ ਆ ਖੜੋਤਾ। ਆਪ ਮੁਹਾਰੇ ਦੋਵੇਂ ਗਲਵੱਕੜੀ 'ਚ ਜੁੜ ਗਏ। ਛੇਤੀ ਆ ਜਾਇਆ ਕਰ। ਕੁਲਦੀਪ ਨੇ ਉਹਨੂੰ ਜਵਾਬ ਦੇਣ ਦੀ ਥਾਂ ਮੁਸਕਰਾ ਕੇ ਕਿਹਾ, ਚਾਚਾ, ਜਿਹੜੇ ਤੈਨੂੰ ਇੰਨੇ ਸਾਲਾਂ ਤੋਂ ਉਡੀਕਦੇ ਨੇ ਉਹ ਕਿਸ ਨੂੰ ਤੇ ਕਿਵੇਂ ਆਖਣ ਛੇਤੀ ਆ ਜਾਇਆ ਕਰ। ਪੁੱਤਾ, ਉਹ ਸਭ ਛੁੱਟ ਗਏ ਹੁਣ ਕੀ। ਅਸੀਂ ਤਾਂ ਚਾਚਾ ਜਦੋਂ ਆਉਣਾ ਤੈਨੂੰ ਹਿਲਾ ਟੁਣਕਾ ਕੇ ਜਾਣਾ। ਤੇ ਉਹ ਸਾਰੇ ਸਤਿ ਸ੍ਰੀ ਅਕਾਲ ਕਹਿ ਕੇ ਤੁਰ ਗਏ। ਜਦੋਂ ਚੰਗੇ ਦਿਨ ਚੜ੍ਹੇ ਪਿੰਡੋਂ ਹੋ ਕੇ ਵਾਪਸ ਬਾਹਰਲੇ ਗੁਰਦੁਆਰੇ ਪਹੁੰਚਿਆ ਤਾਂ ਬਹੁਤ ਖੁਸ਼ ਤੇ ਸੰਤੁਸ਼ਟ ਸੀ ਕਿਉਂਕਿ ਉਹਨੇ ਪਿੰਡ ਦੇ ਗੁਰਦੁਆਰੇ ਆਈਆਂ ਸੰਗਤਾਂ ਨੂੰ ਬਾਹਰਲੇ ਤਲਾਅ ਦਾ ਪਾਣੀ ਕੱਢ ਕੇ ਤਲਾਅ ਦੀ ਤੇ ਗੁਰਦੁਆਰੇ ਦੀ ਮੁਰੰਮਤ ਕਰਨ ਲਈ ਪ੍ਰੇਰ ਲਿਆ ਸੀ। ਗੁਰਦੁਆਰਾ ਕਮੇਟੀ ਦਾ ਪ੍ਰਧਾਨ ਆਪਣੀ ਨਿਗਰਾਨੀ ਵਿੱਚ ਕੰਮ ਕਰਾਉਣ ਲਈ ਤਿਆਰ ਹੋ ਗਿਆ ਸੀ। ਉਹਨੂੰ ਖੁਸ਼ੀ ਸੀ ਕਿ ਇੰਜੋ ਕੰਮ ਤੇ ਸੇਵਾ ਦੇ ਰੁਝੇਵੇਂ 'ਚ ਰੁੱਝਾ ਰਹੇਗਾ। ਪਰ ਉਹਦੀ ਇਸ ਖੁਸ਼ੀ 'ਚ ਅਸਮਾਨ ਵੱਲ ਮੂੰਹ ਕਰਕੇ ਉੱਚੀ ਉੱਚੀ ਰੋ ਰਹੀ ਚਿੱਟੀ ਕੁੱਤੀ ਨੇ ਭੰਗਣਾ ਪਾ ਦਿੱਤੀ।
ਉਹ ਟੋਏ ਵੱਲ ਭੱਜ ਭੱਜ ਕੇ ਜਾਂਦੀ ਤੇ ਹਲਕਿਆਂ ਵਾਂਗ ਛਾਪਿਆਂ ਨੂੰ ਮੂੰਹ ਮਾਰਦੀ ਤੇ ਫਿਰ ਉਹ ਤਾਂ ਨੂੰ ਮੂੰਹ ਕਰਕੇ ਰੋਣ ਲੱਗ ਪੈਂਦੀ। ਉਹ ਉੱਠਿਆ ਤੇ ਜਾ ਕੇ ਵੇਖਿਆ ਰਾਤ ਦੇ ਮੀਂਹ ਦਾ ਪਾਣੀ ਟੋਏ 'ਚ ਪੈਣ ਕਰਕੇ ਟੋਇਆ ਭਰਿਆ ਹੋਇਆ ਸੀ ਤੇ ਉਹਦੇ ਕੰਢਿਆਂ ਲਾਗੇ ਨਿੱਕੇ ਕਤੂਰਿਆਂ ਦੀਆਂ ਗਾਰੇ ਨਾਲ ਲਿਬੜੀਆਂ ਲੋਥਾਂ ਪਈਆਂ ਸਨ, ਜਿਨ੍ਹਾਂ ਨੂੰ ਸ਼ਾਇਦ ਕੁੱਤੀ ਨੇ ਟੋਏ 'ਚੋਂ ਬਾਹਰ ਧੂ ਲਿਆ ਸੀ। ਕੁੱਤੀ ਉਸ ਵੱਲ ਤਰਸ ਮੰਗਦੀਆਂ ਨਜ਼ਰਾਂ ਨਾਲ ਵੇਖਦੀ ਰਹੀ ਤੇ ਪੂੰਛ ਹਿਲਾਉਂਦੀ ਰਹੀ। ਉਹ ਤੁਰਨ ਲੱਗਾ ਤਾਂ ਉਹ ਫਿਰ ਅਸਮਾਨ ਵੱਲ ਮੂੰਹ ਚੁੱਕ ਕੇ ਰੋਣ ਲੱਗ ਪਈ। ਸੰਤਾ ਸਿੰਘ ਨੂੰ ਪਤਾ ਨਹੀਂ ਲੱਗਾ ਕਿ ਕਦੋਂ ਉਹਦੀਆਂ ਅੱਖਾਂ 'ਚੋਂ ਅੱਥਰੂ ਉਮੜ ਆਏ। ਉਹਨੂੰ ਆਪਣੀ ਮਾਂ ਬਾਰ-ਬਾਰ ਯਾਦ ਆ ਰਹੀ ਸੀ, ਜਿਹੜੀ ਜਿਉਂਦੀ ਸੀ ਪਰ ਮਰਿਆਂ ਬਰੋਬਰ ਸੀ, ਜਿਸ ਨੇ ਉਹਨੂੰ ਤੇ ਕੁਲਦੀਪ ਨੂੰ ਕਿੰਨੇ ਲਾਡਾਂ ਤੇ ਚਾਵਾਂ ਨਾਲ ਪਾਲਿਆ ਸੀ। ਆਪਣੀ ਗੋਦ 'ਚ ਲਿਟਾ ਕੇ ਮਿੱਠੀਆਂ ਲੋਰੀਆਂ ਦਿੱਤੀਆਂ ਸਨ, ਨਿੱਘੀਆਂ ਰਾਤਾਂ ਨੂੰ ਬੁੱਕਲ 'ਚ ਬਿਠਾ ਕੇ ਬਾਤਾਂ ਸੁਣਾਈਆਂ ਸਨ, ਦੈਂਤਾਂ ਦੀਆਂ, ਯੋਧਿਆਂ ਦੀਆਂ ਤੇ ਉਸ ਰਾਜਕੁਮਾਰ ਬਾਰੇ ਜਿਹੜਾ ਹਰ ਮੁਸ਼ਕਿਲ ਵਿੱਚ ਬੁਰਾਈ ਦਾ ਟਾਕਰਾ ਕਰਦਾ ਤੇ ਸਹੀ ਸਲਾਮਤ ਬਚ ਕੇ ਨਿਕਲ ਜਾਂਦਾ ਤੇ ਹਰ ਬਾਤ ਦੇ ਅੰਤ ਨੂੰ ਸੁਖਾਂਤ ਵਿੱਚ ਬਦਲ ਦਿੰਦਾ। ਵਿਚਾਰੀ, ਜਿਸ ਦਾ ਆਪਣਾ ਅੰਤਲਾ ਸਮਾਂ ਕਿੰਨੇ ਦੁੱਖ 'ਚ ਗੁਜ਼ਰ ਰਿਹਾ ਸੀ, ਉਹ ਸੰਤੇ ਤੇ ਕੁਲਦੀਪ ਲਈ ਰੋਂਦੀ ਰਹਿੰਦੀ ਸੀ। ਇਹ ਉਹਦੇ ਕਿਹੋ ਜਿਹੇ ਰਾਜਕੁਮਾਰ ਸਨ, ਜਿਨ੍ਹਾਂ ਉਹਦੀ ਕਹਾਣੀ ਦਾ ਅੰਤ ਸੁਖਾਂਤ ਨਹੀਂ ਸੀ ਰਹਿਣ ਦਿੱਤਾ ਤੇ ਉਹ ਇਹਨਾਂ ਦੇ ਵਿਛੋੜੇ ਵਿੱਚ ਲੁੱਛਦੀ ਰਹਿੰਦੀ ਸੀ। ਬੰਤਾ ਸਿੰਘ ਦੇ ਘਰ ਬੜੀਆਂ ਸੁੱਖ ਸਹੂਲਤਾਂ ਸਨ, ਪਰ ਮਾਂ ਤਾਂ ਨਿੰਦਰੋਂ ਨਾਲ ਹੀ ਰਹੀ ਸੀ। ਉਹਦੇ ਦੁੱਖ ਸੁੱਖ ਦੀ ਪਿਆਰ ਤਾਂ ਉਹਨੂੰ ਬੰਤੇ ਨਾਲ, ਕਰਮਜੀਤ ਤੇ ਰਤਨੇ ਨਾਲ ਵੀ ਬੜਾ ਸੀ, ਪਰ ਛੋਟੇ ਪੁੱਤਰ ਦੇ ਵੱਡੇ ਪੋਤਰੇ ਨੇ ਉਹਦੇ ਅੰਦਰੋਂ ਕਿੰਨਾ ਭਾਗ ਰੁੱਗ ਭਰ ਕੇ ਕੱਟ ਸੁੱਟਿਆ ਸੀ ਤੇ ਹਰ ਵੇਲੇ ਆਪਣੇ ਅੰਦਰਲੇ ਉਸ ਖਾਲੀ ਭਾਗ ਦੇ ਹਨੇਰੇ ਵਿੱਚ ਗੁਆਚੇ ਆਪਣੇ ਨੇਕ ਪੁੱਤਾਂ ਨੂੰ ਲੱਭਦੀ ਰਹਿੰਦੀ। ਅਗਲੇ ਦਿਨਾਂ ਵਿੱਚ ਕਾਰ ਸੇਵਾ ਸ਼ੁਰੂ ਹੋ ਗਈ। ਸੰਗਤਾਂ ਸੇਵਾ ਕਰਦੀਆਂ ਸਤਨਾਮ ਵਾਹਿਗੁਰੂ ਦਾ ਪਾਠ ਕਰਦੀਆਂ ਰਹਿੰਦੀਆਂ। ਤਲਾਅ ਦੇ ਤਰੇੜੇ ਕੰਢਿਆਂ ਦੀ ਮੁਰੰਮਤ ਹੁੰਦੀ ਗਈ। ਤਰੇੜਾਂ ਦੇ ਮੂੰਹ ਤੇ ਲੱਗਦਾ ਸੀਮਟ ਵੇਖ ਕੇ ਉਹਨੂੰ ਲੱਗਦਾ ਜਿਵੇਂ ਉਹਦੇ ਅੰਦਰਲੀਆਂ ਤਰੇੜਾਂ ਭਰੀਆਂ ਜਾ ਰਹੀਆਂ ਹੋਣ ਤੇ ਉਹ ਖੁਦ ਪਾਟਣੋਂ ਤੇ ਡਿੱਗਣੋਂ ਬਚ ਗਿਆ ਹੋਵੇ। ਇਹਨਾਂ ਦਿਨਾਂ 'ਚ ਕਰਮ ਕੌਰ ਵੀ ਸੇਵਾ ਕਰਨ ਆਉਂਦੀ। ਮੌਕਾ ਮਿਲਦਿਆਂ ਹੀ ਉਹ ਸੰਤਾ ਸਿੰਘ ਵੱਲ ਭਿੱਜੀਆਂ ਅੱਖਾਂ ਨਾਲ ਵੇਖਦੀ, ਪਰ ਉਹ ਝੱਟ ਹੀ ਨਜ਼ਰਾਂ 'ਚੋਂ ਰਾਹ ਜਾਂਦਾ ਤੇ ਕਰਮ ਕੌਰ ਫਿਰ ਕੋਈ ਨਾ ਕੋਈ ਅਜਿਹਾ ਮੌਕਾ ਲੱਭਣ ਦਾ ਯਤਨ ਕਰਦੀ ਜਦੋਂ ਸੰਤਾ ਸਿੰਘ ਦੇ ਸਾਹਮਣੇ ਹੋਵੇ ਤੇ ਉਹਨਾਂ ਦੀਆਂ ਅੱਖਾਂ ਚਾਰ ਹੋ ਜਾਣ। ਕਈ ਵਾਰ ਤਾਂ ਸੰਤਾ ਸਿੰਘ ਨੂੰ ਜਾਪਦਾ ਜਿਵੇਂ ਉਸ ਵੱਲ ਬਚਣੀ ਵੇਖ ਰਹੀ ਹੋਵੇ ਤੇ ਉਹ ਪੰਘਰਨਾ ਸ਼ੁਰੂ ਕਰ ਦਿੰਦਾ, ਪਰ ਦੂਜੇ ਪਲ ਨੂੰ ਲੱਗਦਾ ਜਿਵੇਂ ਉਹ ਖੁਦ ਤਾਰਾ ਬਿੱਲਾ ਹੋਵੇ ਤੇ ਨਿੰਦਰੋਂ ਉਸ ਵੱਲ ਵੇਖ ਰਹੀ ਹੋਵੇ। ਉਹ ਸੋਚਿਆ, ਨਾ ਉਹ ਤਾਰਾ ਬਿੱਲਾ ਬਣੇਗਾ ਤੇ ਨਾ ਹੀ ਕਰਮ ਕੌਰ ਨੂੰ ਨਿੰਦਰੋਂ ਬਣਨ ਦੇਗਾ। ਇੱਕ ਦਿਨ ਜਦੋਂ ਮੁਰੰਮਤ ਹੋਏ ਤਲਾਅ ਦੇ ਸਿੱਲੇ ਸੀਮਟ ਤੇ ਸੰਗਤਾਂ ਪਾਣੀ ਛਿੜਕ ਰਹੀਆਂ ਸਨ ਤੇ ਗੁਰਦੁਆਰੇ ਦੀ ਇਮਾਰਤ ਨੂੰ ਕਲੀ ਕਰਨ ਦੀ ਤਿਆਰੀ ਹੋ ਰਹੀ ਸੀ, ਉਹ ਪ੍ਰਕਾਸ਼ ਸਥਾਨ ਵਾਲੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖ ਕੇ ਹਟਿਆ ਹੀ ਸੀ ਕਿ ਪਤਾ ਨਹੀਂ ਕਦੋਂ ਪਾਣੀ ਵਾਲੀ ਬਾਲਟੀ ਦਰਵਾਜ਼ੇ 'ਚ ਰੱਖ ਕੇ ਕਰਮ ਕੌਰ ਅੰਦਰ ਆ ਵੜੀ ਤੇ ਸੰਤਾ ਸਿੰਘ ਦੇ ਪੈਰਾਂ ਨੂੰ ਛੂੰਹਦਿਆਂ ਛਣਕਦਾ ਹਾਸਾ ਹੱਸਿਆ। ਮਹਾਰਾਜ, ਤਾਂ ਤੁਸੀਂ ਸੰਤੋਖਤਾ, ਮੈਂ ਆਖਿਆ ਤੁਹਾਨੂੰ ਹੀ ਮੱਥਾ ਟੇਕਦਾ। ਉਹਦਾ ਚਿਹਰਾ ਖਿੜਿਆ ਪਿਆ ਸੀ ਤੇ ਅੱਖਾਂ ਮੁਸਕਰਾ ਰਹੀਆਂ ਸਨ। ਸੰਤਾ ਸਿੰਘ ਦੇ ਪੈਰਾਂ ਹੇਠਾਂ ਚੀਕਣੀ ਧਰਤੀ ਸੀ। ਉਹਦਾ ਪੈਰ ਤਿਲਕਦਾ ਜਾ ਰਿਹਾ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਤਿਲਕ ਕੇ ਡਿੱਗਦਾ, ਉਹਨੇ ਆਪਣੇ ਪੈਰ ਸੰਭਾਲ ਲਏ। ਆਪਣੀ ਨੇਕਨਾਮੀ ਬਾਹਰ ਸੇਵਾ ਕਰ ਰਹੀ ਸੰਗਤ ਤੇ ਕਰਮ ਕੌਰ ਵਿੱਚ ਨਿੰਦਰੋਂ ਦਾ ਚਿਹਰਾ ਵੇਖਦਿਆਂ ਉਹ ਬੁਖਲਾ ਉੱਠਿਆ। ਬੀਬੀ, ਅਕਲ ਕਰ ਕੁਝ। ਅਕਲ? ਮੇਰੇ ਪੈਰਾਂ ਨੂੰ ਹੱਥ ਲਾਉਣ ਦਾ ਤੇਰਾ ਕੋਈ ਮਤਲਬ ਨਹੀਂ। ਕਰਮ ਕੌਰ ਨੂੰ ਤਾਂ ਜਿਵੇਂ ਕਿਸੇ ਨੇ ਤੀਜੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ ਹੋਵੇ। ਉਹਦਾ ਚਿਹਰਾ ਭੈ, ਨਮੋਸ਼ੀ ਤੇ ਸ਼ਰਮ 'ਚ ਗੁੜੁੱਚ ਹੋ ਗਿਆ। ਉਹਦੀਆਂ ਅੱਖਾਂ 'ਚ ਪਾਣੀ ਤੈਰ ਆਇਆ। ਬਿਨਾਂ ਕੁਝ ਬੋਲਿਆਂ ਉਹ ਸਿਰ ਝਟਕ ਕੇ ਇੱਕਦਮ ਮੁੜੀ ਤੇ ਬਾਲਟੀ ਚੁੱਕ ਕੇ ਕਾਲੀ ਕਾਲੀ ਤੁਰ ਗਈ। ਉਹਦੇ ਨਿਕਲਦਿਆਂ ਹੀ ਮੇਜਾ ਸਿੰਘ ਅੰਦਰ ਵੱਲ ਝਾਤੀ ਮਾਰਦਾ ਦਰਵਾਜ਼ੇ ਦੇ ਅੱਗੋਂ ਦੀ ਚੁੱਪਕੇ ਜਿਹੀ ਲੰਘਿਆ। ਗੁਰਦੁਆਰਾ ਮੁਰੰਮਤ ਹੋ ਕੇ ਕਲੀ ਹੋ ਗਿਆ ਸੀ। ਸਵੇਰੇ ਸੰਗਰਾਂਦ ਸੀ। ਸਵੇਰ ਦਾ ਪਿੰਡ ਗਿਆ। ਸੰਤਾ ਸਿੰਘ ਉਗਰਾਹੀ ਕਰਕੇ ਰਸਦ ਖਰੀਦ ਕੇ ਜਦੋਂ ਵਾਪਸ ਬਾਹਰਲੇ ਗੁਰਦੁਆਰੇ ਆਇਆ ਤਾਂ ਵਾਹਵਾ ਦਿਨ ਚੜ੍ਹ ਆਇਆ ਸੀ। ਮਿਸਤਰੀ ਮੋਤਾ ਸਿੰਘ ਪ੍ਰਕਾਸ਼ ਸਥਾਨ ਦੇ ਬਾਹਰ ਬੈਠਾ ਪ੍ਰਧਾਨ ਮੇਜਾ ਸਿੰਘ ਨੂੰ ਉਡੀਕ ਰਿਹਾ ਸੀ, ਜੋ ਦਰਵਾਜ਼ੇ ਪੇਂਟ ਕਰਨ ਲਈ ਰੰਗ ਦੇ ਡੱਬੇ ਲੈ ਕੇ ਉਸ ਤੋਂ ਥੋੜ੍ਹਾ ਹੀ ਚਿਰ ਪਹਿਲਾਂ ਆਇਆ ਸੀ, ਪਰ ਹੁਣ ਕਿਧਰੇ ਨਹੀਂ ਦਿਸ ਰਿਹਾ ਸੀ। ਸੰਤਾ ਸਿੰਘ ਨੇ ਵੀ ਆਸੇ-ਪਾਸੇ ਨਜ਼ਰ ਮਾਰੀ ਤੇ ਫਿਰ ਉਹ ਆਪਣੇ ਰਿਹਾਇਸ਼ੀ ਕਮਰੇ 'ਚ ਦਰਵਾਜ਼ਾ ਖੋਲ੍ਹ ਕੇ ਰਸਦ ਰੱਖਣ ਲਈ ਅੰਦਰ ਵੜਨ ਲੱਗਾ ਤਾਂ ਉਹਨੇ ਵੇਖਿਆ ਨਾਲ ਦੇ ਸਟੋਰ ਦੇ ਦਰਵਾਜ਼ੇ ਦਾ ਬਾਹਰਲਾ ਤਾਲਾ ਖੁੱਲ੍ਹਾ ਸੀ। ਇਸ ਸਟੋਰ ਦੀ ਇੱਕ ਚਾਬੀ ਮੇਜਾ ਸਿੰਘ ਕੋਲ ਵੀ ਪ੍ਰਧਾਨ ਹੋਣ ਦੇ ਨਾਤੇ ਹੁੰਦੀ ਸੀ। ਅੱਗੇ ਹੋ ਕੇ ਸੰਤਾ ਸਿੰਘ ਨੇ ਦਰਵਾਜ਼ੇ ਨੂੰ ਹੱਥ ਨਾਲ ਪੋਲਾ ਜਿਹਾ ਧੱਕਿਆ। ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਮਾੜਾ ਜਿਹਾ ਦਰਵਾਜ਼ਾ ਟਕੋਰਿਆ। ਅੰਦਰੋਂ ਬੇਮਲੂਮੀ ਜਿਹੀ ਘੁਸਰ ਮੁਸਰ ਹੋਈ ਤੇ ਫਿਰ ਚੁੱਪ ਵਰਤ ਗਈ।
ਥੋੜ੍ਹਾ ਚਿਰ ਰੁਕ ਕੇ ਜਦੋਂ ਉਹਨੇ ਫੇਰ ਦਰਵਾਜ਼ਾ ਖੜਕਾਇਆ ਤਾਂ ਮੇਜਾ ਸਿੰਘ ਤੇੜ ਦੀ ਚਾਦਰ ਠੀਕ ਕਰਦਾ ਬਾਹਰ ਨਿਕਲ ਗਿਆ ਤੇ ਪਰੇ ਖੜੋਤੇ ਮਿਸਤਰੀ ਨੂੰ ਵੇਖ ਕੇ ਉੱਚੀ ਉੱਚੀ ਬੋਲਣ ਲੱਗਾ, ਆ ਗਿਆ ਮਿਸਤਰੀ, ਬਸ ਲਿਸ਼ਕਾ ਦੇ ਬੂਹੇ ਬਾਰੀਆਂ, ਇੱਕ ਵਾਰ ਵੱਟ ਕੱਢ ਦੇ। ਸੰਤਾ ਸਿੰਘ ਨੂੰ ਸਟੋਰ ਦੇ ਬਾਹਰਲੇ ਪਾਸੇ ਖੇਤਾਂ ਨੂੰ ਲੱਗਦੀ ਬਿਨਾਂ ਸੀਖਾਂ ਤੋਂ ਫੱਟਿਆਂ ਵਾਲੀ ਬਾਰੀ ਵਿੱਚੋਂ ਕਿਸੇ ਦੇ ਬਾਹਰ ਨਿਕਲਣ ਦਾ ਝੌਲਾ ਪਿਆ। ਬੁੱਤ ਬਣੇ ਸੰਤਾ ਸਿੰਘ ਨੇ ਵੇਖਿਆ ਪਰੇ ਝੋਨੇ ਦੀ ਵੱਟੋ ਵੱਟ ਪਾਸਾ ਮੋੜ ਕੇ ਸਿਰ ਉਤਲਾ ਲੀੜਾ ਚਿਹਰੇ ਤੱਕ ਨੀਵਾਂ ਕੀਤੀ ਮੂੰਹ ਲੁਕਾਉਣ ਦਾ ਯਤਨ ਕਰਦੀ ਕਰਮ ਕੌਰ ਪਿੰਡ ਨੂੰ ਤੁਰੀ ਜਾ ਰਹੀ ਸੀ। ਸੰਗਰਾਂਦ ਵਾਲੇ ਦਿਨ ਸੰਤਾ ਸਿੰਘ ਪ੍ਰਸ਼ਾਦ ਵੰਡ ਹਟਣ ਪਿੱਛੋਂ ਜਦੋਂ ਸੰਗਤ ਉੱਠ ਕੇ ਹੌਲੀ ਹੌਲੀ ਆਪੋ ਆਪਣੇ ਕੰਮ ਧੰਦਿਆਂ ਨੂੰ ਤੁਰਨ ਲੱਗ ਪਈ ਸੀ, ਥਾਲ ਸਾਫ਼ ਕਰਨ ਲਈ ਨਲਕੇ ਵੱਲ ਤੁਰਨ ਲੱਗਾ ਤਾਂ ਚਿੱਟ ਦਾੜੀਏ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਉਸਦੇ ਕੋਲ ਖਲੋਂਦਿਆਂ ਭੇਦ ਭਰੇ ਲਹਿਜੇ 'ਚ ਹੌਲੀ ਜਿਹੀ ਰਾਜ਼ ਸਾਂਝਾ ਕਰਨਾ ਚਾਹਿਆ। ਸਾਡਾ ਬਾਬਾ ਵੀ ਸੁਣਿਆ ਬੱਗੂ ਗੋਸ਼ੇ ਖਾਣ ਲੱਗ ਪਿਆ। ਸੰਤਾ ਸਿੰਘ ਦੀਆਂ ਹੈਰਾਨ ਨਜ਼ਰਾਂ ਪੁੱਛ ਰਹੀਆਂ ਸਨ, ਤੇਰਾ ਕੀ ਮਤਲਬ ਹੈ? ਹਰਬੰਸ ਸਿੰਘ ਮੁਸਕੜੀਆਂ 'ਚ ਹੱਸਿਆ। ਉਹ ਰਾਨੀ ਮਾਈ ਗੁਲਕੰਦਰਗੀ ਆ, ਮੁਸ਼ਕੀ ਰੰਗ ਤੇ ਖਰਬੂਜਿਆਂ ਵਰਗੇ। ਸਾਡੇ ਵਰਗੇ ਬੁੱਢਿਆਂ ਨੂੰ ਵੀ ਟੱਕਰ ਜੇ ਤਾਂ ਸਹੁੰ ਗੁਰੂ ਦੀ। ਤੇ ਬਾਬਾ ਤੂੰ ਤਾਂ ਧਿਓਲੇ ਦਾ ਕੜਾਹ ਚੱਕਦਾ। ਮੈਂ ਵੀ ਆਖਾਂ ਇੰਨਾ ਜੱਤ ਸੱਤ ਕਿੱਥੇ ਪੁੱਗਦਾ? ਪਤਾ ਨਹੀਂ ਬਾਬਾ, ਸਾਡਾ ਅੰਦਰ ਹੀ ਅੰਦਰ ਮਿੱਠਿਆਂ ਚੌਲਾਂ ਨੂੰ ਹੱਥ ਮਾਰੀ ਜਾਂਦਾ। ਵਾਹਿਗੁਰੂ ਬੋਲ, ਤੂੰ ਕੀ ਆਖਦਾ ਹਰਬੰਸਿਆ? ਖਿਝ ਤੇ ਪਰੇਸ਼ਾਨੀ ਚੁੱਬਲਦਿਆਂ ਸੰਤਾ ਸਿੰਘ ਨੇ ਉਹਨੂੰ ਕਿਹਾ। ਪਰ ਇੰਨੇ ਚਿਰ 'ਚੋਂ ਖੀਂ ਖੀਂ ਕਰਕੇ ਹੱਸਦਾ ਤਲਾਅ ਦੀ ਪਰਲੀ ਨੁੱਕਰੇ ਖਲੋਤੇ ਆਪਣੇ ਯਾਰ ਮੇਜਾ ਸਿੰਘ ਵੱਲ ਤੁਰ ਪਿਆ। ਸੰਤਾ ਸਿੰਘ ਨੂੰ ਉਹਦੇ ਬਿਨਾਂ ਕੁਝ ਦੱਸਣ ਤੋਂ ਹੀ ਪਤਾ ਲੱਗ ਗਿਆ ਕਿ ਉਹ ਕੀ ਆਖਦਾ ਸੀ। ਉਹਨੇ ਜ਼ਿੰਦਗੀ 'ਚ ਬੜਾ ਕੁਝ ਗਲਤ ਮਲਤ ਹੁੰਦਾ ਵੇਖਿਆ ਸੀ, ਪਰ ਇਸ ਮਸਲੇ 'ਤੇ ਇਸ ਤਰ੍ਹਾਂ ਆਪਣੇ ਨਾਲ ਇਹ ਕੁਝ ਹੋ ਜਾਏਗਾ, ਇਹਦੀ ਉਹਨੂੰ ਕਦਾਚਿਤ ਆਸ ਨਹੀਂ ਸੀ। ਉਹਦਾ ਸਿਰ ਚਕਰਾਉਣ ਲੱਗਾ, ਕੰਨ ਛਾਂ ਕਰਨ ਲੱਗੇ, ਮੱਥੇ 'ਤੇ ਇੱਕ ਤਰੇਲੀ ਆਉਂਦੀ ਤੇ ਇੱਕ ਜਾਂਦੀ। ਉਹਦੀ ਸਾਰੀ ਜ਼ਿੰਦਗੀ ਦੀ ਕਮਾਈ ਪਲ ਛਿਣ ਵਿੱਚ ਰੁੜ ਚੱਲੀ ਸੀ। ਉਹਨੂੰ ਲੱਗਾ ਹਰ ਕੋਈ ਉਹਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਿਹਾ ਸੀ, ਜਿਵੇਂ ਉਹਨੇ ਚੋਰ ਸੰਨ ਤੋਂ ਢਾਹ ਲਿਆ ਹੋਵੇ। ਕੁਲਦੀਪ, ਨਿੰਦਰੋ ਜਾਂ ਰਤਨੇ ਨੂੰ ਜੇ ਇਸ ਗੱਲ ਦਾ ਪਤਾ ਲੱਗ ਜਾਏ, ਉਹ ਮੇਰੇ ਸੰਤ ਪੁਣੇ ਤੇ ਹੱਸਣ ਜਾਂ ਥੁੱਕਣ। ਆਤਮ ਗਿਲਾਨੀ ਦੇ ਅਹਿਸਾਸ ਨਾਲ ਭਰਿਆ ਉਹ ਸਾਰਾ ਕਾਰ ਵਿਹਾਰ ਛੱਡ ਕੇ ਵਰਾਂਡੇ 'ਚ ਮੰਜੀ ਤੇ ਜਾ ਲੇਟਿਆ। ਉਹਨੂੰ ਕਦੀ ਕਦੀ ਇਹ ਲੱਗਦਾ ਜਿਵੇਂ ਹਰਬੰਸ ਸਿੰਘ ਉਹਨੂੰ ਸੱਚ ਹੀ ਕਹਿ ਕੇ ਗਿਆ ਸੀ। ਮੇਜਾ ਸਿੰਘ ਤਾਂ ਕੱਲ ਇੱਕੋ ਵਾਰੀ ਉਸ ਸਟੋਰ 'ਚੋਂ ਵੜ ਕੇ ਨਿਕਲਿਆ ਸੀ, ਪਰ ਉਹ ਤਾਂ ਕੱਲ ਦਾ ਹਰ ਵੇਲੇ ਉੱਠਦਾ ਸੌਂਦਾ ਜਾਗਦਾ ਉਸ ਕਮਰੇ 'ਚ ਅਲਫ ਨੰਗੀ ਕਰਮ ਕੌਰ ਨਾਲ ਵੱਖ-ਵੱਖ ਮੁਦਰਾਵਾਂ 'ਚ ਉੱਠਿਆ ਬੈਠਿਆ ਤੇ ਲੇਟਿਆ ਸੀ। ਮੇਜਾ ਸਿੰਘ ਨੇ ਆਪਣੇ ਆਪ ਨੂੰ ਲੁਕਾਉਣ ਲਈ ਜਾਂ ਸੰਤਾ ਸਿੰਘ ਨੂੰ ਬਦਨਾਮ ਕਰਨ ਲਈ ਇਹ ਗੱਲ ਫੈਲਾਈ ਸੀ, ਪਰ ਸੰਤਾ ਸਿੰਘ ਨੂੰ ਇਸ ਵਿੱਚ ਇੱਕ ਬਹੁਤ ਵੱਡੀ ਸੱਚਾਈ ਲੱਗਦੀ ਸੀ। ਉਹ ਤਨ ਦਾ ਚੋਰ ਨਾ ਸੀ, ਪਰ ਮਨ ਦਾ ਚੋਰ ਜ਼ਰੂਰ ਸੀ। ਉਹਦੇ ਪੋਟੇ ਤਾਂ ਅਜੇ ਵੀ ਕਰਮ ਕੌਰ ਦੇ ਭਰਵੇਂ ਡੋਲਿਆਂ 'ਚ ਖੁੱਭੇ ਹੋਏ ਸਨ। ਉਸ ਦੋਹਾਂ ਹੱਥਾਂ 'ਚ ਆਪਣਾ ਸਿਰ ਘੁੱਟਿਆ, ਸਿੱਧੇ ਲੇਟੇ ਤੇ ਖੁਸ਼ਕ ਗਲੇ ਨੂੰ ਖੰਘੂਰਿਆ ਤੇ ਜ਼ਬਾਨ ਨੂੰ ਮੂੰਹ ਵਿੱਚ ਆਸੇ-ਪਾਸੇ ਫੇਰ ਕੇ ਬੜੀ ਮੁਸ਼ਕਲ ਨਾਲ ਸਿੱਲ ਇਕੱਠੀ ਕੀਤੀ ਤੇ ਉਹਨੂੰ ਜ਼ਬਾਨ ਦੀ ਨੋਕ 'ਤੇ ਲਿਆ ਕੇ ਉੱਪਰ ਨੂੰ ਥੁੱਕਿਆ। ਥੁੱਕ ਦੀਆਂ ਛਿੱਟਾਂ ਖਿੱਲਰ ਕੇ ਉਹਦੇ ਆਪਣੇ ਮੂੰਹ 'ਤੇ ਆ ਪਈਆਂ। ਉਹ ਛਿੱਟਾਂ ਨੂੰ ਸਾਫ਼ ਕਰਨ ਤੋਂ ਬਿਨਾਂ ਹੀ ਖਾਲੀ ਅੱਖਾਂ ਨਾਲ ਛੱਤ ਦੇ ਬਾਲਿਆਂ ਵੱਲ ਵੇਖ ਰਿਹਾ ਸੀ। ਪਤਾ ਨਹੀਂ ਉਹਨੂੰ ਕਿੱਥੋਂ ਇਹ ਅਖਾਣ ਯਾਦ ਆ ਗਿਆ, ਚੰਦ 'ਤੇ ਥੁੱਕੀਏ ਤਾਂ ਥੁੱਕ ਆਪਣੇ ਮੂੰਹ 'ਤੇ ਹੀ ਪੈਂਦਾ। ਤੇ ਉਹਨੂੰ ਸਮਝ ਨਹੀਂ ਸੀ ਆਉਂਦੀ ਇਹ ਗੱਲ ਉਸ 'ਤੇ ਤਾਂ ਕਿਵੇਂ ਵੀ ਨਹੀਂ ਸੀ ਢੁੱਕਦੀ। ਉਹ ਤਾਂ ਆਪਣੇ ਆਪ ਨੂੰ ਚੰਦ ਸਮਝਦਾ ਸੀ, ਲੋਕ ਵੀ ਇਹੋ ਸਮਝਦੇ ਰਹੇ ਸਨ, ਪਰ ਇਹ ਛਿੱਟਾਂ ਚੰਦ ਦੇ ਮੂੰਹ 'ਤੇ ਹੀ ਪੈ ਗਈਆਂ ਸਨ। ਕੀ ਚੰਦ 'ਤੇ ਵੀ ਛਿੱਟਾਂ ਪੈ ਜਾਂਦੀਆਂ ਹਨ? ਤੇ ਬਦੋ-ਬਦੀ ਉਹਦੀਆਂ ਨਜ਼ਰਾਂ ਅੱਗੇ ਨਿੰਦਰੋ ਆਣ ਖਲੋਤੀ। ਕੁਲਦੀਪ ਰਾਹੀਂ ਹੋਈਆਂ ਗੱਲਾਂ ਵਿੱਚ ਉਹ ਉਹਦੇ ਸਾਹਮਣੇ ਖਲੋਤੀ ਬੋਲ ਰਹੀ ਸੀ। ਪੁੱਤ ਕੁਲਦੀਪ, ਤੂੰ ਆਨਾ ਏ ਮੈਂ ਉਹਦੇ ਪਿੱਛੇ ਜਾ ਕੇ ਉਹਨੂੰ ਲੈ ਆਵਾਂ? ਉਹਦੇ ਵੱਲ ਕਿਹੜਾ ਨਹੀਂ ਗਿਆ ਕਰਮਾਂ ਵਾਲਿਆ। ਜੇ ਉਹ ਸੌਣਾ ਹੁੰਦਾ, ਉਹਦਾ ਪੁੱਤ ਸੀ, ਮਾਂ ਸੀ, ਮੈਂ ਨਕਰਮਣ ਤੇ ਨਾ ਹੋਈ, ਉਹਦੀਆਂ ਅੰਦਰਾਂ ਨੂੰ ਕਿਤੇ ਖੋਹ ਪੈਂਦੀ। ਉਹ ਤਾਂ ਮੋਹ ਹੀ ਤੋੜ ਗਿਆ। ਉਹ ਤਾਂ ਹੋ ਹੀ ਗਿਆ ਤਿਆਗੀ, ਸਭ ਕੁਝ ਛੱਡ ਛਡਾ ਕੇ। ਪਰ ਮੈਂ ਸਭ ਕੁਝ ਛੱਡ ਛਡਾ ਕੇ ਕਿੱਥੇ ਜਾਂਦੀ? ਮੈਨੂੰ ਤਾਂ ਕੋਈ ਸਾਧਣੀਆਂ ਦਾ ਡੇਰਾ ਵੀ ਨਹੀਂ ਦਿੰਦਾ। ਪਰ ਇੱਕ ਗੱਲ ਉਹਨੂੰ ਆਖੀ, ਰੱਬ ਦੇ ਬੰਦੇ ਨੂੰ ਜਾਣ ਲੱਗਿਆ, ਜਿਹੜਾ ਮੂਤ ਨਾਲ ਭਰਿਆ ਛਿੱਤਰ ਉਹ ਮੇਰੇ ਮੂੰਹ 'ਤੇ ਮਾਰ ਕੇ ਗਿਆ ਸੀ ਨਾ, ਉਹਦੇ ਬਾਰੇ ਇੱਕ ਵਾਰ ਤਾਂ ਪੁੱਛ ਗਿੱਛ ਕਰਦਾ, ਆਪਣੇ ਰੱਬ ਨੂੰ ਹੀ ਘਲਾ ਕੇ ਵੇਖਦਾ। ਉਹੀ ਔਂਤਰਾ ਇੱਕ ਵਾਰ ਉਹਨੂੰ ਜਾ ਕੇ ਦੱਸਦਾ ਕਿ ਮੈਂ ਜਿੱਦਣ ਦੀ ਵਿਆਹੀ ਆਈ ਸੀ ਉਸੇ ਦੀ ਗੁਲਾਮ ਸੀ, ਤੇ ਜਿਹੜੇ ਪਿੰਡ ਦੀਆਂ ਨਜ਼ਰਾਂ ਤੋਂ ਡਰਦਾ ਉਹ ਗਿਆ ਸੀ,
ਕਿਤੇ ਉਸੇ ਪਿੰਡ ਤੋਂ ਆ ਕੇ ਮੇਰੇ ਬਾਰੇ ਪੁੱਛ ਵੇਖਦਾ। ਉਹਨੇ ਤਾਂ ਮੈਨੂੰ ਆਪਣੀਆਂ ਨਜ਼ਰਾਂ 'ਚੋਂ ਡੇਗਦਾ, ਪਰ ਮੈਂ ਜਾਣਦੀ ਹਾਂ ਜਾਂ ਮੇਰਾ ਵਾਹਿਗੁਰੂ, ਮੈਂ ਆਪਣੀਆਂ ਨਜ਼ਰਾਂ 'ਚੋਂ ਤਾਂ ਨਹੀਂ ਨਾ ਡਿੱਗੀ। ਤੇ ਉਹ ਡੀਕਣ ਨੂੰ ਮੈਂ ਉਹਨੂੰ ਹਰ ਸਾਹ ਨਾਲ ਡੀਕਦੀ ਰਹੀ ਹਾਂ। ਪਰ ਇੱਕ ਪਲ ਉਹਨੂੰ ਲੱਗਾ ਕਿ ਨਿੰਦਰੋਂ ਤਾਂ ਜਿਵੇਂ ਉਹ ਆਪ ਸੀ ਤੇ ਮੂਤ ਦਾ ਭਰਿਆ ਛਿੱਤਰ ਉਹਦੇ ਆਪਣੇ ਮੂੰਹ ਤੇ ਵੱਜਾ ਸੀ। ਉਹ ਸਾਰਾ ਬਦਬੂ ਨਾਲ ਭਰਿਆ ਪਿਆ ਸੀ। ਉਹ ਅੱਧ ਮੋਇਆ ਜਿਹਾ ਲੇਟਿਆ ਰਿਹਾ। ਉਹਦੇ ਸੁਚੇਤ, ਅਰਧ-ਚੇਤ ਤੇ ਅਚੇਤ ਮਨ ਆਪਸ ਵਿੱਚ ਗੱਡ-ਮੱਡ ਹੋ ਗਏ ਸਨ। ਉਹ ਟੁੱਟਾ ਭੱਜਾ ਪਿਆ ਸੀ, ਖਾਲੀ ਤੇ ਅਧੂਰਾ, ਟੁਕੜਿਆਂ ਨੂੰ ਜੋੜ ਕੇ ਮੁਕੰਮਲ ਕੀਤੇ ਜਾਣ ਵਾਲੇ ਖਿਡੌਣੇ ਵਾਂਗ। ਉਹ ਇੱਕ ਅਜਿਹਾ ਖਿਡੌਣਾ ਸੀ ਜਿਸ ਦੇ ਕਈ ਭਾਗ ਸਮੇਂ ਦੀ ਧੂੜ 'ਚ ਗੁਆਚ ਗਏ ਸਨ, ਤੇ ਉਹ ਕੁਝ ਇੱਕ ਟੋਟੇ ਜੋੜ ਕੇ ਆਪਣੇ ਆਪ ਨੂੰ ਮੁਕੰਮਲ ਸਮਝਣ ਦਾ ਭਰਮ ਸਿਰਜਦਾ ਆਇਆ ਸੀ। ਸੂਰਜ ਕਾਫੀ ਢਲ ਆਇਆ ਸੀ। ਉਹ ਸਿਰ ਘੁੱਟ ਕੇ ਬੈਠਾ ਸੀ। ਕਿਸੇ ਦੇ ਕਦਮਾਂ ਦੀ ਆਹਟ ਸੁਣ ਕੇ ਉਹਨੇ ਸਿਰ ਚੁੱਕਿਆ। ਇਹ ਹਰੀ ਸੀ। ਲਾਲ ਤੇ ਤਰਲ ਅੱਖਾਂ ਨਾਲ ਉਹ ਸੰਤਾ ਸਿੰਘ ਦੀ ਪੁਆਂਦੀ ਬੈਠਾ ਗੱਲਾਂ ਕਰਦਾ ਸੀ। ਕਦੀ ਹਰੀ ਦੀਆਂ ਗੱਲਾਂ ਸੁਣ ਕੇ ਉਹਦੇ ਚਿਹਰੇ ਤੇ ਮੁਸਕਰਾਹਟ ਫੈਲ ਜਾਇਆ ਕਰਦੀ ਸੀ, ਪਰ ਅੱਜ ਉਹਦੀਆਂ ਗੱਲਾਂ ਉਹਦੇ ਸੀਨੇ ਨੂੰ ਵਿੰਨ੍ਹਦੀਆਂ ਜਾ ਰਹੀਆਂ ਸਨ ਤੇ ਅੱਖਾਂ 'ਚੋਂ ਪਰਲ-ਪਰਲ ਵਗਦੇ ਅੱਥਰੂ ਉਹਦੀ ਭਰਵੀਂ ਦਾੜੀ 'ਚ ਛੁਪ ਰਹੇ ਸਨ। ਚਿੱਟੀ ਕੁੱਤੀ ਅਸਮਾਨ ਨੂੰ ਮੂੰਹ ਕਰਕੇ ਫੇਰ ਰੋ ਰਹੀ ਸੀ। ਘੰਟੇ ਕੁ ਪਿੱਛੋਂ ਹਰੀ ਸੁਨੇਹਾ ਦੇ ਕੇ ਤੁਰ ਗਿਆ ਸੀ ਤੇ ਸੂਰਜ ਨਹਿਰ ਤੋਂ ਪਰਲੇ ਰੁੱਖਾਂ ਵੱਲ ਹੇਠਾਂ ਨੂੰ ਸਰਕ ਰਿਹਾ ਸੀ। ਸੰਤਾ ਸਿੰਘ ਪੱਕੇ ਮਨ ਨਾਲ ਉੱਠਿਆ, ਕਮਰੇ ਨੂੰ ਤਾਲਾ ਲਾਇਆ, ਕਿੱਲੀ ਨਾਲ ਚਾਬੀਆਂ ਲਟਕਾਈਆਂ ਤੇ ਪੋਲੇ ਕਦਮੀ ਤੁਰਦਾ ਨਹਿਰ ਦੀ ਪਟੜੀ ਤੇ ਆ ਚੜਿਆ। ਇੱਕ ਵਾਰ ਉਹਨੇ ਚੜ੍ਹਦੇ ਪਾਣੀ ਵੱਲ, ਕੰਢਿਆਂ ਤੋਂ ਰੇਤ ਨਾਲ ਭਰੀ ਨਹਿਰ ਵੱਲ ਵਲ ਵਿੰਗ ਪਾ ਕੇ ਤੁਰੇ ਆ ਰਹੇ ਚਾਂਦੀ ਰੰਗੇ ਪਾਣੀ ਵੱਲ ਤੱਕਿਆ। ਇੱਕ ਹੌਕਾ ਭਰਿਆ ਤੇ ਦੂਜੇ ਛਿਣ ਪੱਕੇ ਕਦਮਾਂ ਨਾਲ ਹਮੇਸ਼ਾ ਤੋਂ ਉਲਟ ਪਾਣੀ ਨਾਲ ਲਹਿੰਦੇ ਪਾਸੇ ਨੂੰ ਤੁਰ ਪਿਆ, ਜਿਸ ਪਟੜੀ ਤੇ 10 ਮੀਲ ਅੱਗੇ ਉਹਦਾ ਪਿੰਡ ਸੀ। ਜਿਹੜਾ ਪਿੰਡ ਕਦੀ ਉਸ ਤੋਂ ਇੰਨਾ ਦੂਰ ਸੀ, ਇਸ ਵੇਲੇ ਉਹਦੀਆਂ ਅੱਖਾਂ ਅੱਗੇ ਸਾਕਾਰ ਹੋਇਆ ਖੜੋਤਾ ਸੀ, ਜਿਸ ਦੇ ਗਲੀਆਂ, ਮਕਾਨ ਤੇ ਰੁੱਖ ਤੱਕ ਉਹਨੂੰ ਸਾਹ ਲੈਂਦੇ ਜਾਪਦੇ ਸਨ। ਜਿਨ੍ਹਾਂ ਗਲੀਆਂ 'ਚੋਂ ਲੁਕਣ ਮੀਠੀ ਤੇ ਗੁੱਲੀ ਡੰਡਾ ਖੇਡਿਆ ਕਰਦਾ ਸੀ, ਜਿਨ੍ਹਾਂ ਰੁੱਖਾਂ ਤੇ ਚੜ੍ਹ ਕੇ ਉਹਨੇ ਜੱਟ ਬ੍ਰਾਹਮਣ ਦੀ ਖੇਡ ਖੇਡੀ ਸੀ, ਤੇ ਜਿਨ੍ਹਾਂ ਦੀ ਛਾਵੇਂ ਡੰਗਰ ਚਾਰਦਿਆਂ ਉਹਨੇ ਤਿੱਖੜ ਦੁਪਹਿਰੇ ਆਰਾਮ ਦੇ ਪਲ ਗੁਜ਼ਾਰੇ ਸਨ। ਤੇ ਡੰਗਰ ਚਾਰਦਿਆਂ ਕਈ ਵਾਰ ਕੁਲਦੀਪ ਵੀ ਉਹਦੇ ਮਗਰ ਭੱਜ ਆਇਆ ਕਰਦਾ ਸੀ। ਨਿੱਕਾ ਜਿਹਾ ਠੁਮਕ ਕਰਦਾ ਕੁਲਦੀਪ। ਉਸਨੇ ਸੋਚਾਂ ਨੂੰ ਲਗਾਮ ਦੇ ਕੇ ਬੜਾ ਆਸੇ-ਪਾਸੇ ਮੋੜਿਆ, ਪਰ ਉਹ ਆਖਰ ਕੁਲਦੀਪ ਤੇ ਆਈ ਟਿਕੀਆਂ। ਤੇ ਹੁਣ ਸੰਤਾ ਸਿੰਘ ਦੀ ਉਂਗਲ ਫੜੀ ਕਦੀ ਭੱਠੀ ਤੇ ਦਾਣੇ ਭੁਣਾਉਣ ਤੁਰਿਆ ਜਾ ਰਿਹਾ ਸੀ ਤੇ ਕਦੀ ਸਲੇਟ ਉੱਤੇ ਚੀਰ ਪਚੋਲੇ ਪਾ ਕੇ ਪੁੱਛ ਰਿਹਾ ਸੀ, ਚਾਚਾ ਠੀਕ? ਕਦੀ ਚਾਚੀ ਨਾਲ ਪਿਆਰ ਕਰ ਰਿਹਾ ਤੇ ਉਸ ਨਾਲ ਰੁੱਸ ਕੇ ਦਾਦੀ ਦੀ ਗੋਦ 'ਚ ਬੈਠ ਰਿਹਾ ਸੀ, ਤੇ ਦਾਦੀ ਉਹਦਾ ਮੱਥਾ ਚੁੰਮਦੀ ਕਹਿ ਰਹੀ ਸੀ, ਨਾ ਜਿਉਣ ਜੋਗਿਆ, ਤੂੰ ਤਾਂ ਬੜਾ ਚੰਗਾ ਪੁੱਤ ਬਣਨਾ ਹੈ, ਬੜਾ ਬੀਬਾ ਪੁੱਤ। ਮੈਂ ਸਦਕੇ ਜਾਵਾਂ। ਤੇ ਫਿਰ ਉਹ ਨੇਕ ਪੁੱਤ ਬਣਿਆ, ਗਲੇ ਸੜੇ ਨਿਜ਼ਾਮ ਨੂੰ ਬਦਲਣ ਲਈ ਤੁਰਿਆ। ਆਪਣੇ ਸਾਥੀਆਂ ਸਮੇਤ ਉਹਦੇ ਕੋਲ ਬੈਠਾ ਸੀ, ਜਿਹਦੇ ਬੋਲਾਂ 'ਚੋਂ ਚੰਗਿਆੜੇ ਭਖ ਰਹੇ ਸਨ, ਜਿਹਦੇ ਚਿਹਰੇ ਤੇ ਜਲਾਲ ਸੀ। ਉਹਦੇ ਪੈਰ ਪੋਲੇ-ਪੋਲੇ ਪਟੜੀ ਤੇ ਟਿਕ ਰਹੇ ਸਨ, ਜਿਵੇਂ ਬੰਤਾ ਹੌਲੀ-ਹੌਲੀ ਆਪਣੇ ਪੈਰ ਟਿਕਾ ਰਿਹਾ ਹੋਵੇ। ਉਹਦੇ ਕੰਧਾੜੇ ਤੇ ਕੁਲਦੀਪ ਬੈਠਾ ਸੀ ਤੇ ਉਹਨੂੰ ਤੇਜ਼ ਦੌੜਨ ਲਈ ਡਿਚਕਰਾਂ ਮਾਰ ਰਿਹਾ ਸੀ, ਪਰ ਉਹਦਾ ਆਪਣਾ ਮਨ ਤਾਂ ਬੈਠਦਾ ਜਾ ਰਿਹਾ ਸੀ। ਕੁਲਦੀਪ ਮੱਧਮ ਸੁਰ 'ਚ ਦਰਦ ਨਾਲ ਭਿੱਜਾ ਉਹਨੂੰ ਆਪਣੀ ਚਾਚੀ ਦੇ ਦੁੱਖ ਤੇ ਕੁਰਬਾਨੀ ਦੀ ਕਹਾਣੀ ਕਹਿ ਰਿਹਾ ਸੀ ਤੇ ਉਹਨੂੰ ਵਾਪਸ ਜਾਣ ਲਈ ਕਹਿ ਰਿਹਾ ਸੀ, ਪਰ ਹਰੀ ਦੇ ਬੋਲ ਸੰਤਾ ਸਿੰਘ ਦੇ ਕੰਨਾਂ 'ਚ ਹਥੌੜਿਆਂ ਵਾਂਗ ਵੱਜ ਰਹੇ ਸਨ। ਪਹਿਲਾਂ ਤਾਂ ਮੈਂ ਸੋਚਿਆ ਸਿੱਧਾ ਪਿੰਡ ਸੁਨੇਹਾ ਦੇਣ ਜਾਵਾਂ, ਫਿਰ ਮੈਂ ਸੋਚਿਆ ਪਿਤਾ ਨੇ ਤਾਂ ਇਹਨੂੰ ਬੇਦਖਲ ਕੀਤਾ ਹੋਇਆ। ਨਾਲੇ ਇੱਕ ਵਾਰ ਮੈਂ ਕੁਲਦੀਪ ਨਾਲ ਰਾਤ ਦੇ ਹਨੇਰੇ 'ਚ ਘਰ ਗਿਆ ਸੀ ਤਾਂ ਉਹਦੇ ਪਿਤਾ ਨੇ ਰਾਤ ਨੂੰ ਹੀ ਸਾਨੂੰ ਭੱਜ ਜਾਣ ਲਈ ਕਿਹਾ ਸੀ। ਆਖੇ ਉਹ ਤਾਂ ਇਹੋ ਜਿਹੇ ਨਲਾਇਕ ਪੁੱਤ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ, ਜਿਸ ਨੇ ਉਹਦੀ ਸਰਕਾਰੀ ਦਰਬਾਰੇ ਬਦਨਾਮੀ ਕਰਵਾਈ ਸੀ। ਸਿਰਫ ਇੰਨਾ ਹੀ ਨਹੀਂ, ਇਸ ਬਦਲੇ ਉਹਨੂੰ ਹਵਾਲਾਤ 'ਤੇ ਵੀ ਰਹਿਣਾ ਪਿਆ ਸੀ। ਪੁਲਿਸ ਜੋ ਉਹਦਾ ਪਾਣੀ ਭਰਦੀ ਸੀ ਤੋਂ ਵੀ ਝਿੜਕਾਂ ਖਾਣੀਆਂ ਪਈਆਂ ਸਨ। ਇਸ ਲਈ ਤਾਂ ਉਹਨੇ ਉੱਚੇ ਰਾਜਸੀ ਵਿਅਕਤੀਆਂ ਨਾਲ ਬਣੇ ਸੰਬੰਧ ਹੀ ਸਨ ਕਿ ਉਹ ਬਚ ਗਿਆ, ਨਹੀਂ ਤਾਂ। ਗੱਲਾਂ ਕਰਦਾ ਹਰੀ ਰੁਕ ਗਿਆ ਸੀ ਤੇ ਫਿਰ ਟੁੱਟਵੇਂ ਬੋਲਾਂ 'ਚ ਕਹਿਣ ਲੱਗਾ, ਇਸ ਲਈ ਮੈਂ ਤੁਹਾਡੇ ਕੋਲ ਆ ਗਿਆ। ਹਰੀ ਦੇ ਕੁਝ ਬੋਲ ਸੰਤਾ ਸਿੰਘ ਬਿਲਕੁਲ ਨਹੀਂ ਸੀ ਸੁਣਨਾ ਚਾਹੁੰਦਾ। ਜਿਉਂ ਹੀ ਉਹ ਸ਼ਬਦ ਸੰਤਾ ਸਿੰਘ ਦੇ ਕੰਨਾਂ ਤੱਕ ਪਹੁੰਚਦੀ,
ਉਹ ਕੰਨ ਬੰਦ ਕਰ ਲੈਂਦਾ, ਪਰ ਸ਼ਬਦ ਤਾਂ ਬਾਰ-ਬਾਰ ਉਹਦੇ ਕੰਨਾਂ ਨੂੰ ਚੀਰ ਕੇ ਰੂਹ ਵਿੱਚ ਉਤਰ ਕੇ ਉਹਨੂੰ ਮਧਾਣੀ ਵਾਂਗ ਰਿੜਕ ਰਹੇ ਸਨ। ਕੁਲਦੀਪ ਅੱਜ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਬਾਕੀ ਸਾਥੀ ਤਾਂ ਬਚ ਕੇ ਨਿਕਲ ਗਏ, ਪਰ ਇਹ ਸਭ ਤੋਂ ਅੱਗੇ ਹੋਣ ਕਰਕੇ ਪੁਲ ਤੇ ਲੱਗੇ ਨਾਕੇ 'ਚ ਹਰੀ ਦੇ ਬੋਲ ਉਖੜ ਗਏ। ਬੜਾ ਦਲੇਰ ਸੀ, ਬੜਾ ਪਿਆਰਾ। ਉਸ ਤੇ ਕੋਈ ਵੱਡਾ ਕੇਸ ਵੀ ਨਹੀਂ ਸੀ। ਅਸੀਂ ਆਪਣੀ ਬਦਲੀ ਨੀਤੀ ਅਨੁਸਾਰ ਉਹਨੂੰ ਖੁੱਲ੍ਹੇ ਜਾਣ ਲਈ ਕਹਿ ਰਹੇ ਸਾਂ, ਪਰ ਉਹ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਸੰਤਾ ਸਿੰਘ ਨੂੰ ਯਾਦ ਨਹੀਂ ਆ ਰਿਹਾ ਉਸ ਰਾਤ ਜਦੋਂ ਕੁਲਦੀਪ ਮੰਨ ਨਹੀਂ ਸੀ ਰਿਹਾ ਤਾਂ ਪਰੜਾਏ ਗਲੇ ਵਾਲਾ ਵਾਪਸ ਜਾਣ ਬਾਰੇ ਉਹਨੂੰ ਕੀ ਕਹਿ ਰਿਹਾ ਸੀ। ਲੱਖ ਯਾਦ ਕਰਨ ਤੇ ਵੀ ਉਹ ਸ਼ਬਦ ਉਹਨੂੰ ਹੂ-ਬ-ਹੂ ਯਾਦ ਨਹੀਂ ਸਨ ਆ ਰਹੇ। ਪਰ ਉਹ ਇੰਨੇ ਸਾਲਾਂ ਬਾਅਦ ਆਪਣੇ ਪੁੱਤਾਂ ਵਰਗੇ ਭਤੀਜੇ, ਮਾਂ ਦੇ ਲੜਿੱਕੇ ਤੇ ਪਿਓ ਦੇ ਨਲਾਇਕ ਪਰ ਦਾਦੀ ਦੇ ਨੇਕ ਪੁੱਤ ਦੀ ਮੌਤ ਦਾ ਸੁਨੇਹਾ ਆਪਣੇ ਮੋਢਿਆਂ ਤੇ ਚੁੱਕੀ ਵਾਪਸ ਜਾ ਰਿਹਾ ਸੀ। ਕੁਲਦੀਪ ਉਹਦੇ ਮੋਢਿਆਂ ਤੇ ਨਿੱਕੀਆਂ-ਨਿੱਕੀਆਂ ਲੱਤਾਂ ਲਮਕਾਈ ਕਹਿ ਰਿਹਾ ਸੀ, ਖਿੜਖੜਾ ਕੇ ਹੱਸਦਾ ਹੋਇਆ, ਤਤਾ ਘੋੜਿਆ, ਗੁਲਾਬੀ ਫੁੱਲ ਤੋੜਿਆ। ਹਨੇਰਾ ਉਤਰ ਰਿਹਾ ਸੀ ਤੇ ਉਸ ਵਿੱਚ ਟੁੱਟੇ ਗੁਲਾਬੀ ਫੁੱਲ ਦੀ ਮਹਿਕ ਘੁਲੀ ਹੋਈ ਸੀ। ਇਸ ਹਨੇਰੇ ਨੂੰ ਚੀਰਨ ਲਈ ਇਹ ਮਹਿਕ ਉਹਦੇ ਹੱਥਾਂ ਵਿੱਚ ਫੜੀ ਬੈਟਰੀ ਵਾਂਗ ਸੀ। ਇਸ ਚਾਨਣ ਵਿੱਚ ਉਹਨੂੰ ਲੱਗਾ ਜਿਵੇਂ ਮੰਜੇ ਤੇ ਬੁੱਢੀ ਮਾਂ ਲੇਟੀ ਹੋਵੇ ਤੇ ਆਪਣੇ ਨੇਕ ਪੁੱਤ ਦੇ ਮਰਨ ਦੀ ਖਬਰ ਸੁਣ ਕੇ ਵਿਲਕ ਕੇ ਚੀਕ ਉੱਠੀ ਹੋਵੇ, ਵੇ ਮੈਂ ਤੈਨੂੰ ਕਿੱਥੋਂ ਲੱਭ ਕੇ ਮੋੜ ਲਿਆਵਾਂ, ਵੇ ਜਿਉਣ ਜੋਗਿਆ। ਧੰਨਵਾਦ।